ਲਓ ਜੀ, ਹਾਜ਼ਰ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੇ ਅਸੀਂ ਆਪਣੇ ਸਮੇਂ ਮੁਤਾਬਕ ਪਹੁੰਚ ਗਏ ਹਾਂ। ਗੱਲ ਇਹ ਆ ਗਈ ਵੀ ਟਾਈਮ ਆ, ਦੇਖ ਲਓ 24 ਘੰਟੇ ਲੰਘਦੇ ਆ, ਫਿਰ ਉਹੀ ਟਾਈਮ ਆ ਜਾਂਦਾ ਤੇ ਟਾਈਮ ਦੇ ਨਾਲ ਨਾਲ ਕਈ ਕੁਛ ਜਿਹੜਾ ਉਹਦਾ ਹਿਸਾਬ ਕਿਤਾਬ ਹੁੰਦਾ। ਅੱਜ ਵੀ ਜਿਹੜੀ ਚਰਚਾ ਹੈ ਪੰਜਾਬ 'ਚ ਕਹਿ ਲਓ ਜਾਂ ਪੰਜਾਬੋਂ ਬਾਹਰ ਕਹਿ ਲਓ, ਉਹ ਇਸੇ ਚੀਜ਼ ਦੀ ਹੈ ਕਿ ਟਾਈਮ ਜਿਹੜਾ ਉਹ ਬਹੁਤ ਵੱਡੀ ਚੀਜ਼ ਆ। ਟਾਈਮ ਆ ਜਾਂਦਾ ਐਂਡ ਟਾਈਮ ਜਿਹੜਾ ਆਇਆ ਉਹਦੇ 'ਚ ਕੀ ਕੁਛ ਹੋਇਆ ਉਹ ਸਾਰੀ ਗੱਲਬਾਤ ਆਪਾਂ ਅੱਜ ਇਸ ਪ੍ਰੋਗਰਾਮ 'ਚ ਕਰਾਂਗੇ। ਬਾਕੀ ਉਸ ਐਨਕਾਊਂਟਰ ਤੋਂ ਇਲਾਵਾ ਹੋਰ ਜਿਹੜੀਆਂ ਖਬਰਾਂ ਨੇ ਪੰਜਾਬ ਨਾਲ ਰਿਲੇਟਡ ਜਾਂ ਪੰਜਾਬੋਂ ਬਾਹਰ ਨਾਲ ਰਿਲੇਟਡ, ਉਹ ਵੀ ਆਪਾਂ ਆਪ ਜੀ ਦੇ ਨਾਲ ਕਰਨੀਆਂ। ਨਾਲ ਆਪਣੇ ਪਰਮਵੀਰ ਬਾਠ ਹੋਰੀ। ਹੋਰ ਬਾਠ ਸਾਹਿਬ ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ। ਸਤਿ ਸ਼੍ਰੀ ਅਕਾਲ ਮਹਾਰਾਜ, ਕਿੱਦਾਂ ਗੱਲਾਂ ਬਾਤਾਂ? ਗੱਲਾਂ ਬਾਤਾਂ ਬਿਲਕੁਲ ਠੀਕ ਆ। ਤੁਸੀਂ ਜਦੋਂ ਸਮਾਂ 3-4 ਵਾਰੀ ਸਮਾਂ ਕਿਹਾ ਨਾ ਤਾਂ ਮੈਨੂੰ ਦਲੇਰ ਮਹਿੰਦੀ ਚੇਤੇ ਆ ਗਿਆ। ਤੂੰ ਕਹਿੰਦਾ ਹੁਣ ਯਾਰ ਸਮਾਂ ਹੁਣ ਲੰਘਣਾ ਬਹੁਤ ਔਖਾ। ਆਹ ਨਹੀਂ, ਦੇਖੋ ਕਾਰਨ ਇਹ ਆ ਵੀ 15 ਸਤੰਬਰ ਬੜੀ ਦੂਰ ਹੈ। ਵੈਸੇ ਗਏ ਤੇ ਸੀਗੇ ਉਹ ਵਕੀਲ ਸਾਹਿਬ ਨੂੰ ਲੈ ਕੇ, ਤੇ ਹੋ ਸਕਦਾ ਵੀ ਉਹਨਾਂ ਨੇ ਆਸ਼ਵਾਸਨ ਹਿੰਦੀ 'ਚ ਦਿੱਤਾ ਹੋਵੇ ਇਹਨਾਂ ਨੂੰ ਕਿ ਵੀ ਮਹਿੰਦੀ ਸਾਹਿਬ ਚਿੰਤਾ ਨਹੀਂ ਕਰਨੀ, ਬਸ ਆਪਾਂ ਜੱਜ ਸਾਹਿਬ ਨੂੰ ਬੇਨਤੀ ਕਰਨੀ, ਉਹਨਾਂ ਨੂੰ ਕਹਿਣਾ ਵੀ ਇਹਦਾ ਕੇਸ ਹੀ ਕੋਈ ਨਹੀਂ ਬਣਦਾ ਮਹਾਰਾਜ, ਸਜ਼ਾ ਮਾਫ ਤੇ ਹੋ ਸਕਦਾ ਵੀ ਤੁਸੀਂ ਬੈਗ ਆਪਣਾ ਬੰਨ੍ਹ ਕੇ ਆਓ, ਕੁਛ ਪਤਾ ਨਹੀਂ ਆਪਾਂ ਸਿੱਧੇ ਉੱਥੋਂ ਹੀ ਚਲੇ ਜਾਈਏ। ਇੱਦਾਂ ਨਹੀਂ, ਹਾਂ ਉਹ ਵਕੀਲ ਸਾਹਿਬ ਨੇ ਕਿਹਾ ਹੋਣਾ ਮਹਿੰਦੀ ਸਾਹਿਬ ਜ਼ਮਾਨਤ ਤਾਂ ਹੋ ਹੀ ਲਓ, ਸਜ਼ਾ ਤਾਂ ਰੱਦ ਹੋ ਹੀ ਲਓ, ਮਾੜਾ ਜਿਹਾ ਚੈੱਕ ਕੱਟਣ ਨੂੰ ਕਹਿ ਦਿਓ ਘਰਦਿਆਂ ਨੂੰ। ਚਲੋ ਆਓ, ਕਾਰਨ ਆ ਵੀ ਇੱਕ ਗੱਲ ਤਾਂ ਹੈਗੀ, ਚਲੋ ਇੰਨਾ ਕੁ ਹੌਸਲਾ ਉਹਨਾਂ ਨੂੰ ਵੱਜ ਗਿਆ ਵੀ ਅਦਾਲਤ ਨੇ ਜਿਹੜੀ ਪਟੀਸ਼ਨ ਹੈ ਉਹ ਐਕਸੈਪਟ ਕਰ ਲਈ ਜੀ। ਨੋਟਿਸ ਉਹਨਾਂ ਪੰਜਾਬ ਸਰਕਾਰ ਨੂੰ ਦੇ ਦਿੱਤਾ ਵੀ ਮਹਾਰਾਜ ਇਹ 'ਤੇ ਤੁਸੀਂ ਆਪਣੀ ਰਾਏ ਦਿਓ। ਪਰ ਹਾਂ, ਜਿਹੜੀ ਤਰੀਕ ਪੈ ਗਈ ਉਹ ਵਾਹਵਾ ਦੂਰ ਦੀ ਹੈ। ਤੁਸੀਂ ਦੇਖੋ, ਜੇ ਮੈਂ ਗਲਤ ਨਹੀਂ ਤੇ ਜੇ 20-21 ਜੁਲਾਈ ਤੁਰੀ ਫਿਰਦੀ ਹੈ, ਆਹੋ, ਤੇ ਜੇ ਜੁਲਾਈ ਮੁੱਕਣੀ ਹੈ, ਅਗਸਤ ਪੂਰਾ ਲੰਘਣਾ, ਅੱਧਾ ਸਤੰਬਰ, ਉਦੋਂ ਤੋਂ ਕਿਤੇ ਗਰਮੀਆਂ ਨੇ ਵੀਰ ਜੀ, ਕੀ ਗੱਲਾਂ ਵਾ ਕਰਦੇ ਹੋ? ਨਹੀਂ, ਮੈਂ ਉਹੀ ਗੱਲ ਕਰਦਾ ਨਾ ਕਿ ਹੁਣ ਵੀ 15 ਸਤੰਬਰ ਤੱਕ ਬੱਲੇ ਬੱਲੇ ਜਦੋਂ ਹੋਣੀ ਆ ਤਾਂ ਫਿਰ ਔਖਾ ਹੋ ਜਾਣਾ ਥੋੜ੍ਹਾ ਜਿਹਾ। ਉਹ ਵੀ ਉਸ ਵੇਲੇ ਕਹਿੰਦੇ ਸਿੱਧੂ ਸਾਹਿਬ ਨੂੰ ਤਾਂ ਤਖਤ ਪੁਸ਼ ਮਿਲ ਗਿਆ ਉੱਥੇ, ਇਹਨਾਂ ਦਾ ਆਸਣਾ ਜਿਹਾ ਥੱਲੇ ਹੀ ਹੋਣਾ। ਨਹੀਂ, ਦੇਖੋ ਕਾਰਨ ਹੈ ਵੀ ਸਿੱਧੂ ਸਾਹਿਬ ਦੀ ਸਿਹਤ ਨਹੀਂ ਠੀਕ, ਕਿਉਂਕਿ ਡਾਕਟਰਾਂ ਨੇ ਜਿਹੜਾ ਰੈਗੂਲਰ ਚੈੱਕਅਪ ਕੀਤਾ ਜੀ, ਉਹ ਕਹਿੰਦੇ ਸਿੱਧੂ ਸਾਹਿਬ ਦੇਖੋ ਗੱਲਾਂ ਦੋ, ਯੈਸ ਜਾਂ ਨੋ ਜੀ। ਕਿਹੜੀ ਚੀਜ਼ ਨੂੰ ਭਲਾ? ਵੀ ਉਹੀ ਵੀ ਸਿਹਤ ਠੀਕ ਰੱਖਣੀ ਤਖਤ ਪੁਸ਼ ਤੇ ਪਾਓ। ਨਹੀਂ, ਉਹ ਕਹਿੰਦੇ ਗੱਲਾਂ ਦੋ, ਯੈਸ ਜਾਂ ਨੋ, ਵੀ ਭਾਰ ਘਟਾਉਣਾ ਕਿ ਨਹੀਂ। ਉਹ ਕਹਿੰਦੇ ਵੀ ਭਾਰ ਜ਼ਿਆਦਾ, ਕਿਉਂਕਿ ਕੱਦ ਕਾਠੀ ਸੁੱਖਣਾ ਵਾਹਵਾ ਸਿੱਧੂ ਸਾਹਿਬ ਦੀ, ਤੇ ਭੁੰਜੇ ਲੰਮੇ ਪੈ ਕੇ ਜਦੋਂ ਵਾਰ-ਵਾਰ ਉੱਠਣਾ ਪੈਂਦਾ, ਇੱਕ ਤੇ ਗੋਡਿਆਂ 'ਤੇ ਜ਼ੋਰ ਆਉਂਦਾ ਹੈ, ਦੂਜਾ ਲੱਕ 'ਤੇ ਆਉਂਦਾ ਹੈ। ਉਹ ਕਹਿੰਦੇ ਵੀ ਜਦ ਤੱਕ ਤੁਸੀਂ ਆਪਣਾ ਭਾਰ ਨਹੀਂ ਘਟਾਉਂਦੇ ਉਨੀ ਦੇਰ ਤੱਕ ਤੁਹਾਨੂੰ ਇਹ ਵਾਲੀ ਚਲੋ ਜੇਲ੍ਹ ਪ੍ਰਸ਼ਾਸਨ ਸਹੂਲਤ ਦੇ ਦਿੰਦਾ, ਪਰ ਇਹ ਬੜਾ ਜ਼ਰੂਰੀ ਹੈ, ਇਹ ਕੰਮ ਕਰਨਾ ਪੈਣਾ। ਨਾਲ ਮੇਰੇ ਖਿਆਲ ਨਾਲ ਉਹਨਾਂ ਨੂੰ ਟਾਇਲਟ ਸੀਟ ਵੀ ਉੱਚੀ ਕਰਕੇ ਦਿੱਤੀ। ਬਿਲਕੁਲ ਜੀ, ਟਾਇਲਟ ਸੀਟ ਥੋੜ੍ਹੀ ਜਿਹੀ ਉੱਚੀ ਚਾਹੀਦੀ ਸੀ। ਚਲੋ ਮੈਂ ਕਹਿੰਦਾ ਕਿ ਜਦ ਸੁਧਾਰ ਘਰ ਆ ਤਾਂ ਸੁਧਾਰਨ ਦੇ ਲਈ ਬੰਦੇ ਨੂੰ ਬੇਸਿਕ ਫੈਸਿਲਿਟੀ ਜਿਹੜੀ ਆ ਸਾਰਿਆਂ ਨੂੰ ਮਿਲਣੀ ਚਾਹੀਦੀ ਹੈ। ਹੁਣ ਸੰਧਾਲੀਆ ਸਾਹਿਬ, ਚਲੋ ਦਲੇਰ ਮਹਿੰਦੀ ਹੋ ਰਹੀ ਬੰਦੇ, ਸਾਨੂੰ ਨਹੀਂ ਪਤਾ ਕਿੰਨੇ ਛੱਡ ਕੇ ਆਏ ਬਾਹਰ, ਕਿੰਨੇ ਨਹੀਂ ਛੱਡ ਕੇ ਆਏ, ਪੈਸਾ ਟੱਕਾ ਕਿੰਨਾ ਲਿਆ ਨਹੀਂ ਲਿਆ, ਪਰ ਸਾਨੂੰ ਇੰਨਾ ਪਤਾ ਕਿ 15 ਸਤੰਬਰ ਤੱਕ ਉਹ ਹੁਣ ਉੱਥੇ ਹੀ ਨੇ। ਹਾਂ, ਮੁਨਸ਼ੀ ਦਾ ਕੰਮ ਕਰਨਾ ਤੇ ਹੌਲੀ ਕਰਨ, ਆਰਾਮ ਨਾਲ ਕਰਨ, ਸਮਝ ਆਵੇ ਜਿਹਨੂੰ ਅਗਲੀਆਂ ਫਾਈਲਾਂ ਦੇ ਕੇ ਜਾਣੀਆਂ। ਨਹੀਂ, ਦੇਖੋ ਮਤਲਬ ਇੱਥੇ ਵੀ ਸਮੇਂ ਦੀ ਗੱਲ ਹੈ। ਹੁਣ ਮਹਿੰਦੀ ਸਾਹਿਬ ਵੱਡੇ ਭਰਾ ਨੇ, ਉਹ ਜੇਲ੍ਹ 'ਚ ਨੇ, ਉਹਨਾਂ ਨੇ ਹੁਣ 15 ਸਤੰਬਰ ਉਡੀਕਣੀ ਹੈ। ਉਹਨਾਂ ਦੇ ਛੋਟੇ ਭਰਾਤਾ ਨੇ ਮੀਕਾ ਸਿੰਘ ਹੋਰੀ ਜੀ, ਉਹਨਾਂ ਦੇ ਘਰੇ ਖੁਸ਼ੀਆਂ ਉਹਨੂੰ ਫਿਰਦੀਆਂ ਨੇ, ਕਿਉਂਕਿ ਚਰਚਾ ਵਾਹਵਾ ਵੀ ਪਿਛਲੇ ਦਿਨੀ ਇੱਕ ਉਹਨਾਂ ਨੇ ਸਵੈਮਵਰ ਜਿਹਾ ਰਚਾਇਆ ਸੀ ਨਾ ਟੀਵੀ 'ਤੇ, ਉਹਦੇ 'ਚ ਕਹਿੰਦੇ ਆ ਕਿ ਵੀ ਇੱਕ ਫਾਈਨਲ ਉਹਨਾਂ ਨੇ ਕਰ ਲਈ ਇਹ ਕੰਨਿਆ, ਤੇ ਉਸ ਕੰਨਿਆ ਦੇ ਨਾਲ ਕਹਿੰਦੇ ਨੇ ਕਿ ਫਿਰ ਲਾਵਾਂ ਲੈ ਲੈਣੀਆਂ ਨੇ। ਨਹੀਂ, ਹੁਣ ਉਹਨਾਂ ਤੋਂ ਪਿੱਛੋਂ ਲੈਣੀਆਂ ਇਹ ਤਾਂ ਹੁਣ ਵੀਰ ਜੀ ਨੂੰ ਉਡੀਕਣਗੇ ਵੀ ਚਲੋ ਇੰਨੇ ਚਿਰ ਦੇ ਉਡੀਕਣ ਡਿਆ ਮੀਕਾ ਸਿੰਘ ਜੀ ਵਿਆਹ ਕਰਾ ਲੈਣ, ਚਲੋ ਭਲੇ ਨੂੰ ਬੰਦਾ ਮੰਨਿਆ ਤੇ ਸਹੀ। ਦੇਖੋ ਸੰਧਾਲੀਆ ਸਾਹਿਬ, ਜਿਹੜੇ ਵੱਡੇ ਲੋਕ ਹੁੰਦੇ ਆ ਨਾ, ਤੁਹਾਨੂੰ ਤਾਂ ਜ਼ਿਆਦਾ ਪਤਾ ਹੈ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੁੰਦਾ। ਉਹਨਾਂ ਨੇ ਕਿਹੜਾ ਵੀ ਵਿਆਹ ਤੋਂ ਪਹਿਲਾਂ ਘਰ ਨੂੰ ਆਪ ਕਲੀ ਕਰਨੀ, ਦੋਨਾਂ ਭਰਾਵਾਂ ਨੇ। ਵੈਸੇ ਗੱਲ ਹੀ ਕਰਦਾ ਵੀ ਜਾਣੀ ਵੀ ਕੂਚੀ ਫੇਰਨੀ ਆ, ਉੱਥੇ ਆ ਕੁਛ ਕਰਨਾ, ਫਿਰ ਉਹ ਗੱਲਾਂ ਨਾ ਅਗਲਿਆਂ ਨੂੰ ਮਸਾਂ ਕੁੜੀ ਲੱਭੀ। ਹੋ ਸਕਦਾ ਇਸੇ ਬਹਾਨੇ ਕਹਿ ਦੇਣ ਵੀ ਮਹਾਰਾਜ ਘਰੇ ਵਿਆਹ ਰੱਖਿਆ, ਤੁਸੀਂ ਮੈਨੂੰ ਇੱਥੇ ਤਾੜ ਕੇ ਬੈਠੇ ਹੋ, ਇੱਦਾਂ ਥੋੜ੍ਹਾ ਚੰਗੇ ਲੱਗੀਦਾ। ਨਹੀਂ, ਚਲੋ ਉਹ ਤਾਂ ਸੁਨੇਹਾ ਭੇਜ ਦਿੱਤਾ ਉਹਨਾਂ, ਹੰਸਰਾਜ ਹੰਸੂ ਦੀ ਮੁਲਾਕਾਤ ਕਰਨ ਆਏ ਸੀਗੇ ਕਿ ਭਾਈ ਕੋਈ ਗੱਲ ਨਹੀਂ, ਤੁਸੀਂ ਡਟ ਕੇ ਕਰੋ। ਨਾਲੇ ਮੀਕਾ ਸਿੰਘ ਹੋਰੀ ਕਿਹੜਾ ਹੁਣ ਛੋਟੇ ਹੀ ਆ, ਜਾਣੀ ਉਹ ਵੀ ਸਾਰੇ ਪ੍ਰਬੰਧ ਆਪ ਕਰ ਹੀ ਸਕਦੇ ਆ। ਨਹੀਂ, ਪਰ ਦੇਖੋ ਹੋ ਸਕਦਾ ਵੀ ਜਦੋਂ ਇਹ ਖਬਰ ਕਿਤੇ ਜੇਲ੍ਹ 'ਚ ਮਹਿੰਦੀ ਸਾਹਿਬ ਨੂੰ ਮਿਲੀ ਹੋਵੇ ਤਾਂ ਉਹਨਾਂ ਛੇਤੀ ਕੀਤਾ ਯਕੀਨ ਨਹੀਂ ਕਰਨਾ, ਕਿਉਂਕਿ ਇਹ ਖਬਰ ਤੇ ਅੱਗੇ ਵੀ ਕਈ ਵਾਰ ਆ ਹੁਣ ਵੀ ਜੇ ਆਪਣੇ ਕੋਲੇ ਖਬਰ ਦੇ ਰੂਪ 'ਚ ਪਹੁੰਚੀਏ ਹਫ਼ਤੇ ਖੰਡ ਨੂੰ, ਕੀ ਪਤਾ ਕਿਹੜੇ ਰਾਜੇ ਦੀ ਪਰਜਾ ਹੋਣੀ। ਨਹੀਂ, ਇੱਦਾਂ ਹੀ ਹੋਣੀ ਹੈ। ਬਾਕੀ ਸੰਧਾਲੀਆ ਸਾਹਿਬ, ਕਈ ਤਰ੍ਹਾਂ ਦੇ ਦੁਨੀਆ 'ਤੇ ਲੋਕ ਨੇ। ਇੱਕ ਡਾਕਟਰ ਅਰਵਿੰਦ ਗੋਇਲ ਨੇ ਜੀ, ਮੁਰਾਦਾਬਾਦ ਦੇ ਨੇ, ਉੱਤਰ ਪ੍ਰਦੇਸ਼ ਦੇ ਨੇ, ਯੋਗੀ ਆਦਿੱਤਿਆਨਾਥ ਸਾਹਿਬ ਦੀ ਸਰਕਾਰ ਹੈ। ਉਹਨਾਂ ਦੇ ਕੋਲ 600 ਕਰੋੜ ਦੀ ਪ੍ਰਾਪਰਟੀ ਹੈ। ਉਦਯੋਗਪਤੀ ਬੜੇ ਵੱਡੇ ਯੂਪੀ ਦੇ ਜਿਹੜੇ ਮੂਹਰਲੇ 15, 16, 18, 20 ਉਦਯੋਗਪਤੀਆਂ ਦੀ ਜਦੋਂ ਕਤਾਰ ਲਾਉਂਦੇ ਆ ਲੋਕ, ਲਿਸਟਾਂ ਬਣਾਉਂਦੇ ਆ, ਤਾਂ ਡਾਕਟਰ ਅਰਵਿੰਦ ਗੋਇਲ ਦਾ ਨਾਮ ਆਉਂਦਾ। 100 ਐਜੂਕੇਸ਼ਨਲ ਇੰਸਟੀਟਿਊਸ਼ਨਸ, ਯੂਪੀ ਤੋਂ ਬਾਹਰ ਵੀ ਬਹੁਤ ਸਾਰੇ ਉਦਯੋਗ। ਅਚਾਨਕ ਉਹਨਾਂ ਨੇ ਫੈਸਲਾ ਕੀਤਾ, ਕਹਿੰਦੇ ਜੀ ਮੈਂ ਆਪਣੀ ਸਾਰੀ ਪ੍ਰਾਪਰਟੀ, ਇੱਕ ਕੋਠੀ ਲੈਣੀ ਹੈ, ਬਾਕੀ ਸਾਰੀ ਪ੍ਰਾਪਰਟੀ ਮੈਂ ਸੂਬਾ ਸਰਕਾਰ ਨੂੰ ਦੇ ਦੇਣੀ ਹੈ, ਤੇ ਸੂਬਾ ਸਰਕਾਰ ਇਸ ਪ੍ਰਾਪਰਟੀ ਦੀ ਵਰਤੋਂ ਕੇਵਲ
ਲੋੜਵੰਦ ਲੋਕਾਂ ਨੂੰ ਪੜ੍ਹਾਉਣ ਦੇ ਲਈ ਕਿਸੇ ਕੋ ਕੱਪੜਾ ਲੀੜਾ ਨਹੀਂ, ਕਿਸੇ ਕੋ ਜੁੱਤੀ ਨਹੀਂ, ਉਹਨਾਂ ਦੇ ਲਈ ਵਰਤੇ। ਹੁਣ 600 ਕਰੋੜ ਦੀ ਪ੍ਰਾਪਰਟੀ ਹੈ, ਬੰਦੇ ਨੇ 40-45 ਸਾਲ ਦੀ ਮਿਹਨਤ ਕੀਤੀ, ਉਹਦੇ ਤੋਂ ਬਾਅਦ ਜਾ ਕੇ ਉਹ ਪ੍ਰਾਪਰਟੀ ਇਕੱਠੀ ਕੀਤੀ। ਸੁੱਖ ਨਾਲ 2 ਮੁੰਡੇ ਵੀ ਆ, ਕੁੜੀ ਵੀ ਆ, ਸਾਰੇ ਕਹਿਣੇ ਘਰ ਨੇ, ਤੇ ਅਚਾਨਕ ਕਹਿੰਦੇ ਜੇ ਆਪਾਂ ਦੇ ਦੇਣੀ ਉਹਨਾਂ ਨੂੰ, ਆਮ ਲੋਕਾਂ ਦੇ ਵਿੱਚ ਵੰਡੀ ਜਾਣੀ ਹੈ। ਜਦੋਂ ਪੁੱਛਿਆ ਗਿਆ ਗੱਲ ਕੀ ਹੋਈ, ਉਹ ਕਹਿੰਦੇ ਜੀ ਇੱਕ ਦਿਨ ਮੈਂ ਟ੍ਰੇਨ 'ਚ ਬੈਠਾ ਸੀ, ਇਹ 20-25 ਸਾਲ ਪਹਿਲਾਂ ਦੀ ਗੱਲ ਹੈ, ਬੰਦਾ ਮੇਰੇ ਮੂਹਰੇ ਆਵੇ, ਕੜਾਕੇ ਦੀ ਠੰਡ, ਪੈਰ ਸੁੰਨ ਹੁਣ ਤੇ ਉਹ ਪੈਰ ਨੰਗੇ, ਮੈਂ ਕਹਿੰਦੇ ਆਪਣੀ ਜੁੱਤੀ ਲਾ ਕੇ ਉਹਨੂੰ ਦੇ ਦਿੱਤੀ। ਮੈਂ ਦਿਲ ਕਹਿੰਦੇ ਜੀ ਮੇਰਾ ਪਹਿਲਾਂ ਤੋਂ ਕੋਮਲ ਹਿਰਦਾ ਉਹਨਾਂ ਨੂੰ ਜੁੱਤੀ ਫੜਾਤੀ, ਤੇ ਕਹਿੰਦੇ ਜੇ ਇੰਨੀ ਠੰਡ ਲੱਗੀ ਜਿੱਥੇ ਤੱਕ ਮੈਂ ਜਾਣਾ ਸੀ, ਤਾਂ ਮੈਂ ਉਦੋਂ ਹੀ ਧਾਰ ਲਿਆ ਸੀ ਕਿ ਬੜੀ ਛੇਤੀ ਮੈਂ ਪ੍ਰਾਪਰਟੀ ਜਿਹੜੀ ਦਾਨ ਕਰ ਦੇਣੀ ਆ, ਆਮ ਲੋਕਾਂ ਦੇ ਵਿੱਚ ਵੰਡੀ ਜਾਊਗੀ। ਤੁਸੀਂ ਦੇਖੋ ਕਿ ਇੱਕ ਪਾਸੇ ਤਾਂ ਉਹ ਲੋਕ ਨੇ ਜਿਹੜੇ ਕਹਿੰਦੇ ਬਸ ਆ ਜਾਵੇ, ਹੋਰ ਆ ਜਾਵੇ, ਢਿੱਡ ਇੱਥੋਂ ਇੱਥੇ ਚੱਲ ਜਾਵੇ, ਪੰਡਾਂ ਦੀਆਂ ਪੰਡਾਂ ਮੰਨ ਲੈਣੀਆਂ, ਕਿਸੇ ਦੀ ਕੰਧ 'ਚੋਂ ਲੋਹੇ ਦੀਆਂ ਕੰਧਾਂ ਲੋਹੇ ਦੀਆਂ ਬਣਾ ਕੇ ਦੇ ਵਿੱਚ ਸੋਨੇ ਦੀਆਂ ਇੱਟਾਂ ਰੱਖੀਆਂ, ਕਿਸੇ ਨੇ ਕੁਛ ਰੱਖਿਆ, ਇੱਧਰ 600 ਕਰੋੜ ਦੇ ਗਿਆ ਬੰਦਾ। ਨਹੀਂ ਹੈ ਤੇ ਵੈਸੇ ਬੰਦਾ ਤਗੜਾ ਹੀ, ਮਤਲਬ ਇੰਨਾ ਦਿਲ ਗੁਰਦਾ ਛੇਤੀ ਕੀਤਾ ਨਿਕਲਦਾ ਨਹੀਂ ਜੀ। ਪਰ ਕਾਰਨ ਇਹ ਆ ਵੀ ਦੇਖੋ ਉਹਨਾਂ ਨੇ ਇਹ ਚੀਜ਼ ਦਾਨ ਪੁੰਨ ਕਰਤੀ ਆ ਵੀ ਨਿਆਣਿਆਂ ਨੂੰ ਪੁੱਛ ਲਿਆ, ਕਿਉਂਕਿ ਕਿਸੇ ਵੇਲੇ ਘਰੇ ਰੇੜਕਾ ਪੈ ਜਾਂਦਾ ਵੀ, ਕਿਉਂਕਿ ਆਪਾਂ ਆਮ ਆਪਣੇ ਪਿੰਡਾਂ ਥਾਵਾਂ ਦੇ ਵਿੱਚ ਇੱਥੇ ਆਪਾਂ ਲੜਾਈ ਦੇਖ ਲੈਂਦੇ ਵੀ ਬਾਪੂ ਨੇ, ਉਹ ਫਿਰ ਬਾਪੂ ਨੇ ਆਖਿਆ ਵੀ ਇੰਨੀ ਕਿਤੇ ਜ਼ਮੀਨ ਫਿਰ ਮੈਂ ਆਪ ਰੱਖ ਲੈਣੀ ਜਾਂ ਫਿਰ ਮੈਂ ਪਰੇ ਕੁੜੀ ਦੇ ਨਾਂ ਕਰ ਦੇਣੀ, ਇਹ ਦੋਵੇਂ ਮਾੜੇ, ਇਹਨਾਂ ਨੂੰ ਦੇਣੀ ਮੈਂ ਜ਼ਮੀਨ। ਅਗਲੇ ਦਿਨ ਹੀ ਸਿਆਪਾ ਪਿਆ ਹੁੰਦਾ, ਦੇ ਪੰਚਾਇਤੋਂ ਪੰਚਾਇਤੀ ਸਰਪੰਚ ਉੱਧਰ ਬੈਠਾ ਹੁੰਦਾ, ਲੰਬੜਦਾਰ ਵੀ ਉੱਧਰ ਬੈਠੇ, ਇੱਦਾਂ ਕਿੱਦਾਂ ਇਹਦੇ ਸਿਰ 'ਤੇ ਕੁਛ ਕੀਤਾ ਕਰਾਇਆ। ਇੱਧਰੋਂ ਕੋਈ ਦੂਰੋਂ ਫੁੱਫੜ ਰਿਸ਼ਤੇਦਾਰ ਸੱਦਿਆ ਹੁੰਦਾ, ਉਹ ਆਣ ਕੇ ਦੱਸੀ ਜਾਂਦਾ ਹੁੰਦਾ, ਵੇਖੋ ਮੈਂ ਤਾਂ ਤੁਹਾਨੂੰ ਅੱਗੇ ਆਖਿਆ ਵੀ ਇਹ ਕਿਤੇ ਟੂਣਾ ਲੰਘ ਗਿਆ ਉਦੋਂ ਦਾ ਹੀ ਇੱਦਾਂ ਦੀਆਂ ਗੱਲਾਂ ਕਰਦਾ। ਜੇ ਸਿਆਣੇ ਨੇ ਆਖਣਾ ਨਹੀਂ ਯਾਰ ਬਾਪੂ ਤੇ ਉਹਨੂੰ ਜ਼ਮੀਨ ਦੇਣੀ, ਉਹ ਨਹੀਂ ਐਵੇਂ ਜ਼ਮੀਨ ਦੇਣੀ, ਦੱਸੋ ਕਮਲੀਆਂ ਗੱਲਾਂ ਕਰਦੇ। ਤੁਸੀਂ ਇੱਕ ਸ਼ਬਦ ਭੁੱਲ ਗਏ। ਹਾਂ, ਬੁੜੇ ਨੂੰ ਪਤਾ ਨਹੀਂ ਕੀ ਹੋ ਗਿਆ। ਨਹੀਂ ਮੈਨੂੰ ਇਹ ਸਰਕਾਰ ਦਾ ਹੀ ਹੈ ਜੀ। ਨਹੀਂ ਦੇਖੋ ਕਾਰਨ ਹੈ ਵੀ ਇਹ ਗੱਲ ਆਮ ਹੋ ਜਾਂਦੀ ਹੈ ਵੀ ਫਿਰ ਵੀ ਉਹ ਤਗੜੇ ਨੇ ਵੀ ਜਿੰਨਾ 600 ਕਰੋੜ ਦੀ ਪ੍ਰਾਪਰਟੀ ਆ ਤੇ ਐਂ ਹੀ ਦੇ ਦੇਣੀ। ਹੁਣ ਦੂਜੀ ਗੱਲ ਇਹ ਆ ਵੀ ਜਿਹੜੀ ਅਗਲੀ ਜ਼ਿੰਮੇਵਾਰੀ ਉਹ ਜ਼ਿਆਦਾ ਜ਼ਰੂਰੀ ਹੈ, ਉਹ ਜ਼ਿਆਦਾ ਇੰਪੋਰਟੈਂਟ, ਕਿਉਂਕਿ ਸਰਕਾਰ ਨੂੰ ਦੇਣੀ ਹੈ ਉਹਨਾਂ ਨੇ ਪ੍ਰਾਪਰਟੀ, ਐਂਡ ਸਰਕਾਰੀ ਤੌਰ ਤੇ ਉਸ ਬੰਦੇ ਦੀ ਪਾਈ ਜਿਹੜੀ ਕਿ ਉਹਨੇ ਮਿਹਨਤ ਨਾਲ ਜੋੜੀ ਆ, ਉਹ ਬਿਨਾਂ ਵਿੱਚੋਂ ਕੁਛ ਨਾ ਕੁਛ ਖਾਧੇ ਪੀਤੇ ਲੋੜਵੰਦਾਂ ਤੱਕ ਪਹੁੰਚ ਸਕੂਗੀ। ਇਹ ਵੱਡੀ ਗੱਲ ਹੈ। ਨਹੀਂ ਵੱਡੀ ਗੱਲ ਆ, ਮੈਂ ਤਾਂ ਕਹਿਣਾ ਕਿ ਬਹੁਤਾ ਕੁਛ ਕਰਨ ਦੀ ਲੋੜ ਨਹੀਂ। ਜਿਹੜੇ ਬੰਦੇ ਕੋਵਿਡ ਦੇ ਦੌਰਾਨ ਇੱਧਰ ਉੱਧਰੋਂ ਛੱਡ ਕੇ ਆਏ ਸੀ, ਕਈਆਂ ਦੇ ਪਰਿਵਾਰਾਂ ਦੇ ਜੀ ਮਾਰੇ ਗਏ, ਨਿਆਣੇ ਬਹੁਤ ਸਾਰੇ ਇਕੱਲੇ ਰਹਿ ਗਏ, ਹੋਰ ਵੀ ਕਈ ਕੁਛ ਹੁੰਦੇ, ਲਿਸਟਾਂ ਸਾਰੀਆਂ ਹੁੰਦੀਆਂ ਇਹਨਾਂ ਦੇ ਕੋਲੇ। ਨਿਆਣੇ ਪੜ੍ਹਾਉਣ ਦੇ ਉੱਤੇ ਲਾ ਦਿਓ ਸਾਰੀ ਪ੍ਰਾਪਰਟੀ, ਪੈਸੇ ਟਕੇ ਚੰਗੇ ਤਰੀਕੇ ਉੱਧਰਲੇ ਪਾਸੇ ਵਰਤੋ। 600 ਕਰੋੜ ਵਾਲਾ ਕੋਈ ਨਹੀਂ ਮਿਲਦਾ ਹੁੰਦਾ, 600 ਰੁਪਈਆ ਲੈ ਕੇ ਜੇਬ 'ਚ ਪਾਉਣ ਵਾਲੀ ਸਰਕਾਰਾਂ ਨੂੰ ਬਹੁਤ ਮਿਲ ਜਾਂਦੇ ਹੁੰਦੇ ਆ। ਉਸ ਬੰਦੇ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ। ਇੱਕ ਕੁੜੀ ਦੇ 2 ਮੁੰਡੇ ਨੇ, ਤਿੰਨੇ ਕਹਿੰਦੇ ਬਾਪੂ ਦੇ ਫੈਸਲੇ ਨਾਲ ਸਹਿਮਤ ਆ, ਤੇ ਘਰ ਵਾਲੀ ਵੀ। ਕਿਆ ਬਾਤ ਆ। ਮੈਂ ਨਾ ਇੱਦਾਂ ਦੇ ਟੱਬਰ ਨੂੰ ਤੇ ਕਿਤੇ ਨਾ ਕਿਤੇ ਮਤਲਬ ਪੈਰ ਧੋ ਕੇ ਪੀਣ ਜੇ ਤੁਸੀਂ ਅੱਜ ਵੀ ਇੱਦਾਂ, ਅੱਜ ਵੀ ਤੁਸੀਂ ਬਾਪੂ ਨਾਲ ਮੰਨੀ ਜਾਂਦੇ। ਵੈਸੇ ਨੋਟ ਕਰਨ ਵਾਲੀ ਗੱਲ ਆ, ਪਰ ਚਲੋ ਇਹ ਅਜੇ ਹੀ ਆ। ਪਤਾ ਨਹੀਂ ਮੈਨੂੰ ਯਕੀਨ ਜਿਹਾ ਨਹੀਂ ਆਉਂਦਾ, ਹਫ਼ਤੇ ਕੁ ਤੱਕ ਇੱਕ ਵਾਰ ਫਿਰ ਚੈੱਕ ਕਰਾਂਗੇ ਵੀ ਵਾਕਈ ਬੰਦੇ ਉੱਥੇ ਟੇਕੇ ਆ ਗਏ ਜਾਂ ਫਿਰ ਦੂਰੋਂ ਨੇੜੇ ਇੱਕ ਅੱਧਾ ਰਿਸ਼ਤੇਦਾਰ ਆ ਕੇ ਭਾਨੀ ਮਾਰ ਦਿੰਦਾ ਦਾ। ਚਲੋ ਠੀਕ ਹੈ, ਦਾਨ ਪੁੰਨ ਕਰਨਾ ਤੇ ਕਰ ਲਓ, ਕੋਈ 100 ਕਰੋੜ ਦੇ ਦਿਓ ਕਿ ਹੁਣ 600 ਦਾ 600 ਹੀ ਦੇ ਦੇਣਾ। ਆ ਵੀ ਕੋਠੀ ਜਿਹੜੀ ਰੱਖੀ ਉਹ ਦੇ ਦਿਓ, 600 ਕਰੋੜ ਰੱਖ ਲਓ। ਆ ਵੀ ਕੋਠੀ ਦਾਨ ਕਰਦੇ, ਇੱਥੇ ਸਕੂਲ ਖੋਲ ਦਿੰਦੇ ਆ। ਬਹੁਤੀ ਗੱਲ ਤੇ ਲਾਗੇ 2 ਪਲਾਟ ਹੈਗੇ, ਇੱਥੇ ਸਕੂਲ ਬਣਾ ਦਿੰਦੇ, ਫ੍ਰੀ ਪੜ੍ਹਾਈ। ਤੁਹਾਡੇ ਵਰਗੇ ਫੁੱਫੜ ਟਾਈਮ ਨੇ ਅਗਲੇ ਸਕੂਟਰ ਤੇ ਬਿਠਾ ਕੇ ਸਵੇਰੇ ਲੈ ਆਉਂਦੇ, ਫੁੱਫੜ ਜੇ ਤੂੰ ਆ ਅੱਗੇ ਪਿੱਛੇ ਆ ਕਹਿ ਹੋ ਗਿਆ ਹੋਊਗਾ ਉਦੋਂ, ਹੁਣ ਆਇਆ ਯਾਰ ਤੂੰ ਨਾਲ। ਚਲੋ ਚੰਗੀ ਗੱਲ ਹੈ ਵੀ ਜੇ ਅਗਲਿਆਂ ਨੇ ਇੰਨਾ ਦਿਲ ਗੁਰਦਾ ਕੱਢਿਆ ਤੇ ਵਧੀਆ ਗੱਲ ਹੈ, ਪਰ ਹੁਣ ਵੱਡੀ ਜ਼ਿੰਮੇਵਾਰੀ ਉਹਨਾਂ ਦੀ ਜਿਨ੍ਹਾਂ ਨੇ ਇਮਾਨਦਾਰੀ ਦੇ ਨਾਲ ਉਸ ਬੰਦੇ ਦੀ ਪਾਈ ਜਿਹੜੀ ਆ ਉਹ ਲੋੜਵੰਦਾਂ ਤੱਕ ਪਹੁੰਚਾਉਣੀ। ਪਹੁੰਚਦੀ ਹੈ ਕਿ ਨਹੀਂ ਪਹੁੰਚਦੀ ਇਹਦੇ ਬਾਰੇ ਆਪਾਂ ਨੂੰ ਪਤਾ ਕੋਈ। ਸੰਧਾਲੀਆ ਸਾਹਿਬ ਹੁਣ ਤੁਸੀਂ ਦੱਸੋ, ਦਿੱਲੀ ਦੇ ਵਿੱਚ ਬੰਦੀ ਸਿੰਘਾਂ ਦੇ ਲਈ ਗੱਲ ਚੱਲੀ, ਉੱਧਰ ਨੂੰ ਤੁਰਨਾ ਹੈ ਜਾਂ ਫਿਰ ਭਕਨਾ ਪਿੰਡ ਵਾਲੇ ਪਾਸੇ ਨੂੰ ਤੁਰਨਾ, ਚੁਆਇਸ ਤੁਹਾਡੀ, ਗੱਲਾਂ ਆਪਣੀਆਂ ਸਾਂਝੀਆਂ। ਨਹੀਂ ਗੱਲਾਂ ਤਾਂ ਦੇਖੋ ਸਾਰੀਆਂ ਹੀ ਕਰਨੀਆਂ। ਮੈਨੂੰ ਇਹ ਵੀ ਜੇ ਤੁਸੀਂ ਗੱਲ ਛੇੜੀ ਆ ਤੇ ਉਹਨਾਂ ਦੀ ਗੱਲ ਵੀ ਕਰ ਲਈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਵਾਹਵਾ ਦੇਰ ਤੋਂ ਇਹ ਮੁੱਦਾ ਚੁੱਕਿਆ ਤੇ ਉਹ ਕਹਿੰਦੇ ਵੀ ਇਲੈਕਸ਼ਨ ਸਾਡੇ ਲਈ ਕੋਈ ਮਾਇਨੇ ਨਹੀਂ ਰੱਖਦੀ। ਇਸੇ ਕਰਕੇ ਉਹਨਾਂ ਨੇ ਰਾਜੋਆਣਾ ਹੋਰਾਂ ਦੇ ਭੈਣ ਜੀ ਨੂੰ ਉਦੋਂ ਕੈਂਡੀਡੇਟ ਬਣਾਇਆ ਸੀ ਵੀ ਅਸੀਂ ਪਿੱਛੇ ਆ ਵੀ ਇਹ ਮੁੱਦਾ ਪਹਿਲਾਂ। ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਜਿੱਤ ਗਏ ਉੱਥੋਂ, ਚਲੋ ਉਹਦੇ ਤੋਂ ਬਾਅਦ ਵੀ ਅਕਾਲੀ ਦਲ ਨੇ ਮੁੱਦਾ ਨਹੀਂ ਛੱਡਿਆ, ਪਹਿਲਾਂ ਵੀ ਪ੍ਰਦਰਸ਼ਨ ਕੀਤਾ, ਹੁਣ ਵੀ ਜਾ ਕੇ ਪ੍ਰਦਰਸ਼ਨ ਕੀਤਾ। ਐਂਡ ਸਭ ਤੋਂ ਵੱਡੀ ਗੱਲ ਇਹ ਵੀ ਜਿਹੜਾ ਜੰਤਰ ਮੰਤਰ ਤੇ ਪ੍ਰਦਰਸ਼ਨ, ਉਹਦੇ ਚਲੋ ਵਰਕਰ ਵੀ ਸੀ ਨਾਲ, ਸਾਰਾ ਇਕੱਠ ਸੀਗਾ ਉੱਥੇ, ਤੇ ਉਹਨਾਂ ਨੇ ਪ੍ਰਦਰਸ਼ਨ ਕੀਤਾ ਹੀ ਕੀਤਾ। ਬਹੁਤੀ ਜਿਹੜੀ ਚਰਚਾ ਉਸ ਖਬਰ ਦੀ ਨਹੀਂ ਹੋਈ, ਪਰ ਉੱਥੇ ਵੀ ਦੇਖੋ ਕੀਤਾ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਐਂਡ ਹਰਸਿਮਰਤ ਬਾਦਲ ਸੰਸਦ ਦੇ ਬਾਹਰ ਤਖਤੀਆਂ ਲੈ ਕੇ ਖਲੋਤੇ ਵੀ ਬੰਦੀ ਸਿੰਘਾਂ ਦੀ ਰਿਹਾਈ ਕਰਨੀ ਚਾਹੀਦੀ। ਦੇਖੋ ਸੰਧਾਲੀਆ ਸਾਹਿਬ, ਸ਼੍ਰੋਮਣੀ ਅਕਾਲੀ ਦਲ ਸੰਕਟ 'ਚ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਇਸ ਗੱਲ ਆਪਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਨੇ, ਤੁਸੀਂ ਨਹੀਂ, ਮੈਂ ਦੱਸਣ ਲੱਗਿਆ ਸੀ, ਉਧਰ ਨੂੰ ਚੱਲਿਆ ਮੈਂ। ਅੱਛਾ ਵੀ ਇਹਨੂੰ ਅਕਾਲੀ ਦਲ ਦੀ ਲੀਡਰਸ਼ਿਪ ਵੀ ਮੰਨਦੀ ਹੈ, ਵਰਕਰ ਵੀ ਮੰਨਦੇ ਆ, ਤੇ ਪ੍ਰਧਾਨ ਸਾਹਿਬ ਵੀ ਮੰਨਦੇ ਹੋਣਗੇ ਕਿ ਹੈ ਤਾਂ ਸੰਕਟ, ਕਿਉਂਕਿ ਸੰਗਰੂਰ ਦੀ ਜ਼ਿਮਨੀ ਚੋਣ ਦਾ ਜੋ ਨਤੀਜਾ ਆਇਆ ਉਹਦੇ ਤੋਂ ਬਾਅਦ ਇਹ ਵਾਲੀ ਸਾਹਿਬ ਨੇ ਜਿਹੜਾ ਕਦਮ ਚੁੱਕਿਆ, ਅਜੇ ਤੱਕ ਵੀ ਉਹ ਜਿੱਥੇ ਬਿਆਨ ਦਿੰਦੇ ਆ ਰਹਿੰਦੀ ਹੁੰਦੀ ਕਸਰ ਗੁਰਪ੍ਰਤਾਪ ਸਿੰਘ ਬਡਾਲਾ ਸਾਹਿਬ ਨੇ ਵੀ ਪੂਰੀ ਕੀਤੀ ਹੈ। ਹੁਣ ਉਸ ਮੁੱਦੇ ਦੇ ਉੱਤੇ ਕਿ ਜਦੋਂ ਪਾਰਟੀ ਸੰਕਟ 'ਚ ਹੋਵੇ, ਕਿਉਂਕਿ ਜਦੋਂ ਨਾ ਵੀਰ ਸੁਖਵੀਰ ਗੀਤ ਚੱਲਦਾ ਸੀ ਉਦੋਂ ਸਾਰੇ ਜਣੇ ਨਾਲ ਸੀ, ਉਦੋਂ ਲੱਗਦਾ ਸੀ ਕਿ ਭਾਈ
ਪਤਾ ਨਹੀਂ ਕਿੰਨੀ ਕੁ ਪ੍ਰਾਪਤੀ ਹੋ ਜਾਣੀ ਹੈ। ਲੀਡਰ ਉਹ ਜਿਹੜਾ ਸੰਕਟ ਦੇ ਵਿੱਚੋਂ ਪਾਰਟੀ ਨੂੰ ਕੱਢੇ, ਜਿਹੜਾ ਸੰਕਟ ਦੇ ਵਿੱਚੋਂ ਸੂਬੇ ਨੂੰ ਕੱਢੇ। ਘਰ ਦਾ ਮੁਖੀਆ ਉਹ ਜਿਹੜਾ ਸੰਕਟ ਦੇ ਵਿੱਚੋਂ ਘਰ ਨੂੰ ਜਿਹੜਾ ਉਹ ਬਾਹਰ ਉਭਾਰ ਕੇ ਲੈ ਕੇ ਆਵੇ। ਨਹੀਂ ਤਾਂ ਪੈਸੇ ਟੱਕੇ ਤੁਹਾਡੇ ਕੋਲੇ ਹੁਣ ਵਿਆਹ ਦਾ ਪ੍ਰਬੰਧ ਕਰਨਾ ਕਿੰਨਾ ਕੁ ਔਖਾ, ਜਦੋਂ ਕਰਜ਼ਾ ਚੱਕਣਾ ਹੋਵੇ, ਪੈਸੇ ਘੱਟ ਹੋਣ, ਖਰਚ ਵੱਧ ਹੋਣ, ਉਸ ਲਈ ਮੈਨੇਜ ਕਰਨਾ ਔਖਾ ਹੁੰਦਾ। ਤੇ ਅਸਲ ਪਹਿਚਾਣ ਉਦੋਂ ਹੁੰਦੀ ਹੈ। ਹੁਣ ਜਦੋਂ ਉਹ ਪੱਤਾ ਬੰਦੀ ਸਿੰਘਾਂ ਦੀ ਰਿਹਾਈ ਦਾ ਸੰਗਰੂਰ ਦੀ ਜ਼ਿਮਨੀ ਚੋਣ ਦੇ ਵਿੱਚ ਮੁੱਦਾ ਪੈ ਗਿਆ ਅਕਾਲੀ ਦਲ ਦੇ ਪੱਖ ਤੋਂ, ਇਹਦੇ ਬਾਵਜੂਦ ਵੀ ਉਸ ਮੁੱਦੇ ਤੇ ਲਗਾਤਾਰ ਉਹ ਕਾਇਮ ਨੇ, ਚੰਗੀ ਗੱਲ ਹੈ। 3 ਜਗ੍ਹਾ ਦੇ ਉੱਤੇ ਕੱਲ ਸਰਗਰਮੀ ਹੋਈ। ਜੰਤਰ ਮੰਤਰ ਦੇ ਵਿੱਚ ਤਾਂ ਸਾਂਝੀ ਸਰਗਰਮੀ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਹੁਕਮਾਂ ਦੇ ਨਾਲ। ਇੱਕ ਪਾਰਲੀਮੈਂਟ ਦੇ ਬਾਹਰ ਜਦ ਤੁਸੀਂ ਜ਼ਿਕਰ ਕੀਤਾ, ਇੱਕ ਅੰਦਰ ਹੈ, ਕਿਉਂਕਿ ਅਕਾਲੀ ਦਲ ਦੇ ਲੈ ਦੇ ਕੇ ਹੁਣ ਕੁੱਲ ਮਿਲਾ ਕੇ 2 ਹੀ ਮੈਂਬਰ ਪਾਰਲੀਮੈਂਟ ਨੇ, ਸੁਖਬੀਰ ਸਿੰਘ ਬਾਦਲ ਸਾਹਿਬ ਤੇ ਬੀਬੀ ਬਾਦਲ ਜੀ। ਹੁਣ ਦੋਨੋਂ ਪਹਿਲਾਂ ਪਾਰਲੀਮੈਂਟ ਦੇ ਬਾਹਰ ਖੜ ਗਿਆ, ਧੁੱਪ ਬੜੀ, ਤਖਤੀਆਂ ਫੜੀਆਂ ਕਿ ਮਨੁੱਖੀ ਅਧਿਕਾਰਾਂ ਦਾ ਵਾਸਤਾ ਪਾ ਕੇ ਕਿਹਾ ਕਿ ਬੰਦੀ ਸਿੰਘ ਛੱਡੋ। ਉਹਨਾਂ ਦੀਆਂ ਫੋਟੋਆਂ ਵਾਲੀ ਤਖਤੀ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਫੜੀ। ਪਰ ਉੱਥੇ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਦੇਖਣ ਵਾਲੀ ਸੀ ਕਿ 2-2.5 ਸਾਲ ਪਹਿਲਾਂ ਉਹੀ ਸਰਕਾਰ ਸੀ, ਉਹੀ ਬੰਦੇ ਸੀ, ਤਾਂ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਬੀਬੀ ਬਾਦਲ ਉਧਰਲੇ ਪਾਸੇ ਖਲੋਂਦੇ ਹੁੰਦੇ ਸੀ। ਉਦੋਂ ਫੈਸਲੇ ਕਰਾਉਣੇ ਸੌਖੇ ਸੀ। ਜੇ ਉਦੋਂ ਪਤਾ ਹੁੰਦਾ ਕਿ ਇਦਾਂ ਦੇ ਹਾਲਾਤ ਹੋ ਜਾਣੇ ਆ ਤਾਂ ਫਿਰ ਕਰਾ ਲੈਂਦੇ ਫੈਸਲੇ। ਤੁਸੀਂ ਦੇਖੋ ਕਿ ਉਹ ਤਖਤੀਆਂ ਫੜ ਕੇ ਖੜੇ ਆ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਦੀ ਲੰਘਦੇ ਆ, ਵੀਡੀਓ ਆ ਸਾਰੇ ਪਾਸੇ, ਤੇ ਉਹਨਾਂ ਨੂੰ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਬੀਬੀ ਬਾਦਲ ਕਹਿੰਦੇ ਜੀ ਪ੍ਰਧਾਨ ਮੰਤਰੀ ਸਾਹਿਬ ਨੇ ਵਾਅਦਾ ਕੀਤਾ ਸੀ, ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਐਲਾਨ ਕੀਤਾ ਸੀ ਕਿ ਬੰਦੀ ਸਿੰਘ ਛੱਡਾਂਗੇ। ਅਜੇ ਇਹ ਕਹਿਣਾ ਹੀ ਸੀਗਾ ਕਿ ਉਹ ਵਾਅਦਾ ਪੂਰਾ ਕਰਾ ਦਿਓ। ਕਹਿੰਦੇ ਹਾਂ ਕਹਿ ਕੇ ਅੱਗੇ ਲੰਘ ਗਏ। ਜਾਣੀ ਉਹ ਰੁਕੇ ਵੀ ਨਹੀਂ, ਉਹਨਾਂ ਨੇ 10 ਸਕਿੰਟ ਵੀ ਰੁਕ ਕੇ ਗੱਲ ਨਹੀਂ ਸੁਣੀ। ਤੇ ਸੰਧਾਲੀਆ ਸਾਹਿਬ ਕੋਈ ਸਮਾਂ ਹੁੰਦਾ ਸੀ ਜਦੋਂ ਅਮਿਤ ਸ਼ਾਹ ਸਾਹਿਬ ਉਸ ਕੈਬਨਿਟ ਦੇ ਵਿੱਚ ਬੈਠਦੇ ਸੀ ਜਿੱਥੇ ਬੀਬੀ ਬਾਦਲ ਵੀ ਬਰਾਬਰ ਦੀ ਕੁਰਸੀ ਢਾ ਕੇ ਬੈਠਦੇ ਸੀ, ਕੈਬਨਿਟ ਮੰਤਰੀ ਉਹ ਤੇ ਕੈਬਨਿਟ ਮੰਤਰੀ ਇਹ। ਫਿਰ ਰਾਜਨਾਥ ਸਿੰਘ ਹੋਰੀ ਲੰਘੇ, ਉਹ 7-8 ਸਕਿੰਟ ਰੁਕੇ, ਉਹਨਾਂ ਨੇ ਗੱਲ ਸੁਣੀ, ਹਾਂ ਨਾ ਉਹਨਾਂ ਨੇ ਵੀ ਨਹੀਂ ਕੀਤੀ, ਉਹ ਵੀ ਅੱਗੇ ਚਲੇ ਗਏ। ਜਾਣੀ ਕਿ ਕੋਸ਼ਿਸ਼ ਆਪਣੇ ਵੱਲੋਂ ਪੂਰੀ ਕੀਤੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਦੇਖੋ ਗੱਲ ਇਹ ਆ ਵੀ ਕੋਸ਼ਿਸ਼ ਕੀਤੀ ਉਹਨਾਂ ਨੇ, ਪਰ ਜਿਹੜੀ ਗੱਲ ਤੁਸੀਂ ਉਦੋਂ ਪਹਿਲਾਂ ਕਹਿਤੀ ਨਾ ਜੀ ਵੀ ਪਹਿਲਾਂ ਉਹ ਵਿੱਚ ਸੀਗੇ, ਹੋ ਸਕਦਾ ਵੀ ਉਹ ਵੀ ਇਹੀ ਗੱਲ ਸੋਚਦੇ ਹੋਣ ਵੀ ਯਾਰ ਪਹਿਲਾਂ ਤਾਂ ਆਪਾਂ ਇਕੱਠੇ ਸੀਗੇ ਜੀ, ਤੇ ਵੀ ਹੁਣ ਅਚਾਨਕ ਕੀ ਹੋ ਗਿਆ ਜੀ। ਹੁਣ ਇਹਦਾ ਪ੍ਰਭਾਵ ਕਿਹੋ ਜਿਹਾ ਕਬੂਲਦੇ ਆ, ਕਿਹੋ ਜਿਹਾ ਨਹੀਂ ਕਬੂਲਦੇ, ਇਹ ਤੇ ਵੇਖਣਾ ਪੰਜਾਬ ਦੇ ਵੋਟਰਾਂ ਨੇ। ਹੋ ਸਕਦਾ ਵੀ ਇਸ ਚੀਜ਼ ਨੂੰ ਕੋਈ ਆਖੇ ਵੀ ਯਾਰ ਇਹ ਵੋਟਾਂ ਦਾ ਮੁੱਦਾ ਨਹੀਂ ਹੈ, ਪਰ ਸਿਆਸਤ ਦੇ ਵਿੱਚ ਵੋਟਾਂ ਤੋਂ ਬਿਨਾਂ ਦੇ ਕੁਝ ਚੱਲਦਾ ਹੈ ਨਹੀਂ। ਹੁਣ ਇਹਦਾ ਇੰਪੈਕਟ ਕਿਹੋ ਜਿਹਾ ਪੈਂਦਾ ਇਹ ਤੇ ਦੱਸੂਗਾ ਟਾਈਮ। ਪਰ ਦੂਜੀ ਗੱਲ ਇੱਕ ਆਪਾਂ ਇੱਥੇ ਵੀ ਦੱਸ ਦਈਏ ਵੀ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਦੇ ਉੱਪਰ ਸਰਦਾਰ ਸਿਮਰਜੀਤ ਸਿੰਘ ਮਾਨ ਉਹਨਾਂ ਨੇ ਚੋਣ ਲੜੀ ਜੀ, ਉਹ ਅੰਦਰ ਨੇ। ਉਹ ਦੇਖੋ ਹੁਣ ਕਿਹੋ ਜਿਹਾ ਸਟੈਂਡ ਲੈਂਦੇ ਆ, ਕਿਉਂਕਿ ਕਾਰਨ ਹੈ ਵੀ ਮੁੱਦਾ ਇੱਕ ਹੈ ਜੀ, ਧਿਰਾਂ 2 ਬਣ ਗਈਆਂ, ਉਹਨਾਂ 2 ਧਿਰਾਂ ਵੱਲੋਂ ਉੱਥੇ ਜਾ ਕੇ ਕਿਹੋ ਜਿਹਾ ਸਟੈਂਡ ਲਿਆ ਜਾਂਦਾ ਹੁਣ ਉੱਤੇ ਡਿਪੈਂਡ ਕਰੂਗਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵਾਲਾ ਮੁੱਦਾ ਕਿਹੜਾ ਮੋੜ ਕੱਟਦਾ। ਪਰ ਇਹਦੇ 'ਚ ਇੱਕ ਮੋੜ ਕੱਟਿਆ ਗਿਆ ਜੀ, ਉਹ ਮੋੜ ਕੱਟਿਆ ਗਿਆ ਅਦਾਲਤ ਵਿੱਚ ਪੰਜਾਬ ਸਰਕਾਰ ਵਾਲੇ ਪਾਸਿਓਂ। ਪੁੱਛਿਆ ਤਾਂ ਇਹੀ ਸੀ ਨੇ ਵੀ ਮਹਾਰਾਜ ਤੁਸੀਂ ਕਿਉਂ ਨਹੀਂ ਛੱਡਦੇ ਜੀ ਬੰਦੇ, ਕੀ ਰੌਲਾ ਕੀ ਹੈ। ਉਹ ਕਹਿੰਦੇ ਦੇਖੋ ਜੀ ਅਸੀਂ ਆਪਣੇ ਵੱਲੋਂ ਚਿੱਠੀ ਪੱਤਰ ਪਾਇਆ ਜੀ, ਤੇ ਸਾਡੇ ਵੱਲੋਂ ਚਿੱਠੀ ਪੱਤਰ ਜਿਹੜਾ ਉਹ ਦਿੱਲੀ ਸਰਕਾਰ ਨੂੰ ਵੀ ਗਿਆ, ਕਿਉਂਕਿ ਜਿਹੜਾ ਮੁੱਦਾ ਉਹ ਦਿੱਲੀ ਸਰਕਾਰ ਦਾ ਜਿਹੜਾ ਸੈਂਟੈਂਸ ਰਿਵਿਊ ਬੋਰਡ ਆ ਜਿਹਨੇ ਦੇਖਣਾ ਹੁੰਦਾ ਵੀ ਹਾਂਜੀ ਕਿਹਦੀ ਸਜ਼ਾ ਕਿੰਨੀ ਹੋਊਗੀ, ਕਿਹਨੂੰ ਸਜ਼ਾ ਮਾਫੀ ਮਿਲਣੀ ਚਾਹੀਦੀ, ਕਿਹਨੂੰ ਛੱਡਿਆ ਜਾਵੇ, ਉਹਦੇ ਕੋਲ ਇਹ ਮੁੱਦਾ ਜਿਹੜਾ ਉਹ ਪੈਂਡਿੰਗ ਪਿਆ, ਜਿਹਦੇ ਵਿੱਚ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਦੇ ਕੇਸ 'ਚ ਜ਼ਿਕਰ ਕੀਤਾ ਉਹਨਾਂ ਨੇ। ਸੰਧਾਲੀਆ ਸਾਹਿਬ ਤੁਸੀਂ ਦੇਖੋ ਇਹ ਚਰਚਾ ਬਹੁਤ ਵਾਰੀ ਚੱਲੀ ਭੁੱਲਰ ਸਾਹਿਬ ਦੀ ਰਿਹਾਈ ਜਿਹੜੀ ਹੈ, ਕਿਉਂਕਿ ਪੈਰੋਲ ਦੇ ਉੱਤੇ ਕਈ ਵਾਰ ਉਹ ਆਏ, ਇਹ ਵੀ ਕਿਹਾ ਜਾਂਦਾ ਕਿ ਹੁਣ ਮਾਨਸਿਕ ਤੌਰ ਦੇ ਉੱਤੇ ਉਹ ਠੀਕ ਨਹੀਂ ਹੈਗੇ ਬਹੁਤੇ। ਪੰਜਾਬ ਦੀ ਮੰਗ ਹੈ, ਪੰਜਾਬ ਸਰਕਾਰ ਨੇ ਅਦਾਲਤ ਦੇ ਵਿੱਚ ਬਹੁਤ ਚੰਗਾ ਕੀਤਾ ਕਿ ਆਪਣੇ ਵੱਲੋਂ ਕਲੀਅਰ ਕਰਤਾ ਕਿ ਸਾਡੇ ਵੱਲੋਂ NOC ਨੋ ਆਬਜੈਕਸ਼ਨ ਆ ਸਾਡੇ ਵੱਲੋਂ, ਕਿ ਕੋਈ ਸਮੱਸਿਆ ਨਹੀਂ, ਅਸੀਂ ਚਾਹੁੰਦੇ ਹਾਂ ਕਿ ਭਾਈ ਤੁਸੀਂ ਛੱਡ ਦਿਓ, ਕਿਉਂਕਿ ਇਸ ਸੂਬੇ 'ਚ ਆ ਕੇ ਉਹਨਾਂ ਰਹਿਣਾ ਤੇ ਇਸ ਸਰਕਾਰ ਨੂੰ ਜੇ ਇਤਰਾਜ਼ ਨਹੀਂ। ਹੁਣ ਦਿੱਲੀ ਸਰਕਾਰ ਵਾਲੇ ਪਾਸੇ ਜਾਂਦੀ, ਦਿੱਲੀ ਸਰਕਾਰ ਕਹਿੰਦੀ ਜੀ ਉਹ ਜਿਹੜਾ ਸੈਂਟੈਂਸ ਰਿਵਿਊ ਬੋਰਡ ਹੈ, ਸਜ਼ਾ ਸਮੀਖਿਆ ਬੋਰਡ, ਕਿ ਸਜ਼ਾ ਦੇ ਉੱਤੇ ਸਮੀਖਿਆ ਕਰਨੀ ਹੈ ਕਿ ਸਜ਼ਾ ਘਟਾਈ ਜਾ ਸਕਦੀ ਹੈ, ਇਹਨੂੰ ਖਤਮ ਕਰਨਾ ਹੈ ਕਿ ਨਹੀਂ ਕਰਨਾ। ਹੁਣ ਦਿੱਲੀ ਸਰਕਾਰ ਕਹਿੰਦੀ ਕੇਜਰੀਵਾਲ ਸਾਹਿਬ ਦੀ ਅਗਵਾਈ ਕਿ ਅਸੀਂ ਤਿਆਰ ਬੈਠੇ ਹਾਂ। ਉਹ ਸੈਂਟੈਂਸ ਰਿਵਿਊ ਬੋਰਡ ਦੇ ਵਿੱਚੋਂ ਜੇ ਉਹ ਕਹਿ ਦੇਣ ਕਿ ਭਾਈ ਦਿੱਲੀ ਸਰਕਾਰ ਦੇ ਹੱਥ ਵਸ ਹੈ, ਅਸੀਂ ਤਾਂ ਉਸ ਵੇਲੇ ਘੁੱਗੀ ਮਾਰ ਕੇ ਹਾਂ ਕਰ ਦਈਏ ਕਿ ਭਾਈ ਛੱਡ ਦਿਓ, ਉੱਥੋਂ ਕਹਿੰਦੇ ਫਾਈਲ ਸਾਡੇ ਕੋਲ ਆਉਂਦੀ ਨਹੀਂ। ਹੁਣ ਸਭ ਤੋਂ ਵੱਡਾ ਸਵਾਲ ਇਹ ਕਿ ਕਹਿਣ ਨੂੰ ਤਾਂ ਕੋਈ ਬੰਦਾ ਕਹਿ ਸਕਦਾ ਕਿ ਉਹ ਜਿਹੜਾ SRB ਸੈਂਟੈਂਸ ਰਿਵਿਊ ਬੋਰਡ ਜਿਹੜਾ ਕਿ ਉਹ ਤਾਂ ਭਾਈ ਦਿੱਲੀ ਦੇ ਵਿੱਚ ਹੈ, ਪਰ ਉਹ 'ਚ ਨੁਮਾਇੰਦੇ ਬਹੁਤ ਸਾਰਿਆਂ ਦੇ ਆ, ਦਿੱਲੀ ਸਰਕਾਰ ਦੇ ਵੀ ਨੁਮਾਇੰਦੇ ਆ, ਬਾਕੀਆਂ ਦੇ ਵੀ ਨੁਮਾਇੰਦੇ ਆ। ਉੱਥੇ ਫਾਈਲ ਕਿੰਨੀ ਦੇਰ ਅਟਕੀ ਰਹੂਗੀ, ਕਿੰਨੀ ਦੇਰ ਨਹੀਂ ਅਟਕੀ ਰਹੂਗੀ, ਇਹ ਬਹੁਤ ਵੱਡਾ ਸਵਾਲ ਹੈ। ਦਿੱਲੀ ਸਰਕਾਰ ਦੇ ਨੁਮਾਇੰਦੇ ਉੱਥੇ ਕੀ ਸਟੈਂਡ ਲੈਂਦੇ ਆ, ਕੇਂਦਰ ਸਰਕਾਰ ਦੇ ਨੁਮਾਇੰਦੇ ਉੱਥੇ ਕੀ ਸਟੈਂਡ ਲੈਂਦੇ ਆ। ਮੈਨੂੰ ਲੱਗਦਾ ਕਿ ਉਹ ਵੀ ਚੀਜ਼ਾਂ ਖੁੱਲ੍ਹ ਕੇ ਬਾਹਰ ਆ ਜਾਣੀਆਂ ਚਾਹੀਦੀਆਂ ਤਾਂ ਜੋ ਪਤਾ ਲੱਗੇ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਦੀ ਰਿਹਾਈ ਅਜੇ ਤੱਕ ਹੋ ਕਿਉਂ ਨਹੀਂ ਸਕੀ। ਇਹ ਗੱਲ ਠੀਕ ਹੈ। ਦੇਖੋ ਹੁਣ ਮਤਲਬ ਮਸਲਾ ਤੇ ਕੁੱਲ ਮਿਲਾ ਕੇ 2 ਧਿਰਾਂ ਦੇ ਵਿੱਚ ਹੀ ਹੈ ਨਾ।
ਕਿਉਂਕਿ ਜੇ ਦਿੱਲੀ ਸਰਕਾਰ ਨੂੰ ਪੁੱਛਿਆ ਜਾਂਦਾ ਤੇ ਉਹ ਕਹਿੰਦੇ ਵੀ ਜਿਹੜੇ ਅਫਸਰ ਸਾਹਿਬਾਨ ਨੇ ਉਹ ਕੇਂਦਰ ਸਰਕਾਰ ਦੇ ਆ, ਤੇ ਉਹਨਾਂ ਅਫਸਰਾਂ ਦੀ ਬਹੁਤ ਸਹਿਮਤੀ ਜਿਹੜੀ ਹੋਊਗੀ ਜਦ ਤੱਕ ਨਹੀਂ ਹੁੰਦੀ ਕਿਸੇ ਵੀ ਮੁੱਦੇ ਦੇ ਉੱਪਰ, ਉਨੀ ਦੇਰ ਤੱਕ ਗੱਲ ਬਣਨੀ ਨਹੀਂ। ਇੱਧਰੋਂ ਜਦੋਂ ਆਪਾਂ ਵਿੱਚ ਜੀ ਆਵਾਜ਼ ਸੁਣਦੇ ਹਾਂ ਤੇ ਉਹ ਇਸ ਚੀਜ਼ ਦੇ ਉੱਪਰ ਜ਼ਿਕਰ ਕੀਤਾ ਜਾਂਦਾ ਵੀ ਕੇਜਰੀਵਾਲ ਨਹੀਂ ਛੱਡ ਰਿਹਾ ਜੀ, ਕੇਜਰੀਵਾਲ ਦੇ ਕਿਉਂਕਿ ਜੇਲ੍ਹਾਂ ਵਾਲੇ ਪ੍ਰਬੰਧ ਦੇ ਹਿਸਾਬ ਨਾਲ ਜਦੋਂ ਦੇਖਿਆ ਜਾਂਦਾ ਫਿਰ ਕੇਜਰੀਵਾਲ ਸਾਹਿਬ ਦਾ ਨਾਂ ਲੱਗਦਾ। ਹੁਣ ਪੰਜਾਬ ਸਰਕਾਰ ਨੇ ਇੱਕ ਗੱਲ ਤੇ ਕਰਕੇ ਆਪਣੇ ਵੱਲੋਂ ਪੱਲਾ ਝਾੜ ਲਿਆ ਵੀ ਮਹਾਰਾਜ ਸਾਨੂੰ ਇਤਰਾਜ਼ ਕੋਈ ਨਹੀਂ। ਇਹਦਾ ਮਤਲਬ ਜੇ ਇਤਰਾਜ਼ ਕੋਈ ਨਹੀਂ ਗਾ, ਪਾਰਟੀ ਵੱਲੋਂ ਵੀ ਕੋਈ ਇਤਰਾਜ਼ ਨਹੀਂ ਗਾ, ਤੇ ਪਾਰਟੀ ਦਿੱਲੀ 'ਚ ਵੀ ਉਹਨਾਂ ਦੀ ਹੈ। ਸੋ ਮੋਟਾ ਜਿਹਾ ਦੇਖਿਆ ਜਾਵੇ ਤੇ ਜੇ ਸੈਂਟੈਂਸ ਰਿਵਿਊ ਬੋਰਡ ਦੀ ਹੁਣ ਅਗਲੀ ਮੀਟਿੰਗ ਹੁੰਦੀ ਹੈ ਤਾਂ ਉਹਦੇ 'ਚ ਇਹ ਆਸ ਕੀਤੀ ਜਾ ਸਕਦੀ ਵੀ ਹੋ ਸਕਦਾ ਆਮ ਆਦਮੀ ਪਾਰਟੀ ਜਾਂ ਦਿੱਲੀ ਸਰਕਾਰ ਦੇ ਜਿਹੜੇ ਵੀ ਬੰਦੇ ਨੇ ਜਾਂ ਅਫਸਰ ਨੇ ਉਹ ਸ਼ਾਇਦ ਇਸ ਚੀਜ਼ ਦੇ ਹੱਕ 'ਚ ਹੋਣ ਵੀ ਹਾਂਜੀ ਛੱਡ ਦੇਣਾ ਚਾਹੀਦਾ। ਹੁਣ ਉੱਥੇ ਵੇਚਾ ਪਊਗਾ ਵੀ ਕੇਂਦਰ ਸਰਕਾਰ ਦੇ ਉੱਪਰ ਕਿੰਨਾ ਕੁ ਅਸਰ ਹੁੰਦਾ, ਕਿੰਨਾ ਕੁ ਨਹੀਂ ਹੁੰਦਾ, ਕਿਉਂਕਿ ਪ੍ਰਦਰਸ਼ਨ ਤਾਂ ਜਿਹੜਾ ਤੁਸੀਂ ਹੁਣੇ ਦੱਸ ਹੀ ਹਟੇ ਹੋ ਵੀ ਉਹਦਾ ਕਿੰਨਾ ਕੁ ਅਸਰ ਕਬੂਲਿਆ ਉਹਨਾਂ ਨੇ। ਬਿਲਕੁਲ ਸੰਧਾਲੀਆ ਸਾਹਿਬ, ਸਰਕਾਰ ਦੇ ਉੱਤੇ ਕੋਈ ਬਹੁਤਾ ਅਸਰ ਜਾਪਦਾ ਨਹੀਂ, ਪਰ ਜਿਹੜੀ ਜੰਤਰ ਮੰਤਰ ਦੇ ਉੱਤੇ ਸਰਗਰਮੀ ਹੋਈ ਹੈ, ਕਿਉਂਕਿ ਉੱਥੇ ਇਕੱਲਾ ਸ਼੍ਰੋਮਣੀ ਅਕਾਲੀ ਦਲ ਨਹੀਂ ਸੀ, ਉੱਥੇ ਮਨਜੀਤ ਸਿੰਘ ਜੀਕੇ ਹੋਰੀ ਵੀ ਸੀ, ਉੱਥੇ ਪਰਮਜੀਤ ਸਿੰਘ ਸਰਨਾ ਹੋਰੀ ਵੀ ਸੀ, ਉੱਥੇ ਕਈ ਹੋਰ ਧਿਰਾਂ ਵੀ ਸੀ। ਤੇ ਉੱਥੇ ਜੀਕੇ ਸਾਹਿਬ ਨੇ ਸੰਬੋਧਨ ਕਰਦਿਆਂ ਕਿਹਾ, ਉਹ ਕਹਿੰਦੇ ਜੀ ਦੇਖੋ ਸਾਡੇ ਸਿਆਸੀ ਵਖਰੇਵੇਂ 20 ਵਾਰੀ ਹੋਣਗੇ, ਅਸੀਂ ਹੁਣੇ ਚੋਣ ਲੜੀ ਹੈ, ਇੱਕ ਦੂਜੇ ਦੇ ਖਿਲਾਫ ਲੜੀ ਹੈ। ਇਹਦੀ ਸਰਨਾ ਸਾਹਿਬ ਨੇ ਕਿਹਾ ਪ੍ਰਬੰਧੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਦੇ ਉੱਤੇ ਕਹਿੰਦੇ ਅਸੀਂ ਇੱਕ ਇਹ ਪੰਥ ਦਾ ਮਸਲਾ, ਜਥੇਦਾਰ ਸਾਹਿਬ ਦਾ ਹੁਕਮ ਹੈ, ਅਸੀਂ ਸਾਂਝੇ ਤੌਰ ਦੇ ਉੱਤੇ ਇਸ ਮੁੱਦੇ ਤੇ ਲੜਾਈ ਲੜਨੀ ਹੈ, ਜਦੋਂ ਇਲੈਕਸ਼ਨ ਦੀ ਲੜਾਈ ਹੋਊਗੀ ਉਦੋਂ ਅਸੀਂ ਵੇਖਾਂਗੇ ਕਰਨਾ ਕੀ ਹੈ। ਪਰ ਜਿਹੜੀ ਗੱਲ ਦੇਖਣ ਵਾਲੀ ਹੈ ਕਿ ਬੰਦੀ ਸਿੰਘਾਂ ਵਾਲੇ ਗੀਤ ਜਿਹੜਾ ਕੰਵਰ ਗਰੇਵਾਲ ਨੇ ਗਾਇਆ ਉਹਦੇ ਉੱਤੇ ਬੈਨ ਲੱਗਾ ਸੀ, ਤੇ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਇੱਕ ਦਿਨ ਪਹਿਲਾਂ ਵੀ ਵੀਡੀਓ ਰਿਲੀਜ਼ ਕੀਤਾ ਸੀ ਕਿ ਉਹ ਬੈਨ ਲੱਗੇ ਗੀਤ ਨੂੰ ਕਹਿੰਦੇ ਜੀ ਮੈਂ ਸੁਣ ਰਿਹਾ, ਵਿਰੋਧ ਪ੍ਰਗਟ ਕਰ ਰਿਹਾ। ਤੇ ਉੱਥੇ ਉਹਨਾਂ ਨੇ ਕਿਹਾ ਜੀ ਆਓ ਰਲ ਮਿਲ ਕੇ ਗੀਤ ਗਾਉਂਦੇ ਆ, ਤੇ ਫਿਰ ਮਾਈਕ ਦੇ ਵਿੱਚ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਉਹ ਗੀਤ ਵੀ ਗਾਇਆ, ਬਾਕੀ ਵਰਕਰਾਂ ਨੇ ਲੀਡਰਾਂ ਦੇ ਨਾਲ ਗਾਇਆ। ਹਾਂ ਨਹੀਂ ਇਹ ਤਾਂ ਗੱਲ ਹੈਗੀ, ਦੇਖੋ ਜੰਤਰ ਮੰਤਰ ਤੇ ਪੂਰੇ ਧਰਨੇ ਦੇ ਵਿੱਚ ਆ ਜਿਹੜੇ ਬੰਦੇ ਦਾ ਤੁਸੀਂ ਜ਼ਿਕਰ ਕੀਤਾ ਇਹਨਾਂ ਦੀ ਸ਼ਮੂਲੀਅਤ ਵੀ ਸੀਗੀ, ਪਰ ਬਹੁਤੀ ਵੀਡੀਓ ਜਿਹੜੀ ਵਾਇਰਲ ਹੈ ਉਹ ਉਹਨੇ ਇੱਕ ਟੋਟੇ ਦੀ ਹੈ ਜਿੱਥੇ ਗੀਤ ਗਾ ਰਹੇ ਬਾਦਲ ਸਾਹਿਬ। ਹੁਣ ਦੇਖੋ ਉਸ ਗੀਤ ਦਾ ਕਿੰਨਾ ਕੁ ਅਸਰ ਹੁੰਦਾ, ਕਿੰਨਾ ਕੁ ਨਹੀਂ ਹੁੰਦਾ, ਪਰ ਇੱਕ ਗੱਲ ਤਾਂ ਹੈਗੀ ਹੈ, ਆਪਾਂ ਅੱਗੇ ਵੀ ਜ਼ਿਕਰ ਕੀਤਾ ਸੀ ਵੀ ਜਦੋਂ ਇਹ ਮੁੱਦਾ ਚੱਲਿਆ ਸੀ ਉਦੋਂ ਅਜੇ ਸੰਗਰੂਰ ਵਾਲੀ ਇਲੈਕਸ਼ਨ ਹੋਣੀ ਸੀ, ਵੀ ਇਹ ਬਹੁਤ ਵਧੀਆ ਗੱਲ ਹੈ ਜਦੋਂ ਅਕਾਲ ਤਖਤ ਸਾਹਿਬ ਦੀ ਅਗਵਾਈ ਦੇ ਵਿੱਚ ਉੱਥੇ ਇਕੱਠ ਹੁੰਦਾ ਅੰਮ੍ਰਿਤਸਰ 'ਚ, ਤੇ ਆਪਾਂ ਦੇਖਦੇ ਸੀ ਵੀ ਵੱਖ-ਵੱਖ ਵਖਰੇਵੇਂ ਰੱਖਣ ਵਾਲੇ ਫਿਰ ਵੀ ਚਾਹੇ ਉਹ ਪੋਲੀਟੀਕਲ ਪਾਰਟੀਆਂ ਦੇ ਲੀਡਰ ਸੀਗੇ ਜਾਂ ਵੈਸੇ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਸੀਗੇ, ਵੀ ਉਹ ਇੱਕ ਜਗ੍ਹਾ ਬੈਠੇ ਤੇ ਸਹੀ। ਹੁਣ ਵੀ ਜੇ ਮੈਂ ਨਾ ਵੀ ਅੰਤਰ ਮੰਤਰ ਦੇ ਉੱਪਰ ਵਖਰੇਵੇਂ ਛੱਡ ਕੇ ਅਗਲੇ ਬੰਦੇ ਇੱਕ ਮੁੱਦੇ ਤੇ ਇਕੱਠੇ ਹੋਏ ਤੇ ਚੰਗੀ ਗੱਲ ਹੀ ਆ, ਹੋ ਸਕਦਾ ਆਉਣ ਵਾਲੇ ਦਿਨਾਂ 'ਚ ਫਿਰ ਇਕੱਠ ਹੋ ਸਕੇ। ਬਿਲਕੁਲ ਸੰਧਾਲੀਆ ਸਾਹਿਬ, ਤੇ ਉਧਰ ਮਨਪ੍ਰੀਤ ਸਿੰਘ ਯਾਲੀ ਕਿਉਂਕਿ ਇਸੇ ਪਾਰਟੀ ਦੇ ਨੁਮਾਇੰਦੇ ਨੇ ਵਿਧਾਨ ਸਭਾ 'ਚ ਵਿਰੋਧੀ ਲੀਡਰ ਨੇ ਅਕਾਲੀ ਦਲ ਦੇ, ਉਹਨਾਂ ਨੇ ਵੱਖ-ਵੱਖ ਥਾਵਾਂ ਦੇ ਉੱਤੇ ਮੀਡੀਆ ਨਾਲ ਗੱਲਾਂ ਕੀਤੀਆਂ, ਕਿਉਂਕਿ ਇੱਕ ਸੀਗਾ ਕਿ ਚਲੋ ਉਹਨੇ ਬਾਈਕਾਟ ਕਰਤਾ ਰਾਸ਼ਟਰਪਤੀ ਦੀ ਚੋਣ ਦਾ, ਸ਼ਾਇਦ ਮੁੜ ਕੇ ਸਾਰਾ ਕੁਝ ਠੀਕ ਹੋ ਜਾਊਗਾ। ਉਹਨਾਂ ਨੂੰ ਜਦੋਂ ਸਵਾਲ ਕੀਤੇ ਉਹ ਕਹਿੰਦੇ ਜੀ ਮੈਂ ਬੜੀ ਗੱਲ ਕਲੀਅਰ ਕਰਦਾ, ਜਦੋਂ ਉਹਨਾਂ ਨੂੰ ਪੁੱਛਿਆ ਜੀ ਆਈਟੀ ਵਿੰਗ ਹੁੰਦੇ ਆ ਸਿਆਸੀ ਪਾਰਟੀਆਂ ਦੇ, ਉਹ ਕਹਿੰਦੇ ਮੇਰਾ ਕੋਈ ਨਹੀਂ, ਨਾ ਹਲਕੇ ਦੇ ਵਿੱਚ ਉੱਪਰਲੇ ਪਾਸੇ ਪਾਰਟੀ ਦਾ ਕੋਈ ਹੈਗਾ, ਮੈਨੂੰ ਪਤਾ ਨਹੀਂ, ਮੈਂ ਯਕੀਨ ਨਹੀਂ ਰੱਖਦਾ। ਫਿਰ ਉਹਨਾਂ ਨੇ ਇੱਕ ਨਵੀਂ ਗੱਲ ਕਹੀ, ਕਹਿੰਦੇ ਜਦੋਂ ਪਾਰਟੀਆਂ ਦੇ ਕੋਲ ਤਾਕਤ ਆ ਜਾਂਦੀ ਹੈ ਨਾ, ਪਾਰਟੀਆਂ ਕਮਜ਼ੋਰ ਹੋ ਜਾਂਦੀਆਂ, ਜਦੋਂ ਸੱਤਾ ਆਉਂਦੀ ਹੈ, ਜਦੋਂ ਸਰਕਾਰ ਹੁੰਦੀ ਹੈ। ਸਾਡੇ ਨਾਲ ਵੀ ਕਹਿੰਦੇ ਇੱਦਾਂ ਹੀ ਹੋਇਆ ਕਿ ਜਿੰਨੀ ਦੇਰ ਤੱਕ ਅਕਾਲੀ ਦਲ ਵਿਰੋਧੀ ਧਿਰ 'ਚ ਰਿਹਾ ਅਕਾਲੀ ਦਲ ਮਜ਼ਬੂਤ, ਜਦੋਂ ਅਕਾਲੀ ਦਲ ਦੀ ਸਰਕਾਰ ਬਣ ਗਈ ਅਕਾਲੀ ਦਲ ਕਮਜ਼ੋਰ। ਤੁਹਾਨੂੰ ਯਾਦ ਹੋਣਾ ਜਦੋਂ ਲਗਾਤਾਰ 2 ਵਾਰ ਅਕਾਲੀ ਦਲ ਦੀ ਸਰਕਾਰ ਬਣੀ ਹੈ ਤੇ ਉਦੋਂ ਚਰਚਾ ਚੱਲਦੀ ਸੀ ਕਿ ਕੁਝ ਇੱਕ ਲੋਕ ਮੰਤਰੀਆਂ ਦੇ ਨੇੜੇ ਹੋ ਗਏ, ਆਮ ਵਰਕਰ ਜਿਹੜਾ ਉਹ ਥੱਲੇ ਧੱਕੇ ਖਾਂਦਾ ਫਿਰਦਾ, ਆਮ ਵਰਕਰ ਦੀ ਇੱਕ ਸੁਧ ਨਹੀਂ ਲਈ ਗਈ। ਜਾਂ ਇੱਕ ਪ੍ਰਚਲਨ ਇਹ ਵੀ ਸਿਆਸੀ ਪਾਰਟੀਆਂ ਕਿ 4 ਸਾਲ ਪੁੱਛੋ ਨਾ, ਆਖਰੀ ਸਾਲ ਜਾ ਕੇ ਪੁੱਛਗਿੱਛ ਕਰੋ ਕਿ ਵੋਟਾਂ ਹੀ ਕਿਹੜੀਆਂ ਲੈ ਲੈਣੀਆਂ। ਇਹ ਆਲੀ ਸਾਹਿਬ ਨੇ ਬਾਰ-ਬਾਰ ਇਹ ਵੀ ਕਹਿੰਦੇ ਲੋਕ ਸਿਆਣੇ ਹੋ ਗਏ, ਲੋਕ ਹੁਣ ਬਹੁਤ ਸਿਆਣੇ ਹੋ ਗਏ, ਲੀਡਰਸ਼ਿਪ ਨੂੰ ਸਿਆਣੇ ਹੋਣਾ ਪਊਗਾ। ਅੱਗੇ ਹੁੰਦਾ ਸੀ ਨਾ ਲੀਡਰ ਜਿੱਧਰ ਨੂੰ ਕਹਿੰਦੇ ਲੋਕਾਂ ਨੂੰ ਲਾ ਲੈਂਦੇ ਆ, ਇਸ ਕਰਕੇ ਬਹੁਤ ਚੰਗੇ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇਖੇ, ਕਿਉਂਕਿ ਤੁਹਾਨੂੰ 2 ਦਿਨ ਹੋ ਗਏ ਲਗਾਤਾਰ ਇਹ ਗੱਲ ਕਰਦਿਆਂ ਨੂੰ ਕਿ ਪੰਜਾਬ ਨੂੰ ਖੇਤਰੀ ਪਾਰਟੀ ਦੀ ਲੋੜ ਆ। ਇਹ ਗੱਲ ਮਨਪ੍ਰੀਤ ਸਿੰਘ ਯਾਲੀ ਹੋਰਾਂ ਨੇ ਵੀ ਕਹੀ, ਉਹ ਕਹਿੰਦੇ ਅਕਾਲੀ ਦਲ ਮਜ਼ਬੂਤ ਹੋਣਾ ਜ਼ਰੂਰੀ ਹੈ, ਸਰਕਾਰ ਬਣੇ ਨਾ ਬਣੇ, ਪੰਜਾਬ ਲਈ ਜ਼ਰੂਰੀ ਹੈ ਕਿ ਅਕਾਲੀ ਦਲ ਮਜ਼ਬੂਤ ਰਹੇ, ਪੰਜਾਬ ਦੇ ਮੁੱਦਿਆਂ ਦੇ ਉੱਤੇ ਟਿਕਿਆ ਰਹੇ। ਸਾਡੇ ਲੀਡਰ ਕਹਿੰਦੇ ਕਈ ਵਾਰੀ ਸੱਤਾ ਜਦੋਂ ਪ੍ਰਾਪਤ ਕਰ ਲੈਂਦੇ ਉਦੋਂ ਚੇਤਾ ਹੀ ਭੁਲਾ ਦਿੰਦੇ ਲੋਕਾਂ ਦੇ ਮਸਲੇ ਕੀ ਆ, ਤੇ ਉਹਦਾ ਨੁਕਸਾਨ ਫਿਰ ਜਿਹੜਾ ਪੰਜਾਬ ਨੂੰ ਵੀ ਹੁੰਦਾ ਤੇ ਪਾਰਟੀ ਨੂੰ ਵੀ ਹੁੰਦਾ। ਹੁਣ ਜੇ ਅਜੇ ਤੱਕ ਵੀ ਉਹ ਆਪਣੇ ਸਟੈਂਡ ਦੇ ਉੱਤੇ ਟਿਕੇ ਹੋਏ ਆ ਤਾਂ ਮਾਮਲਾ ਫਿਰ ਗੜਬੜ ਤਾਂ ਥੋੜ੍ਹਾ ਜਿਹਾ ਹੈਗਾ ਨਾ ਸੰਧਾਲੀਆ ਸਾਹਿਬ। ਇਹ ਮੇਰੇ ਖਿਆਲ ਨਾਲ ਜਿਹੜੀ ਗੱਲ ਇਹ ਆਲੀ ਸਾਹਿਬ ਨੇ ਕਹੀ, ਜੇ ਉਹਨੂੰ ਆਪਾਂ ਦੇਸੀ ਭਾਸ਼ਾ ਸਮਝਣਾ ਉਦਾਹਰਨ ਦੇ ਤੌਰ ਤੇ, ਹੁਣ ਤੇ ਵੈਸੇ ਬਹੁਤ ਘਟ ਗਿਆ, ਮੈਨੂੰ ਨਹੀਂ ਲੱਗਦਾ ਵੀ ਸ਼ਾਇਦ ਹੁਣ ਕੋਈ ਹੱਥ ਨਾਲ ਰਿੜਕਦਾ ਹੋਵੇ, ਕਿਉਂਕਿ ਪਹਿਲਾਂ ਬੀਬੀਆਂ ਆਮ ਦੁੱਧ ਰਿੜਕਦੀਆਂ ਸੀ ਹੱਥ ਵਾਲੀ ਮਧਾਣੀ ਨਾਲ। ਹੁਣ ਹੱਥ ਵਾਲੀ ਮਧਾਣੀ ਨਾਲ ਤੁਸੀਂ ਆਪ ਅੰਦਾਜ਼ਾ ਲਾਓ ਵੀ ਉਹ ਰੱਸੀ ਵੱਜੀ ਆ ਤੇ ਉਹ ਚਾਟੀ ਦੇ ਵਿੱਚ ਜਿਉਂ ਬਾਹਾਂ ਲੈ ਜਾਂਦੀਆਂ ਹੈ ਨਾ ਦੁੱਧ ਰਿੜਕਦਿਆਂ ਹੋਣਾ ਕਿ ਵੀ ਅਖੀਰ ਮੱਖਣ ਆ ਜਾਣਾ ਤੇ ਲੱਸੀ ਵੱਜ ਜਾਣੀ। ਹੁਣ ਆਪਾਂ ਇਹਨੂੰ ਇਦਾਂ ਮੰਨ ਲਈਏ ਵੀ ਜੇ 4-5 ਸਾਲ ਕੋਈ ਪਾਰਟੀ ਵਿਰੋਧੀ ਧਿਰ 'ਚ ਹੈ ਤੇ ਉਹ ਲਗਾਤਾਰ ਉਹ ਰਿੜਕਿਆ ਜਾ ਰਿਹਾ ਵੀ ਹਾਂਜੀ ਇਹਦੇ 'ਚੋਂ ਆਪਾਂ ਮੱਖਣ ਕੱਢਣਾ, ਮੱਖਣ ਫਾਈਨਲੀ ਕੀ ਨਿਕਲਦਾ ਵੀ ਹਾਂਜੀ ਸੱਤਾ ਮਿਲ ਗਈ।
ਹੁਣ ਚੁੱਕਣ ਵਾਲੇ ਮੱਖਣ ਉੱਤੋਂ ਚੁੱਕ ਕੇ ਤੇ ਬਾਕੀ ਜਿਹੜੀ ਚਾਟੀ ਵਜੀ ਲੱਸੀ ਆ ਉਹ ਆਖਣਾ ਹੁਣ ਤੁਹਾਡੀ, ਤੇ ਵਰਕਰ ਵਿਚਾਰੇ ਕਿੰਨੀ ਕੁ ਦੇ ਸਮਝਣ। ਕਿਉਂਕਿ ਆਫਟਰ ਆਲ ਤੁਸੀਂ ਦੇਖੋ ਨਾ ਵੀ ਜੇ ਮੰਨ ਲਓ 2 3 4 ਵਾਰੀਆਂ ਵੀ ਲੰਘ ਗਈਆਂ, 10 15 ਸਾਲ ਵੀ ਲੰਘ ਗਏ, ਵੀ ਇੱਕ ਵਰਕਰ ਵਿਚਾਰਾ ਉਦੋਂ ਜੇ ਠੀਕ ਠਾਕ ਉਮਰ 'ਚ ਹੋਊਗਾ ਜਦੋਂ ਨਾਲ ਤੁਰਿਆ, ਤੇ ਜਿੰਨੇ ਕੁ ਚਿਰ ਨੂੰ ਕਿਤੇ ਵਾਰੀ ਆਈ ਉਹਨੇ ਚਿਰ ਨੂੰ ਦਾੜੀ ਅੱਧੀ ਪੌਣੀ ਚਿੱਟੀ, ਤੇ ਨਿਆਣੇ ਵੀ ਸੁੱਖ ਨਾਲ ਵੱਡੇ ਹੋ ਗਏ, ਤੇ ਉਹਨਾਂ ਨਾ ਬਾਪੂ ਤੂੰ ਮਗਰ ਕਿਵੇਂ ਤੁਰਿਆ ਫਿਰਦਾ, ਦਰੀ ਤੇਰੇ ਕੋਲ ਉਦੋਂ ਹੁੰਦੀ, ਸਾਈਕਲ ਉਦੋਂ ਹੁੰਦਾ ਸੀ, ਅੱਜ ਵੀ ਦਰੀ ਹੈ ਤੇ ਅੱਜ ਵੀ ਸਾਈਕਲ ਹੈ, ਤੂੰ ਕੀ ਖਟਿਆ ਇਸ ਕੰਮ 'ਚੋਂ। ਉਹ ਜਿਹੜੇ ਸਵਾਲ ਆ ਮੇਰੇ ਖਿਆਲ ਨਾਲ ਉਹਨਾਂ ਸਵਾਲਾਂ ਦੇ ਜਵਾਬ ਉਹਨਾਂ ਘਰਾਂ ਦੇ ਵਿੱਚ ਉਹਨਾਂ ਵਰਕਰਾਂ ਨੂੰ ਦੇਣੇ ਔਖੇ ਹੋ ਜਾਂਦੇ। ਫਿਰ ਅਗਲਾ ਕਹਿੰਦਾ ਵੀ ਆਹ ਵੀ ਨਿੱਕਾ ਜਿੱਦਾਂ ਤੁਸੀਂ ਕਹਿੰਦੇ ਉੱਦਾਂ ਕਰ ਰਹੇ ਨੇ, ਮੈਂ ਕੀ ਲੈਣਾ ਦੇਣਾ ਇਹ 'ਚੋਂ। ਸੰਧਾਲੀਆ ਸਾਹਿਬ, ਸੁਖਬੀਰ ਸਿੰਘ ਬਾਦਲ ਸਾਹਿਬ ਦੇ ਹਿੱਸੇ ਇੱਕ ਪ੍ਰਾਪਤੀ ਤੇ ਜਾਂਦੀ ਹੈ ਕਿ ਅਕਾਲੀ ਦਲ ਦੀ ਕਦੇ ਪੰਜਾਬ 'ਚ ਦੂਜੀ ਵਾਰੀ ਲਗਾਤਾਰ ਸਰਕਾਰ ਨਹੀਂ ਸੀ ਬਣੀ। ਸੁਖਬੀਰ ਸਿੰਘ ਬਾਦਲ ਸਾਹਿਬ ਅਕਾਲੀ ਦਲ ਦੇ ਉੱਤੇ ਪ੍ਰਭਾਵਸ਼ਾਲੀ ਹੋਏ, ਫੈਸਲਿਆਂ ਦੇ ਵਿੱਚ ਇਹਨਾਂ ਦੀ ਭੂਮਿਕਾ ਹੀ, ਤੇ ਅਕਾਲੀ ਦਲ ਦੀ ਸਰਕਾਰ ਬਣ ਗਈ ਲਗਾਤਾਰ ਦੂਜੀ ਵਾਰੀ, ਰਿਕਾਰਡ ਹੀ ਬਣ ਗਿਆ ਸੀ। ਨਹੀਂ ਤਾਂ ਸਰਕਾਰ 5 ਸਾਲ ਵੀ ਨਹੀਂ ਸੀ ਕੱਢਦੀ ਹੁੰਦੀ ਜ਼ਿਆਦਾ ਵਾਰ। ਜੇ ਉਹ ਪ੍ਰਾਪਤੀ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਹਿੱਸੇ ਆ, ਤੇ ਹੁਣ ਇਹ ਗੱਲ ਵੀ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਤੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਸਮਝਣੀ ਪਊ ਕਿ ਭਾਈ ਪਾਰਟੀ ਦਾ ਜਿਹੜਾ ਵਰਕਰ ਆ, ਜਿਹੜਾ ਦੜੀਆਂ ਝਾੜਦਾ, ਜਿਹੜਾ ਟੈਂਟ ਲਾਉਂਦਾ, ਜਿਹੜਾ ਪੋਸਟਰ ਲਾਉਂਦਾ, ਜਿਹੜਾ ਪੋਲਿੰਗ ਬੂਥ ਲਾਉਂਦਾ, ਜਿਹੜਾ ਅੰਦਰ ਜਾ ਕੇ ਪੋਲਿੰਗ ਏਜੰਟ ਬਣਦਾ, ਜਿਹੜਾ ਰੈਲੀਆਂ ਦੇ ਵਿੱਚ ਇਕੱਠ ਭਰਦਾ, ਉਹਨੂੰ ਟਿਕਟ ਵੀ ਚਾਹੀਦੀ ਹੁੰਦੀ ਹੈ। ਉਹ ਆਮ ਬੰਦਾ ਹੁੰਦਾ, ਉਹਨੂੰ ਟਿਕਟ ਦੇ ਕੇ ਉਹਨੂੰ ਤਰੱਕੀ ਦਾ ਮੌਕਾ ਵੀ ਚਾਹੀਦਾ ਹੁੰਦਾ। ਕੱਲਾ ਇੱਕ ਹਲਕੇ ਦੇ ਲੋਕਾਂ ਨੂੰ ਸੱਦ ਕੇ ਉਹਨਾਂ ਦੀਆਂ 8-8 ਕੁਰਸੀਆਂ ਵੱਖਰੀਆਂ ਵੱਖਰੀਆਂ ਲਵਾ ਕੇ ਜਾਂ ਮੰਜੇ ਲਵਾ ਕੇ ਆਪ ਜੇ ਆਪਾਂ ਕਹੀਏ ਕਿ ਸੈਲਫੀ ਖਿੱਚ ਲਈ ਤਾਂ ਅਗਲੇ ਖੁਸ਼ ਹੋ ਗਏ ਨਾ। ਉਹਨਾਂ ਨੂੰ ਵੀ ਨਜ਼ਰ ਆਉਂਦਾ ਹੁੰਦਾ ਕਿ ਭਾਈ ਟੱਬਰ ਗਾਂ ਨੂੰ ਜਾਈ ਜਾਂਦੇ ਆ ਕੁਝ ਗਿਣਤੀ ਦੇ, ਅਸੀਂ ਅਜੇ ਉੱਥੇ ਦੇ ਉੱਥੇ ਹੀ ਖੜ੍ਹੇ ਹਾਂ। ਸਾਡੇ ਇਲਾਕੇ ਦੇ ਵਿੱਚ ਸੰਧਾਲੀਆ ਸਾਹਿਬ ਉਹ ਅਕਾਲੀ ਦਲ ਦੇ ਨਹੀਂ, ਕਾਂਗਰਸ ਦੇ ਬੰਦੇ ਸੀ, ਹੈਗੇ ਨੇ ਅਜੇ। ਉਹ ਕਹਿੰਦੇ ਹੁੰਦੇ ਸੀ ਉਹਨਾਂ ਨੇ 2 ਮੰਤਰੀਆਂ ਦਾ ਨਾਂ ਲੈਣਾ। ਉਹ ਕਹਿੰਦੇ ਜੀ ਉਹ ਅਸੀਂ ਇਕੱਠੇ ਕਹਿੰਦੇ ਜੀ ਸ਼ੁਰੂ ਹੋਏ, ਮੇਰੇ ਹਾਣੀ ਉਹ ਬਜ਼ੁਰਗ ਹੋ ਗਏ ਸੀ ਉਦੋਂ, ਮੇਰੇ ਹਾਣੀ ਨੇ ਉਹ ਮੰਤਰੀ ਬਣ ਗਿਆ। ਕਹਿੰਦੇ ਮੈਂ ਉਦੋਂ ਵੀ ਮੈਂਬਰ ਪੰਚਾਇਤ ਸੀ, ਮੈਂ ਅੱਜ ਵੀ ਮੈਂਬਰ ਪੰਚਾਇਤ ਹੀ ਹਾਂ। ਇਹ ਨਹੀਂ ਸੀ ਕਿ ਉਹ ਚਾਹੁੰਦੇ ਸੀ ਮੈਂ ਬਣਾ, ਉਧਰ ਤਾਂ ਹੁੰਦਾ ਹੀ ਹੈ ਨਾ। ਕਹਿੰਦੇ ਇਕੱਠੇ ਕੰਮ ਸ਼ੁਰੂ ਕੀਤਾ, ਉਹ ਵੀ ਯੂਥ 'ਚ ਹੁੰਦੇ ਸੀ ਵਿੰਗ 'ਚ, ਮੈਂ ਵੀ ਯੂਥ ਵਿੰਗ 'ਚ ਹੁੰਦਾ ਸੀ। ਮੈਂ 35 ਸਾਲ ਪਹਿਲਾਂ ਵੀ ਮੈਂਬਰ ਪੰਚਾਇਤ ਸੀ ਪਿੰਡ ਦਾ, ਮੈਂ ਅੱਜ ਵੀ ਮੈਂਬਰ ਪੰਚਾਇਤ ਹੀ ਹਾਂ। ਉਹ ਕਿਤੇ ਦੇ ਕਿਤੇ 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 ਚਲਾ ਗਿਆ ਕਿਉਂਕਿ ਉਹਨਾਂ ਕੋਲ ਟੱਬਰ ਸੀ ਸਿਆਸੀ। ਹਾਂ ਨਹੀਂ ਬਸ ਗੱਲ ਇੰਨੀ ਕੀ ਆ। ਚਲੋ ਇਹ ਸਾਰੀ ਇੱਕ ਗੱਲ ਆਪਾਂ ਹੋਰ ਬੇਨਤੀ ਕਰਦੀ, ਇਹਨੂੰ ਕੋਈ ਮਤ ਸਮਝੇ ਵੀ ਇਹ ਵਾਲਾ ਜਿਹੜਾ ਫਾਰਮੂਲਾ ਇਕੱਲਾ ਅਕਾਲੀ ਦਲ ਤੇ ਢੁਕਦਾ। ਅਬ ਜਿਹਦੀ ਮੈਂ ਗੱਲ ਕੀਤੀ ਆ ਉਹ ਕਾਂਗਰਸ ਪਾਰਟੀ ਦੇ ਬੰਦੇ ਕਹਿੰਦਾ ਵੀ ਇਹ ਕਾਂਗਰਸ ਦੇ ਵੀ ਢੁਕਦਾ, ਇਹ ਬੀਜੇਪੀ ਤੇ ਢੁਕਦਾ, ਤੇ ਹੁਣ ਸਭ ਤੋਂ ਵੱਡੀ ਇਸ ਵਕਤ ਜੇ ਧਿਆਨ ਦੇਣ ਦੀ ਲੋੜ ਆ ਤਾਂ ਆਮ ਆਦਮੀ ਪਾਰਟੀ ਨੂੰ ਲੋੜ ਆ। ਕਿਉਂਕਿ ਜੇ ਆਲੀ ਸਾਹਿਬ ਦੀ ਗੱਲ ਤੇ ਆਈਏ ਵੀ ਪਾਰਟੀ ਉਹਨਾਂ ਚਿਰ ਮਜ਼ਬੂਤ ਹੁੰਦੀ ਜੇ ਅੰਦਰ ਤੱਕ ਸੱਤਾ 'ਚ ਨਹੀਂ। ਹੁਣ ਜੇ ਆਪਾਂ ਆਮ ਆਦਮੀ ਪਾਰਟੀ ਨੂੰ ਦੇਸ਼ ਲੈਵਲ ਤੇ ਦੇਖੀਏ ਤੇ ਉੱਥੇ ਉਹ ਮਜ਼ਬੂਤ ਹੁੰਦੇ ਪਏ, ਕਦੀ ਕਿਤੇ ਕੋਈ ਮੇਅਰ ਜਿੱਤ ਗਿਆ, ਕਿਤੇ ਕੋਈ MLA ਜਿੱਤ ਗਿਆ, ਕਿਤੇ ਕੋਈ ਛੋਟੇ ਕੌਂਸਲਰ ਜਿੱਤ ਗਏ। ਪਰ ਜਦੋਂ ਉਹ ਪੰਜਾਬ ਦੇ ਵਿੱਚ ਹੁਣ ਸੱਤਾ ਸੀ ਤੇ ਆ ਪਿਛਲੇ 3-4 ਮਹੀਨਿਆਂ 'ਚ ਜੋ ਪ੍ਰਭਾਵ ਬਣਿਆ ਐਂਡ ਸੰਗਰੂਰ ਵਾਲੀ ਜ਼ਿਮਨੀ ਚੋਣ ਦਾ ਜੋ ਨਤੀਜਾ ਆਇਆ, ਉਹਦੇ ਤੋਂ ਜ਼ਰੂਰ ਮੇਰੇ ਖਿਆਲ ਨਾਲ ਉਹਨੂੰ ਸੋਚਣਾ ਚਾਹੀਦਾ ਵੀ ਵੀਰ ਮੇਰੇ ਉਹ ਕਿਤੇ ਇਹ ਨਾ ਹੋਵੇ ਵੀ ਇਹੀ ਫਾਰਮੂਲਾ ਆਪਣੇ ਜੜੀ ਬਹਿ ਜੇ। ਪਰ ਮੈਨੂੰ ਲੱਗਦਾ ਤੇ ਹੈ ਵੀ ਉਹ ਜੜੀ ਬਹਿਣ ਨਹੀਂ ਦੇਣਗੇ, ਕਿਉਂਕਿ ਬੰਦੇ ਕੰਮ ਕਰ ਰਹੇ ਲਗਾਤਾਰ। ਲਾਲਜੀਤ ਭੁੱਲਰ ਨਹੀਂ ਟਰਾਂਸਪੋਰਟ ਮੰਤਰੀ ਕੰਮ ਕਰ ਰਿਹਾ ਕਿ ਸਫ਼ਰ ਕਰ ਰਿਹਾ? ਉਹਨੇ ਇਹ ਵੀ ਤੇ ਸੋਚਣ ਵਾਲੀ ਗੱਲ ਹੈ ਨਾ। ਹੁਣ ਤੁਸੀਂ ਦੇਖੋ ਲਾਲਜੀਤ ਭੁੱਲਰ ਨੇ ਜਲੰਧਰੋਂ ਚੜੇ ਵਾਲਵੋ ਬੱਸ ਤੇ ਜਿਹੜੀ ਦਿੱਲੀ ਨੂੰ ਜਾਂਦੀ ਹੈ, ਤੇ ਦਿੱਲੀ ਤੱਕ ਗਿਆ ਬੰਦਾ। ਹੁਣ ਜੇ ਮੰਨ ਲਓ ਮੰਤਰੀ ਸਾਹਿਬ ਨੇ ਉਹਦੇ 'ਚ 50 ਨਹੀਂ ਤੇ 30 ਸਵਾਰੀਆਂ ਹੋਣਗੀਆਂ, ਤੇ 30 ਸਵਾਰੀਆਂ ਦਾ ਹਾਲ ਪੁੱਛਣਾ, ਜੇ ਮੰਨ ਲਓ 1 ਮਿੰਟ ਵੀ ਪੁੱਛੇ ਤੇ ਮਿੰਟ ਲੱਗਣੇ 30, ਵੀ ਬੰਦਾ ਜਲੰਧਰੋਂ ਚੜਿਆ ਵੀ ਉਹਦੇ ਫਗਵਾੜੇ ਲਾ ਦਿਓ ਜਾਂ ਲੁਧਿਆਣੇ ਲਾ ਦਿਓ। ਜੇ ਬੰਦਾ ਫਿਰ ਵੀ ਆਉਂਦਾ ਵੀ ਮੈਂ ਸਫ਼ਰ ਕਰਨਾ, ਮੈਂ ਉਦੋਂ ਤੱਕ ਵੇਖਣਾ ਵੀ ਹਾਂਜੀ ਕਿਵੇਂ ਚੱਲ ਰਹੀ ਆ, ਕਿਸੇ ਨੂੰ ਕੀ ਤਕਲੀਫ ਆਉਂਦੀ ਆ, ਬੱਸ ਰੁਕਦੀ ਤਾਂ ਨਹੀਂ ਹੈ, ਕੋਈ ਰਸਤੇ 'ਚ ਕਿਤੇ ਕੋਈ ਹੋਰ ਕਿਸੇ ਚੀਜ਼ ਦੀ ਜ਼ਰੂਰਤ ਹੋਵੇ। 1-2 ਚੀਜ਼ਾਂ ਉਹ ਕਹਿੰਦੇ ਸਾਡੇ ਧਿਆਨ 'ਚ ਵੀ ਆਈਆਂ, ਅਸੀਂ ਉਹ ਚੇਂਜ ਵੀ ਕਰਾਂਗੇ। ਹੁਣ ਜੇ ਇਸ ਲੈਵਲ ਦੇ ਹਿਸਾਬ ਨਾਲ ਕੰਮ ਕਰੀ ਜਾਣ, ਰਫਤਾਰ ਤੁਰੀ ਜਾਵੇ, ਤੇ ਲੋਕਾਂ ਨੂੰ ਕੀ ਇਤਰਾਜ਼ ਆ ਭਾਈ? ਇਹੀ ਤਾਂ ਭਾਲਦੇ ਲੋਕ। ਸੰਧਾਲੀਆ ਸਾਹਿਬ ਚੰਗੀ ਗੱਲ ਹੈ ਕਿ ਮੰਤਰੀਆਂ ਨੂੰ ਪਤਾ ਹੋਣਾ ਚਾਹੀਦਾ, ਕਿਉਂਕਿ ਕਈ ਵਾਰੀ ਸਿੱਖਿਆ ਮੰਤਰੀ ਉਹ ਸੱਜਣ ਬਣ ਜਾਂਦੇ ਆ ਪੰਜਾਬ ਦੇ ਵਿੱਚ ਨਹੀਂ ਬਾਹਰਲੇ ਸੂਬਿਆਂ 'ਚ, ਜਿਹਨਾਂ ਨੇ ਕਦੇ ਸਰਕਾਰੀ ਸਕੂਲ 'ਚ ਪੜ੍ਹਿਆ ਨਹੀਂ ਹੁੰਦਾ, ਜਿਨ੍ਹਾਂ ਨੂੰ ਪਤਾ ਨਹੀਂ ਹੁੰਦਾ ਕਿ ਸਰਕਾਰੀ ਸਕੂਲ 'ਚ ਵਿਦਿਆਰਥੀ ਦੀ ਕੀ ਔਕੜ ਆ, ਟੀਚਰ ਦੀ ਕੀ ਔਕੜ ਆ, ਪੀਐਨ ਦੀ ਕੀ ਔਕੜ ਆ, ਤਨਖਾਹ ਖਜ਼ਾਨੇ ਦੇ ਵਿੱਚੋਂ ਕਿੱਦਾਂ ਕਢਾ ਕੇ ਲੈਣ। ਕਿਉਂਕਿ ਪ੍ਰਾਈਵੇਟ ਮੈਨੇਜਮੈਂਟ ਦੇ ਵਿੱਚ ਤਾਂ ਤਨਖਾਹ ਆਪਣੇ ਆਪ ਅਕਾਊਂਟ ਦੇ ਵਿੱਚ ਆ ਜਾਂਦੀ, ਸਾਰਾ ਕੁਝ ਠੀਕ ਹੋ ਜਾਂਦਾ ਸੀ। ਉਹ ਫਿਰ ਥੋੜ੍ਹਾ ਜਿਹਾ ਜੇ ਤਾਂ ਆ ਕੇ ਐਕਸਪੀਰੀਅੰਸ ਲੈਣ, ਜੇ ਤਾਂ 2-4 ਘੰਟੇ ਕਿਤੇ ਬੈਠਣ ਆਣ ਕੇ ਸਕੂਲ ਦੇ ਵਿੱਚ ਪ੍ਰੇਅਰ ਹੋਣ ਸ਼ੁਰੂ ਹੋਣ ਤੋਂ ਪਹਿਲਾਂ, ਪ੍ਰਾਰਥਨਾ ਸਭਾ ਜਿਹੜੀ ਹੁੰਦੀ ਹੈ ਉਹ ਤੋਂ ਪਹਿਲਾਂ ਆਉਣ, ਆਖਰੀ ਘੰਟੀ ਵੱਜਣ ਤੋਂ ਬਾਅਦ ਜਾਣ, ਉਹਨਾਂ ਨੂੰ ਪਤਾ ਲੱਗੂਗਾ ਕਿ ਭਾਈ ਸਮੱਸਿਆ ਕੀ ਹੈ। ਜੇ ਕਿਤੇ ਹਨੇਰੀ ਆਉਂਦੀ ਆ ਤਾਂ ਸਕੂਲ ਦੀਆਂ ਤਾਕੀਆਂ ਕਿੰਨੀਆਂ ਖੜਕਦੀਆਂ, ਕਿੰਨੀਆਂ ਕਿਤੇ ਕਿੱਲੇ ਜਾਂ ਹੈਗੇ ਆ, ਕਿੰਨੀਆਂ ਕਿਤੇ ਹੈ ਨਹੀਂ। ਜੇ ਉਹ ਨਹੀਂ ਲੱਗਦੇ ਫਿਰ ਸਮਝ ਨਹੀਂ ਆਉਂਦੀ, ਫਿਰ ਬੰਦੇ ਦੇ ਮਨ ਦੇ ਵਿੱਚ ਉਹੀ ਹੁੰਦਾ ਜਿਹੜੇ ਸਕੂਲਾਂ ਦੇ ਵਿੱਚੋਂ ਪੜ੍ਹੇ ਹੁੰਦੇ ਆ। ਲਾਲਜੀਤ ਸਿੰਘ ਭੁੱਲਰ ਸਾਹਿਬ ਨੇ ਜੇ ਦਿੱਲੀ ਦੇ ਹਵਾਈ ਅੱਡੇ ਨੂੰ ਜਾਂਦੀ ਬੱਸ ਦੇ ਵਿੱਚ ਸਫ਼ਰ ਕੀਤਾ ਤਾਂ ਮੈਂ ਕਹਿੰਦਾ ਕਿ ਸ਼ਾਇਦ ਉਹਨਾਂ ਨੂੰ ਲੱਗਾ ਹੋਊਗਾ ਯਾਰ 8-9 ਘੰਟੇ ਬੱਸ ਲਾਉਂਦੀ ਹੈ, ਸਵਾਰੀਆਂ ਨੇ ਵਾਸ਼ਰੂਮ ਵੀ ਜਾਣਾ ਹੁੰਦਾ, ਇੱਕ ਜਗ੍ਹਾ ਰੁਕਦੀ ਆ, ਆਪਾਂ 2 ਜਗ੍ਹਾ ਰੁਕੀਏ, 5 ਮਿੰਟ ਹੋਰ ਰੋਕ ਲਈਏ, 7 ਮਿੰਟ ਹੋਰ ਰੋਕ ਲਈਏ, ਕੋਈ ਗੱਲ ਨਹੀਂ। ਸ਼ਾਇਦ ਉਹਨਾਂ ਨੂੰ ਇਹ ਵੀ ਪਤਾ ਲੱਗਾ ਉਹ ਪਿਛਲੇ ਸਮੇਂ ਦੇ ਵਿੱਚ ਬੜੀਆਂ ਬੱਸਾਂ ਦਾ ਰੌਲਾ ਪੈਂਦਾ ਹੁੰਦਾ ਸੀ ਕਿ ਸਰਕਾਰੀ ਬੱਸ ਹੈ ਜੀ, ਰਾਹ ਦੇ ਵਿੱਚ ਬੜੇ ਢਾਬੇ ਨੇ, ਉੱਥੇ ਕੋਈ ਬ੍ਰੇਕ ਮਾਰ ਕੇ ਰਾਜ਼ੀ ਨਹੀਂ, ਉਹ ਫਲਾਨਾ ਹੋਟਲ ਹੈ,
ਜਿੱਥੇ ਮਹਿੰਗੇ ਭਾਅ ਦੀ ਜਿਹੜੀ 20 ਵਾਲੀ ਚੀਜ਼ 60 ਦੀ ਮਿਲਦੀ ਆ ਉੱਥੇ ਬ੍ਰੇਕ ਮਾਰਦੇ ਆ। ਸ਼ਾਇਦ ਇਦਾਂ ਦੀ ਗੱਲ ਵੀ ਕੋਈ ਪਤਾ ਲੱਗੇ। ਇਹ ਵੀ ਹੋ ਸਕਦਾ ਕਿ ਸਮਾਨ ਕਿਹਨੇ ਲਾਉਣਾ ਕਿਹਨੇ ਚੜਾਉਣਾ ਉਹਦੇ ਨਾਲ, ਕਿਉਂਕਿ ਇਹ ਬਜ਼ੁਰਗ ਜਾਂਦੇ ਆ ਵਿਦੇਸ਼ਾਂ ਨੂੰ ਕਿ ਭਾਈ ਕੋਈ ਸਮੱਸਿਆ ਤਾਂ ਨਹੀਂ ਆਉਂਦੀ, ਬਹੁਤ ਚੰਗੀ ਗੱਲ ਹੈ। ਪਰ ਇੱਕ ਬੇਨਤੀ ਇੱਥੇ ਜ਼ਰੂਰ ਹੈ ਕਿ ਭਾਈ ਕੱਲੇ ਸਫ਼ਰ ਕਰਨ ਨਾਲ ਗੱਲ ਨਹੀਂ ਬਣਨੀ। ਬਹੁਤ ਵਧੀਆ ਪਹਿਚਾਣ ਕੀਤੀ ਲਾਲਜੀਤ ਸਿੰਘ ਭੁੱਲਰ ਹੋਰਾਂ ਦਾ, ਧੰਨਵਾਦ। ਮੈਨੂੰ ਯਾਦ ਆਉਂਦਾ ਕਿ ਧੂਰੀ ਤੋਂ MLA ਦਲਬੀਰ ਗੋਲਡੀ ਸਾਹਿਬ ਦਿੱਲੀ ਨੂੰ ਉਹ ਗਏ ਸੀ, ਪੈਦਲ ਗਏ ਸੀ ਜਦੋਂ MLA ਸੀ। ਕਿਸਾਨ ਅੰਦੋਲਨ ਚੱਲਦਾ ਸੀ। ਸ਼ਾਇਦ ਉਹ ਪੰਜਾਬ ਦੇ ਇੱਕੋ ਇੱਕ ਵਿਧਾਇਕ ਨੇ ਜਿਨ੍ਹਾਂ ਨੇ ਉਦੋਂ ਕਿਸਾਨਾਂ ਦਾ ਕਾਫਲਾ ਬਣਾ ਕੇ ਇੱਕ ਵਾਰ ਨਹੀਂ ਸ਼ਾਇਦ 2 ਵਾਰੀ ਗਏ ਉਹ। ਪਰ ਜਦੋਂ ਅਗਲੀ ਵਿਧਾਨ ਸਭਾ ਦੀ ਚੋਣ ਆਈ ਤਾਂ ਸਾਹਮਣੇ ਭਗਵੰਤ ਮਾਨ ਸਾਹਿਬ ਆ ਕੇ ਖੜ ਗਏ, ਨਹੀਂ ਜਿੱਤ ਸਕੇ। ਮੁੜ ਕੇ ਆ ਸੰਗਰੂਰ ਦੀ ਜ਼ਿਮਨੀ ਚੋਣ ਵੀ ਲੜੀ, ਨਹੀਂ ਜਿੱਤ ਸਕੇ, ਤੀਸਰੇ ਨੰਬਰ ਤੇ ਆਏ। ਜ਼ਮਾਨਤ ਵੀ ਮਰਖਲ ਜ਼ਬਤ ਹੋਈ। ਜਾਣੀ ਹੋਰ ਪੜਚੋਲ ਕਰਨੀ ਪਊਗੀ ਕਿ ਕੱਲਾ ਇਹੀ ਮਸਲਾ ਨਹੀਂ। ਪਿੰਡਾਂ ਨੂੰ ਬਹੁਤ ਸਾਰੀਆਂ ਬੱਸਾਂ ਸੰਧਾਲੀਆ ਸਭ ਲਾਉਣ ਵਾਲੀਆਂ, ਕਿਉਂਕਿ NRIs ਨੇ ਦਿੱਲੀੋਂ ਆਉਣਾ। ਇਹ ਬੜਾ ਚੰਗਾ ਫੈਸਲਾ ਕਿ ਬੱਸਾਂ ਚੱਲੀਆਂ। ਆਪਾਂ ਅਗਲੀ ਪਿਛਲੀ ਗੱਲ ਛੱਡ ਦਿੰਦੇ ਹਾਂ। ਲੋਕਾਂ ਦੇ ਪੈਸੇ ਬਚ ਰਹੇ, ਸਰਕਾਰ ਨੂੰ ਪੈਸੇ ਬਣ ਰਹੇ ਆ, ਪਰ ਉਹਦੇ ਤੋਂ ਬਾਅਦ ਉਹ ਜਲੰਧਰ ਆ ਜਾਣਗੇ, ਅੰਮ੍ਰਿਤਸਰ ਆ ਜਾਣਗੇ, ਪਟਿਆਲੇ ਆ ਜਾਣਗੇ, ਲੁਧਿਆਣੇ ਆ ਜਾਣਗੇ, ਬਠਿੰਡੇ ਆ ਜਾਣਗੇ। ਅੱਗੋਂ ਜਿਹੜੇ ਪਿੰਡਾਂ 'ਚ ਜਾਣਾ ਹੈ, ਪਿੰਡਾਂ 'ਚ NRIs ਦਾ ਹੁੰਦਾ, ਆਉਂਦਾ ਹੀ ਬੇਬੇ ਨੂੰ ਮਿਲਦੇ ਆ, ਯਾਰ ਆਪਣੇ ਬੰਦਾ ਕੰਮ ਕਰਦਾ ਹੁੰਦਾ, ਬੀਬੀ ਕੰਮ ਕਰਦੀ ਸੀ, ਬੜਾ ਖੇਡਦਾ ਹੁੰਦਾ, ਮੈਂ ਉਹਨੂੰ ਮਿਲਦਾ। ਫਿਰ ਅਗਲਿਆਂ ਦੇ ਘਰ ਸਕੂਟਰ ਮੋਟਰਸਾਈਕਲ ਹੁੰਦੇ ਨੇ, ਉਹ ਕਹਿੰਦੇ ਬੱਸ ਨਹੀਂ ਆਉਂਦੀ ਪਿੰਡ, ਪੁੱਤ ਜਾਣ ਆਉਣ ਦਾ ਬੜਾ ਔਖਾ। ਜੇ ਤੁਹਾਡੇ ਕੋਲ ਤਾਂ ਹੁਣ ਗੱਡੀ ਹੋਣੀ ਆ, ਜੇ ਗਏ ਤਾਂ ਮੇਰੀ ਦਵਾਈ ਫੜ ਲਿਓ, ਜਾਵਾਂ ਕਿੱਦਾਂ, ਬੱਸ ਆਉਂਦੀ ਨਹੀਂ, 2 ਕਿਲੋਮੀਟਰ ਤੁਰਨਾ ਪੈਂਦਾ। ਹੁਣ ਉਧਰਲੇ ਪਾਸੇ ਨੂੰ ਤੁਰਨਾ ਪਊਗਾ। ਨਹੀਂ ਮਤਲਬ ਜ਼ਰੂਰੀ ਆ ਕਹਿਣ ਤੋਂ ਭਾਵ ਇਹ ਤੁਹਾਡਾ ਮਤਲਬ ਇਹ ਹੋ ਗਿਆ ਵੀ ਜਿਹੜੀ ਪੋਲੀ ਸੀਟ ਵਾਲੀ ਠੰਡੀ ਬੱਸ ਆ ਉਹਦੇ ਤੇ ਸਫ਼ਰ ਹੋ ਜਾਂਦਾ ਜੀ, ਤੇ ਜਿਹੜੀ ਬੱਸ ਚੜ੍ਹਦਿਆਂ ਪਹਿਲਾਂ ਸਟਰਗਲ ਕਰਨੀ ਪੈਂਦੀ ਆ ਤੇ ਉਦੋਂ ਬਾਅਦ ਚੜ੍ਹਨ ਤੋਂ ਬਾਅਦ ਅੰਦਰ ਜਾ ਕੇ ਪਤਾ ਲੱਗਦਾ ਵੀ ਕੀ ਹੋਇਆ ਜੀ। ਕੁਛ ਨਹੀਂ ਯਾਰ, ਮੈਨੂੰ ਲੱਗਦਾ ਵੀ ਇੱਥੇ ਕਿਤੇ ਆ ਜੇਬ ਵੜ ਗਈ ਤੇ ਝੱਗਾ ਲੀਰਾ ਵੀ ਕਹਿੰਦਾ ਹੋਇਆ ਕੁਛ ਨਹੀਂ ਯਾਰ, ਉੱਥੇ ਕਿੱਲ ਜਿਹਾ ਸੀਗਾ, ਵੈਲਡਿੰਗ ਕੀਤਾ ਐਂ ਕਰਕੇ ਉਹੋ ਜੀ ਬੱਸ ਵੀ ਚੜ੍ਹ ਗਏ। ਕਹਿ ਰਹੇ ਬੰਦੇ ਜੇਬ ਦੇ ਕੋਲੋਂ ਜੈਕਟ ਪਾਟੀ ਹੁੰਦੀ ਮੁੜ ਕੇ, ਕਿਹੜਾ ਪਤਾ ਲੱਗਦਾ ਬਾਅਦ ਵਿੱਚ ਅਗਲਾ ਦੱਸਦਾ ਯਾਰ ਆ ਕੀ ਹੋਇਆ ਜੀ, ਹੈ ਨਾ। ਸੋ ਇਸ ਕਰਕੇ ਚਲੋ ਉਹੋ ਜਿਹੀਆਂ ਬੱਸਾਂ ਦਾ ਵੀ ਸੁਧਾਰ ਕਰਨਾ ਚਾਹੀਦਾ। ਅਸੀਂ ਆਸ ਕਰਦੇ ਹਾਂ ਵੀ ਸਰਕਾਰ ਕਰੂਗੀ। ਅੱਛਾ, ਆਪਾਂ ਹੁਣ ਮੋੜਾ ਉਧਰਲੇ ਪਾਸੇ ਵੀ ਕੱਟ ਲਈ ਜਿਹੜਾ ਤੁਸੀਂ, ਕਿਉਂਕਿ ਬੰਦੀ ਸਿੰਘ ਵਾਲਾ ਮੁੱਦੇ ਤੋਂ ਇਲਾਵਾ ਤੁਸੀਂ ਇੱਕ ਮੁੱਦੇ ਦੀ ਹੋਰ ਗੱਲ ਕੀਤੀ ਸੀ, ਉਹ ਸੀ ਵੀ ਸਿੱਧੂ ਮੂਸੇਵਾਲਾ ਹੋਰਾਂ ਦੇ ਕਤਲ ਤੋਂ ਬਾਅਦ ਜੋ ਕੁਛ ਜਿਵੇਂ ਜਿੱਦਾਂ ਚੱਲਿਆ ਆਪਣਾ ਸਾਰਿਆਂ ਦੇ ਸਾਹਮਣੇ ਆ। 2 ਬੰਦੇ ਦਾ ਨਾਮ ਵਾਰ-ਵਾਰ ਆਉਂਦਾ ਸੀ ਯਾਰ, ਵੀ ਉਹ ਜਗਰੂਪ ਰੂਪਾ ਤੇ ਮਨਪ੍ਰੀਤ ਮੰਨੂ ਕੋਸੇ ਪਿੰਡ ਤੋਂ, ਵੀ ਉਹ ਬੰਦੇ ਜਿਹੜੇ ਆ ਜੀ ਉਹ ਲੱਭਦੇ ਨਹੀਂ ਪਏ। ਫਿਰ ਕਹਿੰਦੇ ਜੀ ਉਹ ਬਾਹਰ ਚਲ ਗਏ, ਕੋਈ ਕਹਿੰਦਾ ਨਿਕਲ ਗਏ। ਫਿਰ ਥੋੜ੍ਹੇ ਦਿਨਾਂ ਤੋਂ ਗੱਲ ਚੱਲਣ ਲੱਗ ਪਈ ਸੀ ਵੀ ਨਹੀਂ ਇੱਥੇ ਹੀ ਹੈਗੇ ਤੇ ਪੰਜਾਬ 'ਚ ਹੀ ਨੇ। ਫਿਰ ਆਪਣੇ ਵਾਲੇ ਮੀਡੀਆ ਵਾਲਿਆਂ ਦਾ ਕੰਮ ਇਹੀ ਹੁੰਦਾ, ਉਹ ਲੈ ਪੰਜਾਬ ਪੁਲਿਸ ਕੀ ਕਰਦੀ ਫਿਰਦੀ, ਮਾਰਾ ਪੰਜਾਬ ਦੇ ਵਿੱਚ ਤੁਰੇ ਫਿਰਦੇ ਨੇ ਲੋਕ। ਉਹ ਜਿਵੇਂ ਸਾਰਾ ਐਪੀਸੋਡ ਚੱਲਿਆ ਉਹਦੇ ਤੋਂ ਬਾਅਦ ਇੱਕ ਤਰ੍ਹਾਂ ਨਾਲ ਤੇ ਮਤਲਬ ਥੋੜਾ ਜਿਹਾ ਹੌਸਲਾ ਜਿਹਾ ਵੱਜਾ ਜਿਹਾ ਆਪਦਾ ਲੋਕਾਂ ਦਾ ਵੀ ਨਹੀਂ ਯਾਰ, ਪੁਲਿਸ ਆਪਣਾ ਕੰਮ ਕਰਦੀ ਸੀ, ਭਾਵੇਂ ਅੰਦਰ ਕਰਦੀ ਹੋਵੇ। ਸੰਧਾਲੀਆ ਸਾਹਿਬ, ਇੱਕ ਕਤਲ ਹੋਇਆ ਸੀ ਸਿੱਧੂ ਮੂਸੇਵਾਲੇ ਦਾ, ਤੇ ਪੰਜਾਬ 'ਚ ਕਈ ਵਾਰੀ ਇੱਕ ਦਿਨ ਦੇ ਵਿੱਚ 1 ਤੋਂ ਵੱਧ ਕਤਲ ਹੁੰਦੇ, ਖਬਰਾਂ ਛਪਦੀਆਂ। ਅੱਧੇ ਘੰਟੇ ਬਾਅਦ ਕਿਸੇ ਨੂੰ ਚੇਤਾ ਨਹੀਂ ਹੁੰਦਾ ਕਿ ਕੋਈ ਇੱਦਾਂ ਦੀ ਘਟਨਾ ਘਟੀ ਹੈ ਜਾਂ ਨਹੀਂ ਘਟੀ। ਪਰ ਸਿੱਧੂ ਮੂਸੇਵਾਲੇ ਦਾ ਕਤਲ ਇੱਕ ਬੰਦੇ ਦਾ ਜਹਾਨੋਂ ਜਾਣਾ ਨਹੀਂ ਸੀ। ਆਪਾਂ ਸਾਰਿਆਂ ਨੂੰ ਪਤਾ ਹੈ, ਲੋਕ ਭਾਵਨਾਤਮਕ ਤੌਰ ਤੇ ਜੁੜ ਗਏ। ਬੜੇ ਲੋਕ ਨੇ ਜਿਹੜੇ ਕਹਿੰਦੇ ਯਾਰ ਗਾਣਾ ਨਹੀਂ ਕਦੇ ਸੁਣਿਆ, ਕਈ ਇੱਦਾਂ ਵੀ ਕਹਿੰਦੇ ਯਾਰ ਗਾਣੇ ਹੀ ਬਹੁਤ ਚੰਗੇ ਲੱਗਦੇ ਸਾਨੂੰ ਉਹਨੂੰ। ਪਰ ਜਿਹੜਾ ਉਹਦੇ ਮਾਂ ਪਿਓ ਨਾਲ ਹੋਇਆ ਨਾ, ਉਹ ਇਨਸਾਫ ਮਿਲਣਾ ਚਾਹੀਦਾ। ਲੋਕ ਭਾਵਨਾਤਮਕ ਤੌਰ ਤੇ ਜੁੜ ਗਏ। ਉਹਦੇ ਬਾਪੂ ਨੇ ਪੱਗ ਲਾ ਕੇ ਲੋਕਾਂ ਦੇ ਸਾਹਮਣੇ ਐ ਕੀਤੀ ਜਿੱਦਣ ਸੰਸਕਾਰ ਸੀ। ਲੋਕਾਂ ਨੂੰ ਉਹ ਸੀਨ ਨਹੀਂ ਭੁੱਲਦਾ ਜਦੋਂ ਮਾਂ ਜੂੜਾ ਕਰਦੀ ਸੀ, ਵਾਲ ਗੁੰਦਦੀ ਸੀ, ਨਹੀਂ ਭੁੱਲਦਾ ਸੀਨ। ਜਦੋਂ ਪੱਗ ਬੰਨ੍ਹ ਹੁੰਦੀ ਸੀ, ਲੋਕਾਂ ਨੂੰ ਨਹੀਂ ਭੁੱਲਦਾ ਸੀਨ। ਤੇ ਸਭ ਤੋਂ ਵੱਡੀ ਗੱਲ ਕਿ ਜਦੋਂ ਭਗਵੰਤ ਮਾਨ ਹੋਰਾਂ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਨਾ, ਸੰਧਾਲੀਆ ਸਾਹਿਬ ਬਾਰ-ਬਾਰ ਜ਼ੋਰ ਦਿੱਤਾ ਸੀ ਉਹਨਾਂ ਨੇ ਕਿ ਜਿਹੜੇ ਬੰਦੇ ਅਮਰੀਕਾ ਕੈਨੇਡਾ ਗਏ ਵਾਪਸ ਆਉਣਗੇ, ਇੱਥੇ ਰੁਜ਼ਗਾਰ ਦੇਵਾਂਗੇ, ਤੁਸੀਂ ਦੇਖਿਓ ਸੀ ਇਨਵੈਸਟਮੈਂਟ ਉਹ ਕਰਨਗੇ ਆਣ ਕੇ ਇੱਥੇ। ਆਪਾਂ ਕਿਸੇ ਨੂੰ ਮਜਬੂਰੀ ਬਸ ਬਾਹਰ ਨਹੀਂ ਜਾਣ ਦੇਣਾ, ਪੰਜਾਬ ਦਾ ਮਾਹੌਲ ਇੱਦਾਂ ਦਾ ਕਰ ਦੇਣਾ ਵਧੀਆ। ਫਿਰ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੋ ਗਿਆ, ਬਹੁਤ ਸਾਰੇ ਲੋਕਾਂ ਨੂੰ ਧਮਕੀਆਂ ਦੇ, ਫਰੌਤੀਆਂ ਦੇ ਫੋਨ ਜਾਣ ਲੱਗ ਪਏ, MLAs ਨੂੰ ਜਾਣ ਲੱਗ ਪਏ, ਸਾਬਕਾ MLAs ਨੂੰ ਜਾਣ ਲੱਗ ਪਏ। ਫਿਰ ਇੱਕ ਬਹੁਤ ਵੱਡਾ ਸਵਾਲ ਖੜਾ ਹੋ ਗਿਆ ਸੀ ਕਿ ਤੁਸੀਂ ਤਾਂ ਕਹਿੰਦੇ ਸੀ ਜਿਹੜੇ ਪਹਿਲਾਂ ਗਏ ਉਹ ਵਾਪਸ ਲਿਆਉਣੇ ਆ, ਇੱਥੇ ਤਾਂ ਜੇ ਆਹ ਹਾਲਾਤ ਰਹੇ ਕਿਸੇ ਨੇ ਰਹਿਣ ਦੀ ਸੋਚਣੀ ਵੀ ਨਹੀਂ, ਸਾਰਿਆਂ ਨੇ ਪਾਸਪੋਰਟ ਦੇ ਉੱਪਰ ਚੜ੍ਹ ਕੇ ਜਾਣ ਦੀ ਕੋਸ਼ਿਸ਼ ਕਰਨੀ ਹੈ। ਸਰਕਾਰ ਤੇ ਸਵਾਲ, ਪੁਲਿਸ ਤੇ ਸਵਾਲ, ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਉਹ ਬੰਦੇ ਫੜੀ ਲਿਆਉਂਦਾ, ਪੰਜਾਬ ਪੁਲਿਸ ਦੇ ਕੋਲੋਂ ਬੰਦੇ ਫੜ ਘੱਟ ਹੁੰਦੇ ਆ, ਉਸ ਮੁੱਦੇ ਤੇ ਚਰਚਾ। ਸਿੱਧੂ ਮੂਸੇਵਾਲੇ ਦੇ ਪਿਤਾ ਨੇ ਕਿਹਾ ਕਿ ਬੰਦੇ ਫੜ ਕਿਉਂ ਨਹੀਂ ਹੁੰਦੇ, ਹੋਰ ਵਾਰਦਾਤ ਦੀ ਉਡੀਕ ਕਰ ਰਹੇ ਹੋ, ਮੇਰਾ ਪੁੱਤ ਤਾਂ ਗਿਆ, ਬਾਕੀਆਂ ਦੇ ਬਚਾ ਲਓ। ਇੱਕ ਨਹੀਂ ਅਨੇਕਾਂ ਵਾਰ ਕਿਹਾ ਉਹਨਾਂ ਨੇ। ਜਦੋਂ ਇਹ ਸਾਰਾ ਕੁਝ ਹੋ ਗਿਆ ਸੀ, ਫਿਰ ਅਚਾਨਕ ਇੱਕ ਫੁਟੇਜ ਜੀ ਸਾਹਮਣੇ ਆਉਂਦੀ ਹੈ ਜੀ, ਮਨਪ੍ਰੀਤ ਮੰਨੂ ਤੇ ਇਹ ਜਿਹੜਾ ਰੂਪਾ ਇੱਕ ਚੋਰੀ ਦੇ ਮੋਟਰਸਾਈਕਲ ਦੇ ਉੱਤੇ ਮਾਝੇ ਦੇ ਵਿੱਚ ਘੁੰਮਦੇ ਆ, ਸਮਾਲਸਰ ਤੋਂ ਤਰਨਤਾਰਨ ਵਾਲੇ ਪਾਸੇ। ਪੁਲਿਸ ਨੇ ਪੁਸ਼ਟੀ ਨਹੀਂ ਸੀ ਕੀਤੀ ਪਰ ਰੌਲਾ ਪੈ ਗਿਆ। ਫਿਰ ਸੀ ਕਿ ਯਾਰ ਪੰਜਾਬ 'ਚ ਘੁੰਮੀ ਜਾਂਦੇ ਆ, ਅਸਲਾ ਲੱਭਿਆ ਨਹੀਂ, ਬੰਦੇ ਫੜ ਨਹੀਂ ਹੋਏ, ਸ਼ਰੇਆਮ ਪੰਜਾਬ 'ਚ ਘੁੰਮਦੇ ਆ, ਤੇ 8 ਸੂਬਿਆਂ ਦੀ ਪੁਲਿਸ ਕਰਦੀ ਕੀ ਹੈ?
ਅਮਨ ਤੇ ਕਾਨੂੰਨ ਦੀ ਸਥਿਤੀ ਦੇ ਮੁੱਦੇ ਤੇ ਪੰਜਾਬ ਸਰਕਾਰ ਘਿਰਦੀ ਸੀ ਤਾਂ ਲੱਗਦਾ ਸੀ ਕਿ ਠੀਕ ਘਿਰਦੀ ਹੈ, ਪਰ ਅਚਾਨਕ ਕੱਲ ਫਿਰ 10:30 ਵਜੇ ਸਵੇਰੇ ਤਾੜ-ਤਾੜ ਹੋਣ ਲੱਗ ਪਈ। ਭਕਨਾ ਪਿੰਡ ਦੇ ਬਾਹਰਲੇ ਪਾਸੇ ਇੱਕ ਘਰ ਬਣਿਆ, ਝੋਨਾ ਲਾਗੇ ਬੀਜਿਆ, ਹੋਰ ਆਲੇ ਦੁਆਲੇ ਉਸਾਰੀ ਕੋਈ ਨਹੀਂ। 4.5 ਘੰਟੇ ਸੰਧਾਲੀਆ ਸਾਹਿਬ ਮੁਕਾਬਲਾ ਚੱਲਿਆ ਤੇ ਦੋਨੇ ਬੰਦੇ ਰੂਪਾ ਤੇ ਮੰਨੂ ਉਹ ਫਿਰ ਐਨਕਾਊਂਟਰ ਦੇ ਵਿੱਚ ਮਾਰੇ ਗਏ। ਪੁਲਿਸ ਨੇ ਕਈ ਵਾਰੀ ਕਿਹਾ ਕਿ ਭਾਈ ਹਥਿਆਰ ਸਿੱਟ ਦਿਓ, ਬਾਹਰ ਆ ਜਾਓ, ਪਰ ਇਹਦੇ ਵਿੱਚੋਂ ਜਿਹੜੀ ਗੱਲ ਬਹੁਤ ਵੱਡੀ ਪੱਧਰ ਤੇ ਨਿਕਲ ਕੇ ਆਉਂਦੀ ਹੈ, ਇੱਕ ਤਾਂ ਹੋ ਸਕਦਾ ਕਿ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਥੋੜ੍ਹਾ ਜਿਹਾ ਧਰਵਾਸ ਮਿਲਿਆ ਹੋਵੇ ਕਿ ਮੁੰਡਾ ਸਾਡਾ ਲਾਸ਼ ਬਣਾ ਕੇ ਸੜਕ ਤੇ ਲੰਮਾ ਪਾਤਾ ਸੀ, ਆ ਹੁਣ ਆਪ ਵੀ ਜਿਹੜੇ ਉਧਰਲੇ ਪਾਸੇ ਗਏ। ਪਰ ਸਭ ਤੋਂ ਵੱਡੀ ਗੱਲ ਮੈਂ ਕਹਿੰਦਾ ਕਿ ਜਿਹੜੀਆਂ ਇੱਕ ਤਾਂ ਬੈਠਾ ਹੀ ਸੀ ਨਾ, ਉਹ ਮੌਤ ਹੋਈ, ਇੱਕ ਲੰਮਾ ਪਿਆ ਸੀ, ਲਾਗੇ ਅਸਲਾ ਸੀ। ਬੜਾ ਕੁਛ ਹੁੰਦਾ ਸੰਧਾਲੀਆ ਸਾਹਿਬ। ਆ ਸਾਡੇ ਨਿੱਕੇ ਨਿੱਕੇ ਜਵਾਕ ਪੰਜਾਬ ਦੇ ਐਂ ਕਰਕੇ ਫੋਟੋ ਖਿਚਾਉਣਗੇ ਕਈ ਵਾਰੀ, ਉਹਨਾਂ ਨੂੰ ਬੜਾ ਵਧੀਆ ਹੋਇਆ, ਗੱਡੀਆਂ 'ਚ ਘੁੰਮਦੇ ਬੰਦੇ, ਉਹ ਦੇਖਿਆ ਸੀ ਬੰਦੂਕ ਨਾਲ ਫੋਟੋ, ਕਿੰਨੇ ਪਿਸਤੌਲ ਰੱਖ ਕੇ ਫੋਟੋ, ਟੀ-ਸ਼ਰਟਾਂ ਵਿਕਣ ਲੱਗ ਪਈਆਂ ਗੈਂਗਸਟਰਾਂ ਦੀਆਂ। ਐਦਾਂ ਦਾ ਪ੍ਰਭਾਵ ਜਾਂਦਾ ਸੀ, ਉਹਨਾਂ ਨੂੰ ਲੱਗਦਾ ਸੀ ਕਿ ਭਾਈ ਕਮਾਲ। ਉਹ ਜਦੋਂ ਉਹਨਾਂ ਨੇ ਵੀਡੀਓ ਪਾਣੀ ਨਾ, ਚੱਕ ਦਿਆਂਗੇ, ਧਮਕੀ ਦੇ ਦੇਣੀ ਕਿਸੇ ਨੂੰ ਵੀ। ਸੰਧਾਲੀਆ ਸਾਹਿਬ ਮੈਂ ਕਹਿੰਦਾ ਕਿ ਇੱਕ ਉਹ ਵੀਡੀਓਜ਼ ਨੇ, ਇੱਕ ਇਹ ਨੌਬਤ ਨਾ ਆਉਂਦੀ ਤਾਂ ਚੰਗਾ ਸੀ, ਪਰ ਜਦੋਂ ਹੁਣ ਆਹ ਨੌਜਵਾਨ ਫੋਟੋ ਦੇਖਣਗੇ ਕਿ AK-47 ਪਈ ਆ ਕੋਲ, ਬੰਦਾ ਲਹੂ ਲਾਣ ਹੋਇਆ, ਕੰਧ ਨਾਲ ਲੱਗਾ ਪਿਆ, ਹਸ਼ਰ ਇਹ ਆ, ਅੰਤ ਇਹ ਆ। 4 ਦਿਨਾਂ ਦੀ ਚਾਂਦਨੀ ਤਾਂ ਦੀਦੀ ਆ ਉਹ ਕਿ ਭਾਈ ਬੱਲੇ ਬੱਲੇ ਆ, ਕੋਈ ਬੰਦਾ ਇੱਧਰ ਨੂੰ ਮੂੰਹ ਕਰਕੇ ਤਾਂ ਦੇਖੇ। ਵੱਡੀਆਂ ਵੱਡੀਆਂ ਗੱਡੀਆਂ ਲਈ ਫਿਰਦੇ ਆ, ਲੋਕ ਫੋਲੋ ਕਰਦੇ ਆ, ਜ਼ਿੰਮੇਵਾਰੀਆਂ ਲਈ ਜਾਂਦੀਆਂ, ਅਸੀਂ ਕੀਤਾ ਜੀ, ਅਸੀਂ ਕਰਾਇਆ ਜੀ। ਪਰ ਜਦੋਂ ਫਿਰ ਇੱਦਾਂ ਬੰਦਾ ਕੰਧ ਨਾਲ ਲੱਗਾ ਹੁੰਦਾ ਤੇ ਮੁੜ ਕੇ ਮਾਵਾਂ ਕਹਿੰਦੀਆਂ ਕਿ ਭਾਈ ਸਾਨੂੰ ਨਹੀਂ ਚਾਹੀਦੀ ਲਾਸ਼, ਜੇ ਕਿਸੇ ਮਾਂ ਦਾ ਪੁੱਤ ਮਾਰਿਆ ਤਾਂ ਸਾਡੇ ਵੱਲੋਂ ਵੀ ਮਰ ਗਿਆ। ਅੰਤ ਉਸ ਕਹਾਣੀ ਨਾ ਹੁੰਦਾ, ਇਸ ਕਰਕੇ ਉੱਧਰ ਜਾਣ ਤੋਂ ਬਚੋ। ਇਹ ਤਾਂ ਗੱਲ ਹੈਗੀ ਆ। ਦੂਜੀ ਚੀਜ਼ ਇਹਦੇ 'ਚ ਇੱਕ ਐਂਗਲ ਹੋਰ ਵੀ ਹੈ ਬਾਦਸ਼ਾਹ, ਉਹ ਐਂਗਲ ਇਹ ਆ ਕਿ ਜਿਹੜਾ ਉਹ ਆਪਾਂ ਆਪਣੇ ਭਾਈਚਾਰੇ ਨੂੰ ਅੱਗੇ ਵੀ ਬੇਨਤੀ ਕਰਦੇ ਹੁੰਦੇ ਹਾਂ, ਹੁਣ ਫਿਰ ਕਰਦੇ ਹਾਂ ਵੀ ਜਿਹੜੀ ਇਹ ਇੱਕ ਦੌੜ ਬਣ ਗਈ ਨਾ ਵੀ ਫਟਾਫਟ ਪੁਲਿਸ ਤੋਂ ਵੀ ਪਹਿਲਾਂ ਹੀ ਦੱਸਣਾ ਵੀ ਹੋਇਆ ਕੀ, ਕਿੱਦਾਂ ਹੋਇਆ ਜੀ। ਹੁਣ ਜੇ ਆਪਾਂ ਉਹ ਸਾਰੀ ਰਿਪੋਰਟਿੰਗ ਨੂੰ ਦੇਖੀਏ, ਸ਼ੁਰੂਆਤ ਕਿੱਥੋਂ ਹੋਈ? ਕੋਈ ਕਹਿੰਦਾ ਜੀ 10 ਬੰਦੇ ਨੇ ਜੀ, ਕੋਈ ਕਹਿੰਦਾ ਜੀ ਉੱਤੇ ਘੱਟੋ ਘੱਟ 5-6 ਬੰਦੇ ਤਾਂ ਹੈਗੇ ਆ। ਇੱਕ ਮੈਂ ਭਾਈ ਸਾਹਿਬ ਸੁਣ ਰਿਹਾ ਸੀ, ਉਹ ਕਹਿੰਦੇ ਉਹ ਦੇਖੋ ਜੀ, ਮੈਂ ਤੁਹਾਨੂੰ ਦਿਖਾ ਰਿਹਾ, ਕੰਬਾਈਨ ਦੇ ਕੋਲ ਬੈਠੇ ਨੇ। ਕੰਬਾਈਨ ਐਕਚੁਅਲੀ ਹੈ ਵੀ ਨਹੀਂ ਸੀ, ਉਹ ਤਾਂ ਹੈ ਤਾਂ ਚਲੋ ਮੱਕੀ ਦਾ ਚਾਰ ਪਾਉਣ ਵਾਲੀ ਸੀਗੀ ਉਹ ਮਸ਼ੀਨ। ਉਹ ਜਿਹੜੇ ਬੈਠੇ ਬੰਦੇ ਕਹਿੰਦੇ ਸੀ ਅਸਲ ਦੇ ਵਿੱਚ ਉਹ ਪੁਲਿਸ ਵਾਲੇ ਸੀਗੇ ਤੇ ਚਲਾਉਂਦੇ ਉਹ ਘਰ ਵੱਲ ਨੂੰ ਗੋਲੀਆਂ ਸੀਗੀਆਂ। ਉਹ ਬੰਦਾ ਉਹਨਾਂ ਦੀ ਫੁਟੇਜ ਬਹੁਤ ਚਿਰ ਵਿਖਾ ਕੇ ਦੱਸੀ ਗਿਆ ਵੀ ਆਹ ਦੇਖੋ ਜੀ ਬੰਦੇ, ਮੈਂ ਤੁਹਾਨੂੰ ਬਿਲਕੁਲ ਫੁਟੇਜ ਵਿਖਾ ਰਿਹਾ। ਕਹਿਣ ਤੋਂ ਭਾਵ ਇਹ ਹੋ ਗਿਆ ਵੀ ਜਾਂ ਤਾਂ ਸਾਡੇ 'ਚ ਦੌੜ ਲੱਗ ਗਈ ਵੀ ਅਸੀਂ ਸਭ ਤੋਂ ਪਹਿਲਾਂ ਰਿਪੋਰਟਿੰਗ ਕਰਨੀ, ਅਸੀਂ ਉੱਥੇ ਜਾ ਕੇ ਦੱਸਣਾ। ਇਹ ਨਾ ਹੁੰਦਾ ਤਾਂ ਚੰਗੀ ਗੱਲ ਸੀ। ਹੁਣ ਉੱਥੇ ਇੱਕੋ ਜਿਹੜਾ ਕੈਮਰਾਮੈਨ ਸੀਗਾ, ਉਹਦੀ ਲੱਤ 'ਚ ਗੋਲੀ ਵੀ ਲੱਗੀ, ਚਲੋ ਉਹਦਾ ਬਚਾਅ ਹੋ ਗਿਆ, ਕਿਉਂਕਿ ਉਹ ਲੱਤ ਵਾਲੀ ਗੋਲੀ ਦਿਲ 'ਚ ਵੀ ਜਾ ਸਕਦੀ ਸੀ, ਸਿਰ 'ਚ ਵੀ ਜਾ ਸਕਦੀ ਸੀ, ਫਰਕ ਕੋਈ ਨਹੀਂ। ਜੇ ਉੱਥੇ ਉਹੋ ਜਿਹੀ ਕੋਈ ਮਾੜੀ ਘਟਨਾ ਵਾਪਰ ਜਾਂਦੀ, ਫਿਰ ਕਿਹੜੀ ਮਾਂ ਨੂੰ ਅਸੀਂ ਆਖਣਾ। ਹੋ ਸਕਦਾ ਪਿੱਛੋਂ ਪ੍ਰੈਸ਼ਰ ਹੋਵੇ ਵੀ ਹਾਂ ਵੀ ਤੁਸੀਂ ਫਟਾਫਟ ਰਿਪੋਰਟ ਭੇਜੋ, ਤੁਸੀਂ ਆਹ ਦਿਓ ਉਹ ਦਿਓ। ਆਪਾਂ ਉਹਨਾਂ ਨੂੰ ਵੀ ਬੇਨਤੀ ਕਰ ਦਿੰਦੇ ਵੀ ਜਿਨ੍ਹਾਂ ਦਾ ਕਾਰੋਬਾਰ ਹੈ ਵੀਰ ਮੇਰੇ, ਉਹਨਾਂ 'ਤੇ ਪ੍ਰੈਸ਼ਰ ਪਾਉਣਾ। ਸੰਧਾਲੀਆ ਸਾਹਿਬ ਮੁੰਬਈ ਵਾਲਾ ਕੇਸ ਆਪਾਂ ਸਾਰਿਆਂ ਨੂੰ ਪਤਾ ਹੀ ਆ ਨਾ, ਕਿ ਉਦੋਂ ਟੀਵੀ ਤੋਂ ਦੇਖ ਦੇਖ ਦੱਸਦੇ ਰਿਹਾ ਸੀ ਕਿ ਭਾਈ ਉੱਪਰੋਂ ਪੁਲਿਸ ਆ ਗਈ, ਖੱਬੇ ਪਾਸਿਓਂ ਆ ਗਈ, ਸੱਜੇ ਪਾਸਿਓਂ ਆ ਗਈ। ਐਤਕੀ ਵੀ ਕੰਮ ਲਾਈਵ ਚੱਲਦਾ ਸੀ। ਦੇਖੋ ਅਸੀਂ ਸਾਰੇ ਭਾਈਚਾਰੇ ਆਪਣੇ ਦਾ ਸਮੇਤ ਆਪਣੇ ਵਾਲੇ ਬੰਦਿਆਂ ਦਾ ਸਾਰਿਆਂ ਦਾ ਸਤਿਕਾਰ ਕਰਦੇ ਹਾਂ ਭਾਈ, ਪਰ ਕੋਈ ਨਾ ਕੋਈ ਇੱਕ ਸੀਮਾ ਰੇਖਾ ਨਿਰਧਾਰਿਤ ਕਰਨੀ ਬਹੁਤ ਜ਼ਰੂਰੀ ਹੈ। ਜਦ ਉਹਨਾਂ ਨੇ 2 ਕਿਲੋਮੀਟਰ ਦਾ ਏਰੀਆ ਸਾਫ਼ ਕਰਾ ਲਿਆ ਸੀ ਕਿ ਭਾਈ ਇੱਥੇ ਕੋਈ ਨਾ ਆਵੇ, ਫਿਰ ਇੰਨੀ ਕਾਹਲੀ ਸੰਧਾਲੀਆ ਸਾਹਿਬ, ਕਿਸੇ ਨੇ ਲਿਖਤਾ ਜੀ 5 ਨੇ ਅੰਦਰ, ਕਿਸੇ ਨੇ ਲਿਖਤਾ 4 ਨੇ ਅੰਦਰ, ਕੋਈ ਕਹਿੰਦਾ ਜੀ 3 ਨੇ ਅੰਦਰ। ਮੈਨੂੰ ਇਹ ਨਹੀਂ ਸਮਝ ਆਈ ਕਿ ਮੁਕਾਬਲਾ ਚੱਲੀ ਜਾਂਦਾ ਹੈ, ਕੰਟੈਕਟ ਉਹਨਾਂ ਦਾ ਕਿਸੇ ਨਾਲ ਕੋਈ ਨਹੀਂ, ਵਿੱਚੇ ਹੀ ਕਿੱਦਾਂ ਪਤਾ ਲੱਗਿਆ ਕਿ ਇੱਕ ਮਾਰਿਆ ਗਿਆ ਉਹਨਾਂ ਦੇ ਵਿੱਚੋਂ, ਜਾਣੀ ਵਿੱਚੇ ਹੀ ਰੌਲਾ ਪੈ ਗਿਆ ਜੀ ਇੱਕ ਮਾਰਿਆ ਗਿਆ। ਫਿਰ ਕਿ 3 ਹੈ ਜੀ, ਨਾਂ ਵੀ ਇੱਕ ਦਾ ਲੈਣਾ ਸ਼ੁਰੂ ਕਰ ਦਿੱਤਾ ਕਿ ਉਹ ਬੰਦਾ ਹੈ ਜੀ ਉਹਨਾਂ ਦੇ ਨਾਲ। ਸਾਡੇ ਤੋਂ ਵੀ ਹੋ ਜਾਂਦਾ ਕਈ ਵਾਰੀ, ਮੈਂ ਨਹੀਂ ਕਹਿੰਦਾ ਕਿ ਅਸੀਂ ਨਹੀਂ ਕਰਦੇ, ਪਰ ਉਹਦੇ ਤੋਂ ਬਚਾਅ ਕਰਨਾ ਚਾਹੀਦਾ। ਹੁਣ ਇੱਕ ਹੋਰ ਗੱਲ ਸੰਧਾਲੀਆ ਸਾਹਿਬ, ਇਹ ਪੁਲਿਸ ਦੀ ਜਾਂਚ ਏਜੰਸੀਆਂ ਦਾ ਮਸਲਾ ਹੈ ਕਿ ਉਹ ਭਕਨਾ ਪਿੰਡ ਦੇ ਨੇੜੇ ਜਿਹੜੇ ਘਰ ਦੇ ਵਿੱਚ ਸੀਗੇ, ਉਹ ਘਰ ਖੇਤਾਂ 'ਚ ਘਰ ਬੰਦ ਸੀ, ਰਹਿੰਦਾ ਉੱਥੇ ਕੋਈ ਨਹੀਂ ਸੀ। ਹੁਣ ਸਭ ਤੋਂ ਪਹਿਲਾਂ ਤੇ ਜੀ ਉਹ ਇਸ ਕਾਰ ਦੇ ਵਿੱਚ ਬੜੇ ਨੇ, ਪਹਿਲਾਂ ਰੌਲਾ ਇਹ ਪੈ ਗਿਆ, ਮੀਡੀਆ ਵਾਲਿਆਂ ਨੂੰ ਕਾਹਲੀ ਹੁੰਦੀ ਆ ਸਾਨੂੰ ਕਿ ਜੀ ਉੱਥੇ ਪੁਲਿਸ ਨੇ ਘੇਰਾ ਪਾ ਕੇ ਫੜੇ। ਬਾਅਦ 'ਚ ਪਤਾ ਲੱਗ ਗਿਆ ਕਿ ਨਹੀਂ, ਪੁਲਿਸ ਉਹਨਾਂ ਦੇ ਮਗਰ ਲੱਗੀ ਸੀ ਤੇ ਉਸ ਘਰ 'ਚ ਜਾ ਕੇ ਵੜੇ ਆ। ਫਿਰ ਸਵਾਲ ਇਹ ਪੈਦਾ ਹੋਇਆ ਕਿ ਘਰ ਦੇ ਵਿੱਚ ਜੇ ਉਹ ਵੜੇ ਆ, ਕੀ ਬਾਈ ਚਾਂਸ ਵੜੇ ਆ ਕਿ ਬਾਈ ਚੁਆਇਸ ਵੜੇ ਆ? ਕਿ ਉਹਨਾਂ ਨੂੰ ਪਤਾ ਹੀ ਸੀ ਕਿ ਜੇ ਅਸੀਂ ਇੱਧਰਲੇ ਪਾਸੇ ਆਈਏ ਤਾਂ ਅਸੀਂ ਇਸ ਘਰ ਦੇ ਵਿੱਚ ਵੜ ਸਕਦੇ ਹਾਂ, ਜਾਂ ਫਿਰ ਉਹਨਾਂ ਨੇ ਖੇਤਾਂ ਦੇ ਵਿੱਚ ਕੱਲਾ ਕੱਲਾ ਘਰ ਦੇਖਿਆ ਕਿ ਹੋਰ ਪਾਸੇ ਤਾਂ ਹੁਣ ਭੱਜ ਨਹੀਂ ਹੁੰਦਾ, ਪੁਲਿਸ ਮਗਰ ਭਈ ਇੱਧਰਲੇ ਪਾਸੇ ਵੜ ਜਾਈਏ। ਨਾ ਤਾਂ ਆਪਾਂ ਉਹ ਘਰ ਦੇ ਮਾਲਕਾਂ ਨੂੰ ਉਹਨਾਂ ਦੇ ਨਾਲ ਰਲਿਆ ਕਹਿ ਸਕਦੇ ਹਾਂ, ਨਾ ਆਪਾਂ ਕੁਝ ਹੋਰ ਕਹਿ ਸਕਦੇ, ਅੰਦਾਜ਼ਾ ਥੋੜੀ ਲਾ ਸਕਦੇ ਹਾਂ। ਸੰਧਾਲੀਆ ਸਾਹਿਬ ਮੰਨ ਲਓ ਖੇਤਾਂ ਦੇ ਵਿੱਚ ਕੋਈ ਬੰਦਾ ਪਹਿਲਾਂ ਰਹਿੰਦਾ ਸੀ, ਫਿਰ ਉਹਨੇ ਪਿੰਡ ਘਰ ਬਣਾ ਲਿਆ, ਜਾਂ ਉਹਨਾਂ ਨੇ ਖੇਤਾਂ 'ਚ ਵੀ ਘਰ ਆ, ਪਿੰਡ 'ਚ ਵੀ ਆ, ਪਰ ਉਹ ਰਹਿੰਦੇ ਪਿੰਡ ਵਾਲੇ ਘਰ ਆ, ਉੱਥੇ ਕੋਈ ਜਾ ਵੜੇ, ਕੱਲ੍ਹ ਨੂੰ ਕੁਛ ਵੀ ਨਿਕਲ ਸਕਦਾ, ਅਸੀਂ ਉਹਨਾਂ ਨੂੰ ਦੋਸ਼ੀ ਥੋੜੀ ਕਹਿ ਦਿਆਂਗੇ। ਇਹ ਤਾਂ ਹੁਣ ਪੁਲਿਸ ਦੀ ਜਾਂਚ ਦਾ ਵਿਸ਼ਾ। ਹੁਣ ਬਹੁਤ ਸਾਰੇ ਸੱਜਣ ਕਹਿੰਦੇ ਆ
ਉਹ ਜੀ ਬੰਦੂਕ ਖੱਬੇ ਪਈ ਸੀ, ਸੱਜੇ ਪਈ ਸੀ। ਹੁਣ 3 ਤਾਂ ਪੁਲਿਸ ਵਾਲੇ ਜ਼ਖਮੀ ਨੇ, 1 ਕੈਮਰੇ ਵਾਲਾ ਜ਼ਖਮੀ ਹੈ। 4.5 ਘੰਟੇ ਗੋਲੀਆਂ ਚੱਲੀਆਂ। ਇਹ ਨਹੀਂ ਆਮ ਤੌਰ ਤੇ ਹੁੰਦਾ ਜੀ ਉਹਨਾਂ ਨੇ 3 ਫਾਇਰ ਕੀਤੇ ਸੀ, ਇੱਧਰੋਂ 5 ਕੀਤੇ, ਬੰਦਾ ਢੇਰ। 4.5 ਘੰਟਿਆਂ 'ਚ ਮੀਡੀਆ ਵੀ ਉੱਥੇ ਸੀ, 4.5 ਘੰਟਿਆਂ 'ਚ ਆਲੇ ਦੁਆਲੇ ਪਿੰਡਾਂ ਦੇ ਲੋਕਾਂ ਨੇ ਵੀ ਸਾਰੇ ਖੜਾਕ ਸੁਣੇ। ਉਹਦੇ ਤੋਂ ਬਾਅਦ ਇਹ ਸਾਰਾ ਕੰਮ ਜਿਹੜਾ ਉਹ ਹੋਇਆ। ਤੇ ਜੇ ਅਸੀਂ ਅੰਦਾਜ਼ੇ ਲਾ ਕੇ ਗੱਲ ਉਧਰਲੇ ਪਾਸੇ ਨੂੰ ਤੋਰਨੀ ਆ ਤਾਂ ਕੋਈ ਬਹੁਤ ਹੀ ਜ਼ਿਆਦਾ ਸਿਆਣਪ ਹੈ ਨਹੀਂ, ਬਾਕੀ ਸਾਡੇ ਤੋਂ ਸਾਰੇ ਸਿਆਣੇ ਨੇ। ਨਹੀਂ, ਬਿਲਕੁਲ ਹੈਗੇ ਆ। ਉਹ ਦੇਖੋ ਪ੍ਰਮੋਦ ਬਾਨ ਹੋਰੀ ਜਿਹੜੇ ਕਿ ਮੁਖੀ ਨੇ ਉਹਨਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਉਹਦੇ 'ਚ ਕਿੰਨਾ ਕੁਛ ਉਹਨਾਂ ਨੇ ਕਲੀਅਰ ਕੀਤਾ। ਉਹ ਕਹਿੰਦੇ ਦੇਖੋ ਕਾਰਨ ਹੈ ਵੀ ਸਾਡੀ ਨਿਗਾਹ ਬੜੀ ਚਿਰ ਤੋਂ ਸੀ, ਸਾਡੀਆਂ ਟੀਮਾਂ ਮਗਰ ਲੱਗੀਆਂ ਸੀ ਐਂਡ ਸਾਨੂੰ ਸੀਗਾ ਵੀ ਇੱਥੇ ਬੰਦੇ ਜਾ ਰਹੇ ਨੇ, ਅਸੀਂ ਸਿਰਫ ਆਪਣੇ ਤੌਰ ਤੇ ਇਹ ਪਤਾ ਕਰਨ ਦੀ ਕੋਸ਼ਿਸ਼ ਕਰਦੇ ਸੀ ਵੀ ਉਹਨਾਂ ਨੂੰ ਕਿਵੇਂ ਫੜਿਆ ਜਾਵੇ ਜੀ। ਵੀ ਸਾਡੀ ਉਹ ਪਹੁੰਚ ਦੇ ਵਿੱਚ ਆਏ ਨਹੀਂ। ਜਦੋਂ ਉੱਥੇ ਫਾਈਨਲੀ ਪਹੁੰਚੇ ਵੀ ਆ ਉਦੋਂ ਹੀ ਅਸੀਂ ਉਹਨਾਂ ਨੂੰ ਮੌਕਾ ਦਿੱਤਾ ਵੀ ਤੁਸੀਂ ਭਾਈ ਸਾਹਿਬ ਸਰੈਂਡਰ ਕਰ ਦਿਓ, ਤੁਸੀਂ ਹੁਣ ਕਾਬੂ ਆ ਗਏ ਹੋ, ਤੁਸੀਂ ਕਿਤੇ ਜਾ ਨਹੀਂ ਸਕਦੇ। ਉਹਨਾਂ ਨੇ ਸਰੈਂਡਰ ਕਰਨ ਦੀ ਬਜਾਏ ਐਨਕਾਊਂਟਰ ਵਾਲਾ ਰਾਹ ਜਾਂ ਕਹ ਲਓ ਕਿ ਮੁਕਾਬਲੇ ਵਾਲਾ ਰਾਹ ਚੁਣ ਲਿਆ ਤੇ ਉਹ ਮੁਕਾਬਲੇ 'ਚ ਮਾਰੇ ਗਏ। ਹੁਣ ਉੱਥੇ ਉਹਨਾਂ ਨੇ ਇਹ ਕਿਹਾ ਕਿ ਜਿੰਨੇ ਵੀ ਸਵਾਲ ਆਉਂਦੇ ਸੀ ਹਰੇਕ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਿੰਨੀ ਇਨਫੋਰਮੇਸ਼ਨ ਅਸੀਂ ਤੁਹਾਨੂੰ ਦੇ ਸਕਦੇ ਹਾਂ ਉਨੀ ਹੀ ਦੇ ਰਹੇ ਹਾਂ, ਇਸ ਤੋਂ ਬਾਅਦ ਅਗਲੀ ਇਨਫੋਰਮੇਸ਼ਨ ਅਸੀਂ ਤੁਹਾਡੇ ਨਾਲ ਡਿਸਕਲੋਜ਼ ਨਹੀਂ ਕਰ ਸਕਦੇ। ਮੈਨੂੰ ਲੱਗਦਾ ਹੁੰਦਾ ਵੀ ਜੇ ਪੁਲਿਸ ਦੇ ਕੋਲ ਵੀ ਕੁਛ ਨਾ ਕੁਛ ਸੀਮਾਵਾਂ ਨਹੀਂ ਵੀ ਅਸੀਂ ਇੰਨੀ ਗੱਲ ਦੱਸਣੀ, ਇੰਨੀ ਹੀ ਨਹੀਂ ਦੱਸ ਸਕਦੇ, ਇੰਨੀ ਹੀ ਕਰ ਦਿੱਤੀ, ਇੰਨੀ ਇਸ ਤੋਂ ਇਲਾਵਾ ਬਾਅਦ 'ਚ ਦੱਸਾਂਗੇ ਤੁਹਾਨੂੰ, ਮੈਨੂੰ ਲੱਗਦਾ ਉਸ ਚੀਜ਼ ਦੀ ਰਿਸਪੈਕਟ ਕਰਨੀ ਚਾਹੀਦੀ। ਜਿਹੜੀ ਚੀਜ਼ ਆਪਾਂ ਲੋੜੋਂ ਬਾਅਦ ਇਨਵੈਸਟੀਗੇਸ਼ਨ ਹੋਣ ਦੇ ਇਸ ਕੇਸ ਦੇ ਵਿੱਚ ਦੇਖਿਓ ਵੀ ਉਧਰ ਮੁਕਾਬਲਾ ਚੱਲਦਾ ਪਿਆ, ਆਪਣੇ ਵਾਲੇ ਭਾਈਚਾਰੇ ਦੇ ਵਿੱਚ ਉਹ ਬੰਦੇ ਪਹੁੰਚ ਵੀ ਗਏ ਜੀ। ਹਾਂ ਜੀ, ਉਹ ਜਿਹੜਾ ਮੰਨੂ ਕੋਸਾ ਸੀਗਾ ਜੀ ਉਹਦੇ ਘਰ ਦੇਖੋ ਜੀ, ਇਹ ਜਿੰਦਰਾ ਲੱਗਾ ਜੀ, ਇਹ ਗਵਾਂਢੀ ਨੇ ਜੀ, ਤੁਸੀਂ ਦੱਸੋ ਜੀ ਫਿਰ ਕਿਵੇਂ ਦਾ ਸੀ ਜੀ। ਦੂਸਰੇ ਪਾਸੇ ਜਿਹੜਾ ਪਰਿਵਾਰ ਦੇ ਵਿੱਚ ਉਹ ਜਿਹੜਾ ਰੂਪਾ ਸੀਗਾ ਉਹਦੇ ਘਰੇ, ਕਿਉਂਕਿ ਉਹਦੇ ਮਾਤਾ ਜੀ ਦੀ ਪਹਿਲਾਂ ਵੀ ਵੀਡੀਓ ਆਈ ਸੀ ਵੀ ਸਾਡਾ ਤਾਂ ਪੁੱਤ ਅੱਗੇ ਘਰੇ ਨਹੀਂ ਵੜਦਾ, ਵੀ ਜੇ ਉਹਨੇ ਕੁਛ ਕੀਤਾ ਤਾਂ ਆਪੇ ਉਹਨੂੰ ਸਜ਼ਾ ਮਿਲ ਜੂ। ਹੁਣ ਵੀ ਉਹਨਾਂ ਨੇ ਇਹੀ ਕਿਹਾ ਸੀਗਾ ਵੀ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਵੀ ਜੋ ਉਹਨੇ ਕੀਤਾ ਉਹਨੂੰ ਉਹਦੀ ਸਜ਼ਾ ਮਿਲ ਗਈ। ਵੀ ਇੱਕ ਉਸ ਮਾਂ ਨੇ ਆਪਣਾ ਪੁੱਤ ਗਵਾਇਆ ਸੀ ਤੇ ਇੱਕ ਮੇਰੇ ਨਾਲ ਵੀ ਉਹ ਚੀਜ਼ ਹੋ ਗਈ ਜੇ ਇਹਨੇ ਸਾਰਾ ਕੁਛ ਕੀਤਾ ਸੀਗਾ। ਹੁਣ ਤੁਸੀਂ ਦੇਖੋ ਵੀ ਕਿੰਨੀ ਛੇਤੀ ਆਪਾਂ ਕਿੱਥੇ ਪਹੁੰਚਦੇ ਹਾਂ। ਹੁਣ ਮੈਨੂੰ ਨਹੀਂ ਪਤਾ ਵੀ ਇਹ ਚੀਜ਼ ਸਹੀ ਆ ਜਾਂ ਗਲਤ ਆ, ਪਰ ਜੇ ਬਹੁਤਾ ਕਰਕੇ ਮੈਂ ਆਪਣੀ ਰਾਏ ਦੇਵਾਂ, ਮੈਂ ਤੁਹਾਡੀ ਗੱਲ ਨਹੀਂ ਕਰਦਾ, ਮੈਨੂੰ ਇਹ ਚੀਜ਼ ਠੀਕ ਨਹੀਂ ਲੱਗਦੀ। ਇੱਕ ਪਰਿਵਾਰ ਆਲਰੇਡੀ ਕਿਸੇ ਚੀਜ਼ ਤੋਂ ਟੁੱਟ ਚੁੱਕਾ, ਖਤਮ ਹੋ ਚੁੱਕਾ, ਉਹ ਛੱਡ ਚੁੱਕੇ ਖਹਿੜਾ, ਆਪਾਂ ਫਿਰ ਵੀ ਉਹਦੇ ਜਾ ਕੇ ਮੂੰਹ 'ਚ ਮਾਈਕ ਦੇਈ ਜੇ, ਮੈਨੂੰ ਤੇ ਉਹ ਸਿਆਣਪ ਲੱਗਦੀ। ਸੰਧਾਲੀਆ ਸਾਹਿਬ ਕਈ ਚੀਜ਼ਾਂ ਨਾ ਉੱਥੇ ਦੇਖਣ ਵਾਲੀਆਂ ਸੀਗੀਆਂ। ਇਹਦੇ ਵਿੱਚੋਂ ਬਹੁਤ ਸਾਰੇ ਸੱਜਣ ਕਹਿ ਰਹੇ ਠੋਕ ਤੇ ਕਿ ਸਿੱਧੂ ਬਾਈ ਦਾ ਕਤਲ ਕੀਤਾ ਸੀ, ਆਹ ਗੱਲ ਹੋਈ ਨਾ, 1 ਮਿੰਟ ਦੇ ਵਿੱਚ ਪੁਲਿਸ ਦੀਆਂ ਸਿਫਤਾਂ, ਪਹਿਲਾਂ 1 ਮਿੰਟ ਦੇ ਵਿੱਚ ਪੁਲਿਸ ਦੀਆਂ ਬਦਖੋਈਆਂ। ਥੋੜਾ ਬੈਲੈਂਸ ਰੱਖ ਕੇ ਚੱਲਣਾ ਪਊਗਾ। ਮੈਂ ਕਹਿੰਦਾ ਕਿ ਅਜੇ 2 ਬੰਦੇ ਮਾਰੇ ਗਏ ਨਾ ਹੁਣ ਪੁਲਿਸ ਮੁਕਾਬਲੇ 'ਚ, ਉਹ ਕਥਿਤ ਤੌਰ ਤੇ ਦੋਸ਼ੀ ਸੀ। ਹੁਣ ਜਦੋਂ 2 ਬੰਦਿਆਂ ਦੀ ਮੌਤ ਹੋਈ ਹੈ, ਇਹ ਬੰਦੇ ਕੀ ਸੀ ਆਪਣੇ ਆਪ 'ਚ ਮੋਹਰੇ ਸੀ। 5 ਗ੍ਰਾਮ ਵਾਲਾ, 15 ਗ੍ਰਾਮ ਵਾਲਾ, 25 ਗ੍ਰਾਮ ਵਾਲਾ ਨਸ਼ਾ ਵੇਚਣ ਵਾਲਾ ਫੜ ਹੁੰਦਾ, ਮੋਹਰੇ ਨੇ। ਇੰਨੇ ਜੋਗੇ ਨਹੀਂ ਸੀ। ਇੰਨੇ ਜੋਗੇ ਹੁੰਦੇ ਤਾਂ ਕਿਸੇ ਨਾ ਕਿਤੇ ਚਲੇ ਜਾਂਦੇ ਕਿ AK-47 ਦਾ ਪ੍ਰਬੰਧ ਆਪ ਕਰ ਲੈਂਦੇ। ਇੰਨੇ ਜੋਗੇ ਨਹੀਂ ਸੀ ਕਿ 1 ਕਰੋੜ ਰੁਪਈਆ ਕੈਸ਼ ਦਾ ਪ੍ਰਬੰਧ ਆਪ ਕਰ ਲੈਂਦੇ। ਜੇ ਇੰਨੇ ਜੋਗੇ ਹੁੰਦੇ ਤਾਂ ਕਿਤੇ ਦੇ ਕਿਤੇ ਚਲ ਜਾਂਦੇ। ਇਹਨਾਂ ਨੂੰ ਇੰਨੇ ਜੋਗੇ ਕਿੰਨੇ ਕੀਤਾ? AK-47 ਇਹਨਾਂ ਤੱਕ ਕਿੱਦਾਂ ਆਈ? ਇਹਨਾਂ ਨੂੰ ਸਾਰੇ ਬਾਕੀਆਂ ਦੇ ਨਾਲ ਕਨੈਕਸ਼ਨ ਦੇ ਵਿੱਚ ਕੌਣ ਲੈ ਕੇ ਆਇਆ? ਹੁਣ ਤੱਕ ਇਹ ਬਚਦੇ ਫਿਰਦੇ ਸੀ ਤੇ ਇਹਨਾਂ ਨੂੰ ਪਨਾਹ ਕੌਣ ਦਿੰਦਾ ਸੀ? ਕੌਣ ਇਹਨਾਂ ਨੂੰ ਕਹਿੰਦਾ ਸੀ ਕਿ ਭਾਈ ਕੋਈ ਗੱਲ ਨਹੀਂ, ਹਥਿਆਰ ਨਾਲ ਲੈ ਕੇ ਤੁਰੇ ਫਿਰੋ? ਉੱਪਰਲੇ ਬੰਦੇ ਤੱਕ ਪਹੁੰਚਣਾ ਬਹੁਤ ਜ਼ਰੂਰੀ ਹੈ। ਜਿਹੜੇ ਵੀ ਬੰਦੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਰੇਟ ਕਰਦੇ ਆ, ਨਹੀਂ ਤਾਂ ਕੋਈ ਹੋਰ ਮੰਨੂ, ਨਹੀਂ ਤਾਂ ਕੋਈ ਹੋਰ ਦੂਜੇ ਪਾਸੇ ਕੰਮ ਚੱਲ ਪਊ। 20 ਬੰਦੇ ਫੜ ਲੈ, ਉਹ ਕਹਿੰਦੇ ਹੁੰਦੇ ਨਾ ਕਿ ਭਾਈ 10 ਬੰਦੇ ਤੁਸੀਂ ਸਾਡਾ ਇੱਕ ਫੜੋਗੇ, 10 ਬੰਦੇ ਹੋਰ ਤਿਆਰ ਬੈਠੇ ਨੇ। ਉੱਪਰਲੇ ਪਾਸੇ ਕੜਿੱਕੀ ਪਾਉਣੀ ਬਹੁਤ ਜ਼ਰੂਰੀ ਹੈ। ਹਾਂ, ਇਸ ਘਟਨਾ ਦੇ ਨਾਲ ਕਈਆਂ ਦੇ ਖੰਭ ਆਪੇ ਹੀ ਝੜ ਜਾਣੇ ਆ, ਜਿਹੜੇ ਇਹ ਹੇਠਲੀ ਪੱਧਰ ਤੇ ਛੰਡਦੇ ਫਿਰਦੇ ਨਾ ਆਪਣੇ ਆਪ ਨੂੰ, ਲੈ ਆਹ ਕੰਮ ਵਧੀਆ ਹੀ, ਟੈਲੀਫੋਨ ਕਰਨਾ, ਲੱਖ ਰੁਪਈਆ ਛੋਟੇ ਦੁਕਾਨਦਾਰ ਤੋਂ ਆਪਾਂ ਚੱਕ ਲੈਣਾ ਹੀ। ਉਹਨਾਂ ਦੇ ਵਿੱਚੋਂ ਬਹੁਤਿਆਂ ਨੂੰ ਹੁਣ ਪਤਾ ਲੱਗ ਜਾਣਾ ਕਿ ਭਾਈ ਰਹਿਣ ਦਈਏ, ਮੁੜ ਕੇ ਐਂ ਬੰਦਾ ਕੰਧ ਨਾਲ ਲੱਗ ਕੇ ਪਿਆ ਹੁੰਦਾ। ਇੱਕ ਚੀਜ਼ ਸੰਧਾਲੀਆ ਸਾਹਿਬ ਇੱਥੇ ਹੋਰ, ਸਾਨੂੰ ਨਹੀਂ ਪਤਾ ਜਿਹੜੀ AK-47 ਉੱਥੇ ਪਈ ਸੀ ਇਹ ਉਹੀ ਹੈ ਜਿਹੜੀ ਸਿੱਧੂ ਮੂਸੇਵਾਲੇ ਦੀ ਵਰਤੀ ਗਈ ਜਾਂ ਹੋਰ ਹੈ। ਕਈਆਂ ਨੇ ਉਹ ਵੀ ਮੈਚ ਉਹੀ AK-47 ਆ, ਉਹ ਯਾਰ ਫੋਰੈਂਸਿਕ ਲੈਬ ਵਾਲਿਆਂ ਨੇ ਟੈਸਟ ਕਰਨੇ, ਉਹ ਜਾਂਚ ਕਰਨਗੇ, ਉਹ ਰਿਪੋਰਟ ਦੇਣਗੇ, ਉਹਦੇ ਤੋਂ ਬਾਅਦ ਪਤਾ ਲੱਗੂ। ਜੇ ਤਾਂ ਇਹ ਹੀ ਹੋਵੇ ਫਿਰ ਵੱਖਰੀ ਗੱਲ ਹੈ, ਜੇ ਇਹ ਨਾ ਹੋਵੇ ਇਹਦਾ ਮਤਲਬ ਪੰਜਾਬ 'ਚ 2 ਤੁਰੀਆਂ ਫਿਰਦੀਆਂ। ਜਾਣੀ ਤੁਸੀਂ ਦੇਖੋ ਨਾ ਕਿ ਜੇ ਪੰਜਾਬ 'ਚ 2 ਏਡੇ ਵੱਡੇ ਹਥਿਆਰ ਤੁਰੇ ਫਿਰਦੇ ਆ ਫਿਰ ਤਾਂ ਕੁਛ ਵੀ ਹੋ ਜੂ। ਇੱਕ ਤੀਸਰੀ ਗੱਲ, ਇਹਨਾਂ ਦੋਨਾਂ ਦੇ ਵਿੱਚੋਂ ਜਿਹੜੇ ਮਾਰੇ ਗਏ ਉਹਨਾਂ ਦੇ ਵਿੱਚੋਂ ਇੱਕ ਦੇ ਪਿੰਡ ਵਾਲਿਆਂ ਨੇ ਕੁਝ ਨੇ ਕਿਹਾ ਕਿ ਮੁੰਡਾ ਤਾਂ ਸਾਊ ਸੀ ਪਹਿਲਾਂ, ਇਹਨੂੰ ਇੱਕ ਬੰਦੇ ਨੇ ਤੰਗ ਹੀ ਬਹੁਤ ਕੀਤਾ ਸੀ, ਇੱਕ ਵਾਰੀ ਇਹਨਾਂ ਨੂੰ ਘਰੇ ਮਾਰਨ ਵੀ ਆ ਗਿਆ ਸੀ, ਉਸ ਤੋਂ ਬਾਅਦ ਫਿਰ ਮੁੰਡਾ ਪਰੇ ਨੂੰ ਚਲਾ ਗਿਆ। ਸੰਧਾਲੀਆ ਸਾਹਿਬ, ਮੈਨੂੰ ਲੱਗਦਾ ਕਿ ਸਾਡਾ ਪ੍ਰਸ਼ਾਸਨ ਤੇ ਸਾਡੀ ਸਰਕਾਰ ਇਸ ਗੱਲ ਨੂੰ ਜ਼ਰੂਰ ਸਮਝੇ ਕਿ ਮਾਂ ਦੇ ਕੁੱਖੋਂ ਜੰਮਦਾ ਕੋਈ ਬੱਚਾ ਗੈਂਗਸਟਰ ਨਹੀਂ ਹੁੰਦਾ। ਕਈ ਤਾਂ ਸ਼ੌਕੀਆ ਬਣਦੇ ਹੋਣਗੇ, ਕਈਆਂ ਦੇ ਮਨ ਦੇ ਵਿੱਚ ਹੀ ਇਦਾਂ ਦੀਆਂ ਫਤੂਰ ਭਰਿਆ ਹੁੰਦਾ, ਉਹ ਬਣਦੇ ਹੋਣਗੇ। ਪਰ ਜੇ ਕਿਸੇ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ, ਮੈਂ ਨਹੀਂ ਕਹਿੰਦਾ ਜੇ ਕਿਸੇ ਨੂੰ ਕੋਈ ਤੰਗ ਕਰਦਾ ਤੁਸੀਂ ਗੈਂਗਸਟਰ ਬਣ ਕੇ ਲੋਕਾਂ ਦੇ ਮੁੰਡੇ ਮਾਰਦੇ ਫਿਰੋ ਨਾ। ਪਰ ਜੇ ਮੰਨ ਲਓ ਕੋਈ ਬੰਦਾ ਪੁਲਿਸ ਚੌਂਕੀ ਰਿਪੋਰਟ ਲਿਖਾਉਣ ਆਉਂਦਾ ਜੀ ਸਾਡੇ ਨਾਲ ਧੱਕਾ ਹੁੰਦਾ,
ਸਾਡੀ ਜ਼ਮੀਨ ਦੱਬਦੇ ਆ, ਸਾਨੂੰ ਘਰੇ ਆ ਕੇ ਕੁੱਟ ਕੇ ਗਏ, ਸਾਡੀ ਇਸ ਤਰੀਕੇ ਦੇ ਨਾਲ ਸਾਡੇ ਘਰ ਦੀ ਔਰਤ ਨੂੰ ਛੇੜਿਆ, ਤੁਰੰਤ ਇਨਸਾਫ ਦਿਓ ਤਾਂ ਜੋ ਕਿਸੇ ਨੂੰ ਇੱਧਰਲੇ ਪਾਸੇ ਤੁਰਨਾ ਨਾ ਪਵੇ। ਨਹੀਂ, ਇਹ ਤਾਂ ਗੱਲ ਹੈਗੀ। ਦੇਖੋ, ਇੱਕ ਐਂਗਲ ਤਾਂ ਵਾਕਿਆ ਇਹਦੇ ਵਿੱਚ ਵਾਹਵਾ ਚਰਚਾ ਦਾ ਵਿਸ਼ਾ ਹੈ ਵੀ ਸ਼ਾਇਦ ਉਹਨਾਂ ਦੇ ਨਾਲ ਪਹਿਲਾਂ ਵੀ ਕੁਝ ਇਹੋ ਜਿਹਾ ਵਾਪਰਿਆ ਸੀ। ਕੋਈ ਕਹਿੰਦੇ ਸ਼ਾਇਦ ਉਹ ਲੱਕੜ ਦਾ ਕਾਰੀਗਰ ਵੀ ਸੀਗਾ, ਉਹਦੀ ਦੁਕਾਨ ਵੀ ਸੀਗੀ। ਹੁਣ ਲੱਕੜ ਦਾ ਕਾਰੀਗਰ ਸੀ ਤਾਂ ਮਤਲਬ ਬੰਦਾ ਆਪਣੇ ਕੰਮ ਤੇ ਪਹਿਲਾਂ ਲੱਗਾ ਹੀ ਹੋਊਗਾ ਜੀ। ਜੇ ਕੰਮ ਤੇ ਲੱਗਾ ਸੀ, ਕੰਮ ਛੱਡ ਕੇ ਉਹ ਇਹਨਾਂ ਕੰਮਾਂ 'ਚ ਕਿਉਂ ਪੈ ਗਿਆ, ਮੇਰੇ ਖਿਆਲ ਨਾਲ ਇਹਦੇ ਬਾਰੇ ਵੀ ਜ਼ਰੂਰ ਪਤਾ ਕਰ ਲੈਣਾ ਚਾਹੀਦਾ। ਕਹਿਣ ਤੋਂ ਭਾਵ ਇਹ ਹੈ ਜੀ ਵੀ ਕੋਈ ਵੀ ਚੀਜ਼ ਜਿਸ ਪਾਸੇ ਪਹੁੰਚਦੀ ਆ, ਉਹ ਗੱਲ ਤੁਹਾਡੀ ਠੀਕ ਹੈ ਕਿ ਉਹ ਦੋ ਮੁੰਡੇ ਅੱਜ ਉਹ ਮਿੱਟੀ ਹੋ ਗਏ ਜੀ, ਪਰ ਜਦੋਂ ਉਹ ਇਸ ਰਸਤੇ ਤੇ ਤੁਰੇ ਹੋਣਗੇ, ਹੋ ਸਕਦਾ ਉਦੋਂ ਉਹਨਾਂ ਨੂੰ ਆਪਣਾ ਆਪ ਰੱਬ ਜਾਪਦਾ ਹੋਵੇ ਵੀ ਯਾਰ ਸਾਡਾ ਵਰਗਾ ਕਿਹੜਾ ਹੀ ਵੀ ਨਜ਼ਾਰੇ ਲਈਦੇ ਆ ਵੀ ਜਿਹਨੂੰ ਮਰਜ਼ੀ ਦਬਕਾ ਮਾਰ ਲਈਦਾ। ਤੇ ਜਿਨ੍ਹਾਂ ਨੇ ਉਹਨਾਂ ਦੇ ਦਿਮਾਗ 'ਚ ਇਹ ਸਾਰਾ ਕੁਝ ਭਰਿਆ ਹੋਊਗਾ, ਉਹ ਹੋ ਸਕਦਾ ਅੱਜ ਵੀ ਐਗਜ਼ਿਸਟ ਕਰਦੇ ਹੋਣ, ਤੇ ਹੋ ਸਕਦਾ ਉਹ ਆਖਣ ਚੱਲ ਕੋਈ ਨਹੀਂ ਇਹਦੇ ਪਾਸੇ ਹੋ ਗਏ, ਅਗਲੇ ਦੇਖੋ ਕਿਹੜੇ ਤਿਆਰ ਕਰਨੇ ਆ। ਸੋ ਜ਼ਰੂਰ ਇਹ ਚੀਜ਼ ਖਤਮ ਨਹੀਂ ਹੋਈ। ਆਪਾਂ ਨੂੰ ਇਹ ਕਹਿ ਸਕਦੇ ਹਾਂ ਵੀ ਇਹ ਚੀਜ਼ ਇੱਕ ਤੁਰੀ ਆ ਉਸ ਪਾਸੇ ਨੂੰ। ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਮੈਂ ਐਂਡ ਮੇਰੀ ਸਰਕਾਰ ਨੇ ਤੁਹਾਡੇ ਨਾਲ ਵਾਅਦਾ ਕੀਤਾ ਸੀ ਵੀ ਅਸੀਂ ਇਹ ਸਾਰਾ ਕੁਝ ਖਤਮ ਕਰਨਾ, ਤੇ ਮੈਂ ਵਧਾਈ ਦਿੰਦਾ ਪੁਲਿਸ ਨੂੰ ਵੀ ਇਹ ਕੰਮ ਕਰ ਦਿੱਤਾ। ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਪ੍ਰਸ਼ਾਸਨ ਜਿਹੜਾ ਉਹ ਹੋਰ ਵੀ ਵਧੀਆ ਕੰਮ ਕਰੂਗਾ। DGP ਸਾਹਿਬ ਵੀ ਕਹਿੰਦੇ ਆਪਾਂ ਨੇ ਚੰਗੀ ਗੱਲ ਆ, ਜਿਹੜਾ ਬੰਦਾ ਜਿਹਦੇ ਬੰਦੇ ਨਾਲ ਵੀ ਕੋਈ ਨਾ ਇਨਸਾਫੀ ਹੋਈ ਉਹਨੂੰ ਇਨਸਾਫ ਮਿਲੇ, ਤੇ ਜਿਹੜਾ ਬੰਦਾ ਉਡੀਕਦਾ ਵੀ ਯਾਰ ਮੈਨੂੰ ਉਹ ਵਸਦਾ ਪੰਜਾਬ ਚਾਹੀਦਾ, ਜੇ ਮਿਲ ਜਾਵੇ ਤੇ ਚੰਗੀ ਗੱਲ ਹੀ ਨਹੀਂ, ਬਹੁਤ ਚੰਗੀ ਗੱਲ ਆ। ਬਾਕੀ ਕੰਮ ਕਰਨ ਵਾਲੇ ਬਹੁਤ ਪਏ। ਮੁੱਖ ਮੰਤਰੀ ਸਾਹਿਬ ਨੇ ਚੰਗਾ ਹੋਇਆ ਵਧਾਈਆਂ ਦਿੱਤੀਆਂ, ਕੋਈ ਮਾੜੀ ਗੱਲ ਨਹੀਂ ਹੋਈ। ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਹੋ ਸਕਦਾ ਕਿ ਥੋੜ੍ਹਾ ਜਿਹਾ ਧਰਵਾਸ ਮਿਲੇ, ਹੋਰ ਵੀ ਬਹੁਤ ਸਾਰੇ ਪਰਿਵਾਰ ਹੋਣਗੇ। ਇਹਨਾਂ ਦੇ ਵਿੱਚੋਂ ਨਾ ਜਦੋਂ ਹਿਸਟਰੀ ਪੜ੍ਹੀ ਦੀ ਆ ਇਹਨਾਂ ਦੀ, ਕਈਆਂ ਨੇ ਇੱਥੇ 4 ਮੁਕੱਦਮੇ ਸੀ ਜੀ, ਇੱਥੇ 5 ਸੀ ਜੀ, ਇੱਥੇ 7 ਸੀ। ਸੰਧਾਲੀਆ ਸਾਹਿਬ ਜਿੱਦਣ ਪਹਿਲੇ ਮੁਕੱਦਮਾ ਹੁੰਦਾ ਨਾ, ਜੇ ਬੰਦਾ ਭਗੌੜਾ ਹੈ, ਜੇ ਲੜੀਂਦਾ, ਉਦੋਂ ਹੀ ਸਖਤੀ ਕਰਨੀ ਚਾਹੀਦੀ ਆ ਤਾਂ ਜੋ ਇੱਦਾਂ ਕਹਿਣ ਦਾ ਮੌਕਾ ਮਿਲੇ 6 ਪਰਚੇ ਚੱਲਦੇ 7ਵਾਂ ਵੀ ਚੱਲ ਪਊ, 7 ਚੱਲਦੇ 8ਵਾਂ ਵੀ ਚੱਲ ਪਊ। ਇੱਦਾਂ ਦੀ ਭਾਵਨਾ ਨਹੀਂ ਆਉਣੀ ਚਾਹੀਦੀ। ਉਹਨਾਂ ਨੂੰ ਪਤਾ ਵੀ ਗਲਤੀ ਕੀਤੀ, ਸਜ਼ਾ ਮਿਲਣੀ ਆ, ਆਪਾਂ ਛੱਡਣਾ ਨਹੀਂ ਕਿਸੇ ਨੂੰ, ਫਿਰ ਮੁੜ ਕੇ ਕੰਮ ਖਰਾਬ ਨਹੀਂ ਹੁੰਦਾ। ਇਹ ਕਿਤੇ ਸੰਧਾਲੀਆ ਸਾਹਿਬ ਆਪਾਂ ਪੂਰਾ ਜ਼ਿਕਰ ਹੋਰ ਕਰਨਾ ਹੈ, ਤੇ ਉਹ ਜ਼ਿਕਰ ਜਿੱਧਰਲੇ ਪਾਸੇ ਨੂੰ ਜਾ ਕੇ ਕਰਨਾ ਉਹ ਮੰਡਿਆਣੀ ਪਿੰਡ ਲੁਧਿਆਣੇ 'ਚ। ਉੱਥੇ ਦੀ ਸਰਪੰਚ ਬੀਬੀ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਹੈ। ਵੀਡੀਓ ਸਾਰਿਆਂ ਨੇ ਸੁਣੀ ਹੋਣੀ ਹੈ, ਕਿਉਂਕਿ ਜਦੋਂ ਤੁਸੀਂ ਕਿਹਾ ਨਾ ਕਿ ਸਰਕਾਰ ਨੇ ਕਿਹਾ ਜੀ ਅਸੀਂ ਆ ਕਿਹਾ ਸੀ ਕਰਤਾ, ਸਰਕਾਰ ਨੇ ਨਸ਼ਾ ਦੂਰ ਕਰਨ ਦੀ ਗੱਲ ਵੀ ਕੀਤੀ ਸੀ, ਵੈਸੇ ਪਿਛਲੀਆਂ ਸਰਕਾਰਾਂ ਨੇ ਵੀ ਕੀਤੀ ਸੀ। ਇੰਨੀ ਛੇਤੀ ਦੂਰ ਵੀ ਨਹੀਂ ਹੋਣਾ, ਪਰ ਸਖਤੀ ਜ਼ਰੂਰੀ ਹੈ। ਬੀਬੀ ਸਰਪੰਚ ਸੀ, ਉਹ ਕਹਿੰਦੀ ਜੀ ਦੇਖੋ ਸਾਡੇ ਪਿੰਡ ਨਸ਼ਾ ਵਿਕਦਾ, ਲੋਕ ਵਿਕਾਈ ਖਾਂਦੇ ਵੀ ਸੀ, ਕਰਦੇ ਵੀ ਸੀ। ਅਸੀਂ ਕਈ ਵਾਰੀ ਪ੍ਰਸ਼ਾਸਨ ਨੂੰ ਕਿਹਾ, ਪੁਲਿਸ ਨੂੰ ਜਾ ਕੇ ਕਹਿੰਦੇ, ਅਸੀਂ ਪੁਲਿਸ ਵਾਲੇ ਕਹਿੰਦੇ ਸਬੂਤ ਲਿਆਓ। ਸਬੂਤ ਲਿਆਉਣਾ ਤਾਂ ਲੋਕਾਂ ਦਾ ਕੰਮ ਨਹੀਂ ਹੁੰਦਾ, ਸ਼ਾਇਦ ਪੁਲਿਸ ਦਾ ਕੰਮ ਹੁੰਦਾ। ਉਹ ਕਹਿੰਦੇ ਜੀ ਫਿਰ ਅਸੀਂ ਹਾਰ ਕੇ ਨਾ, ਜਦੋਂ ਸਾਰਾ ਕੁਝ ਹੋ ਗਿਆ, ਅੱਜ ਅਸੀਂ ਸਾਰੇ ਪਿੰਡ ਵਾਲੇ ਇਕੱਠੇ ਹੋ ਕੇ ਗਏ ਆ, ਲੋਕਾਂ ਦੇ ਘਰਾਂ ਦੇ ਵਿੱਚ ਤਲਾਸ਼ੀ ਲਈ ਆ, ਜਿੰਦਰੇ ਵੀ ਤੋੜ ਤਲਾਸ਼ੀ ਲਈ ਹੈ, ਲਾ ਲਓ ਆਹ ਚੀਜ਼ਾਂ ਨਿਕਲੀਆਂ, ਜਿਹ 'ਚ ਚਿੱਟਾ ਪੈਕ ਕਰੀਦਾ, ਜਿਹਦੇ ਨਾਲ ਚਿੱਟਾ ਕੰਪਿਊਟਰਾਈਜ਼ਡ ਕੰਡਾ ਜਾਂ ਛੋਟਾ ਜਿਹਾ ਹੁੰਦਾ, ਉਹ ਸਾਰੀਆਂ ਚੀਜ਼ਾਂ ਜੋ ਕੁਝ ਵੀ ਹੋ ਸਕਦਾ। ਕਹਿੰਦੇ ਜੀ ਆਹ ਪਿਆ, ਅਜੇ ਵੀ ਜੇ ਪੁਲਿਸ ਵਾਲੇ ਨੇ ਸਬੂਤ ਚਾਹੀਦਾ ਦੱਸੋ। ਫਿਰ ਉਹ ਕਹਿੰਦੇ ਥਾਣੇ ਮੂਹਰੇ ਜਾ ਕੇ ਹੁਣ ਅਸੀਂ ਧਰਨਾ ਵੀ ਦੇਣਾ, ਤੇ ਪਿੰਡ ਨਹੀਂ ਅਸੀਂ ਰਹਿਣ ਦੇਣਾ ਜਿਹੜਾ ਨਸ਼ਾ ਵੇਚਦੇ ਆ। ਅਗਲਿਆਂ ਨੂੰ ਦਰਦ ਹੋਊਗਾ, ਕਿਉਂਕਿ ਕੱਲ੍ਹ ਨੂੰ ਲੋਕਾਂ ਨੇ ਪਤਾ ਕੀ ਕਹਿਣਾ ਸੀ, ਅੱਧਾ ਪਿੰਡ ਅਮਲੀ ਹੋ ਗਿਆ, ਤੂੰ ਕਾਹਦੀ ਸਰਪੰਚ ਨਹੀਂ। ਹੁਣ ਜੇ ਬੀਬੀ ਨੇ ਸਟੈਪ ਲਿਆ, ਹੋ ਸਕਦਾ ਬੀਬੀ ਦੇ ਘਰ ਦੇ ਰੋਕਦੇ ਹੁਣ ਕਿ ਤੂੰ ਕਾਹਨੂੰ ਪੰਗਾ ਲੈਣਾ, ਕਿ ਲੱਤਾਂ ਤੋੜ ਜਾਂਦੇ ਹੁੰਦੇ ਆ। ਮੈਂ ਕਹਿੰਦਾ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਕਿ ਆਹ ਦੇਖੋ ਜੀ ਇੰਨੀਆਂ ਚੀਜ਼ਾਂ। ਸੰਧਾਲੀਆ ਸਾਹਿਬ ਘਰੋਂ ਪਤਾ ਕੀ ਲੱਭਾ, ਮੰਨ ਲਓ ਕਿ ਸੋਨੇ ਦੀਆਂ ਟੁੰਮਾਂ ਨੇ, ਕਾਂਟੇ ਨੇ, ਚੇਨੀ ਹੈ, ਉਹ ਚੇਨੀ ਲਿਫਾਫੇ 'ਚ ਪਾਈ, ਉਹ ਵਿੱਚ ਪਰਚੀ ਕੀ ਉਹਦੀ ਆ। ਕਈ ਵਾਰੀ ਹੁੰਦੇ ਨਾ ਕਿ ਦੇ ਦਿਓ ਜੀ ਪੈਸੇ ਤਾਂ ਹੈ ਨਹੀਂ, ਉਨੀ ਦੇਰ ਲਈ ਗਹਿਣਾ ਰੱਖ ਲਓ, ਮੈਂ ਪੈਸੇ ਲਿਆ ਕੇ ਤੁਹਾਨੂੰ ਦੇ ਦੂੰਗਾ, ਮੇਰੇ ਆ ਗਹਿਣੇ ਮੋੜ ਦਿਓ। ਆਹ ਸਾਰੇ ਕੰਮ ਚੱਲੀ ਜਾਂਦਾ, ਚਿੱਟਾ ਵਿਕੀ ਜਾਂਦਾ ਸੀ। ਤੇ ਜਦੋਂ ਉਸ ਬੀਬੀ ਨੇ ਹਿੰਮਤ ਕੀਤੀ, ਹੁਣ IG ਰੈਂਕ ਦੇ ਅਧਿਕਾਰੀ ਪਿੰਡ ਆਏ, ਉਹਨਾਂ ਨੇ ਫਿਰ ਛਾਪਾ ਛੂਪਾ ਮਾਰਿਆ, ਕਈ ਬੰਦੇ ਜਿਹੜੇ ਗ੍ਰਿਫਤਾਰ ਕੀਤੇ ਆਣ ਕੇ। ਜਦੋਂ ਹੁਣ ਸਾਰੇ ਪਿੰਡਾਂ ਦੇ ਲੋਕਾਂ ਨੂੰ ਕਾਇਮ ਹੋਣਾ ਚਾਹੀਦਾ, ਇਕੱਠੇ ਹੋਣਾ ਚਾਹੀਦਾ, ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ। ਜੇ ਮੰਡਿਆਣੀ ਵਾਲੇ ਕਰ ਸਕਦੇ, ਬਾਕੀ ਪੰਜਾਬ ਨੂੰ ਕੀ ਹੋਇਆ? ਬਿਲਕੁਲ, ਦੇਖੋ ਕਾਰਨ ਹੈ ਵੀ ਹੁਣ ਉਹਨਾਂ ਨੇ ਤੇ ਆਪਣੇ ਵੱਲੋਂ ਸਟੈਪ ਲੈ ਲਿਆ ਜੀ। ਉਹਨਾਂ ਦੇ ਇਸ ਸਟੈਪ ਦੇ ਨਾਲ ਪ੍ਰਸ਼ਾਸਨ ਖੜਦਾ, ਪੁਲਿਸ ਖੜਦੀ ਹੈ, ਸਰਕਾਰ ਖੜਦੀ ਹੈ, ਤੇ ਹੋ ਸਕਦਾ ਵੀ 2-4 ਪਿੰਡ ਜਿਹੜੇ ਨੇ ਹੋਰ ਖੜ। ਤੇ ਜੇ ਮੰਨ ਲਓ ਵੀ ਉਹਨਾਂ ਨੂੰ ਇਹ ਜਾਪਿਆ ਵੀ ਯਾਰ ਉਹ ਵੀ ਤਾਂ ਗਏ ਸੀਗੇ, 4 ਦਿਨ ਧਰਨਾ ਲੱਗਾ, ਉਹਨਾਂ ਨੇ 2 ਘਰਾਂ ਆਸ਼ਵਾਸਨ ਜਿਹੜਾ ਹੁੰਦਾ ਉਹ ਦਿੱਤਾ, ਫਿਰ ਮੁੜ ਕੇ ਕਿਸੇ ਨੇ ਪੁੱਛਿਆ ਨਹੀਂ। ਅੱਜ ਕੱਲ੍ਹ ਫਿਰ ਉੱਦਾਂ ਹੀ ਚੱਲੀ ਜਾਂਦਾ, ਫਿਰ ਮੁੜ ਕੇ ਗੱਲ ਉਹ ਆਈ ਚਲਾਈ ਹੋ ਜਾਂਦੀ। ਪਰ ਇੱਕ ਗੱਲ ਹੈਗੀ ਹੈ, ਇਹ ਆਈ ਚਲਾਈ ਵਾਲੀ ਜਾਂ ਆਈ ਗਈ ਵਾਲੀ ਗੱਲ ਹੋ ਜਾਣੀ ਹੈ, ਪਰ ਇਹ ਆਈ ਚਲਾਈ ਆਈ ਗਈ ਵਾਲੀ ਲੋਕਾਂ ਨੋਟ ਕਰ ਲੈਣੀ, ਤੇ ਫਿਰ 24 ਤੇ 27 'ਚ ਇਹਦਾ ਹਿਸਾਬ ਲੈਣਾ, ਕਿਉਂਕਿ ਆਦਤ ਪੈ ਗਈ ਪੰਜਾਬ ਵਾਲਿਆਂ ਨੂੰ। ਮੈਂ ਤਾਂ ਦੱਸੀ ਗੱਲ ਨਹੀਂ, ਲੋਕ ਇੱਕ ਗਲਤੀ ਵੀ ਬਰਦਾਸ਼ਤ ਨਹੀਂ ਕਰਦੇ ਸੰਧਾਲੀਆ ਸਾਹਿਬ, ਇੱਕ ਸਿੰਗਲ ਗਲਤੀ ਵੀ ਬਰਦਾਸ਼ਤ ਨਹੀਂ ਕਰਦੇ। ਲੋਕ ਸਿਆਣੇ ਹੋ ਗਏ, ਆਪਸ ਵਿੱਚ ਡਿਸਕਸ ਕਰਦੇ, ਅਗਲੀਆਂ ਪਿਛਲੀਆਂ ਪੁਰਾਣੀਆਂ ਸਾਰੀਆਂ ਚੀਜ਼ਾਂ ਕੱਢ ਕੇ ਸਾਹਮਣੇ ਲੈ ਆਉਂਦੇ ਹੋ ਕਿ ਭਾਈ ਆਹ ਦੱਸੋ ਤੁਸੀਂ ਕੀ ਕਿਹਾ ਸੀ। ਹੁਣ ਸੰਧਾਲੀਆ ਸਾਹਿਬ ਕਹਾਣੀ ਕੀ ਹੈ, ਤੁਸੀਂ ਦੱਸੋ। ਦੇਖੋ ਜੀ, ਕਹਾਣੀ ਤਾਂ ਸਿਰਫ ਇਹ ਆ ਵੀ ਇਹ ਜੋ ਕੁਛ ਜੇ ਤੇ ਇਦਾਂ ਹੀ ਚੱਲਦਾ ਰਿਹਾ, ਤੇ ਫਿਰ ਆਪਾਂ ਇਹ ਮੱਤ ਆਸ ਕਰੀਏ ਵੀ ਹਾਂਜੀ ਇਹ ਸਾਰਾ ਕੁਝ ਦਰੁਸਤ ਹੋ ਜਾਊਗਾ, ਤੇ ਉਸ ਤੋਂ ਬਾਅਦ 2024 ਦੇ ਵਿੱਚ ਜਾਂ 27 'ਚ ਵੀ ਜਾ ਕੇ ਲੋਕ ਕਹਿਣਗੇ ਵੀ ਹਾਂਜੀ ਆਹ ਦੇਖੋ ਜੀ ਸਰਕਾਰ ਨੇ ਚੰਗਾ ਕਰਤਾ। ਗੱਲੀ ਬਾਤੀ ਨਹੀਂ ਸਰਨਾ ਜੀ, ਪ੍ਰੈਕਟੀਕਲੀ ਕਰਨਾ ਪੈਣਾ। ਹਾਂ ਠੀਕ ਆ, ਸ਼ੁਰੂਆਤ ਹੋਈ ਆ,
ਤੇ ਜੇ ਅੱਜ ਹੀ ਕੋ ਆਖੀ ਜਾਵੇ ਵੀ ਆਪਾਂ ਪਿੱਠ ਆਪਣੀ ਆਪੇ ਥਾਪੜ ਲੈਣੀ, ਉਹ ਗੱਲ ਬੜੀ ਦੂਰ ਦੀ ਨਹੀਂ, ਦੂਰ ਦੀ ਹੈ। ਹੁਣ ਸੰਧਾਲੀਆ ਸਾਹਿਬ, ਮੈਂ ਤੁਹਾਨੂੰ ਥੋੜ੍ਹਾ ਜਿਹਾ ਪੰਜਾਬ ਤੋਂ ਵੀ, ਥੋੜ੍ਹਾ ਜਿਹਾ ਭਾਰਤ ਤੋਂ ਵੀ ਬਾਹਰ ਲੈ ਕੇ ਜਾਣਾ। ਬਹੁਤ ਸਾਰੇ ਪੰਜਾਬ ਦੇ ਲੋਕ ਕਹਿੰਦੇ ਹੁੰਦੇ ਆ ਜੀ ਸਾਡੇ ਪਰਿਵਾਰ ਦੇ ਜੀ ਇੰਗਲੈਂਡ ਰਹਿੰਦੇ, ਬਲੈਤ, ਯੂਰਪ 'ਚ ਰਹਿੰਦੇ ਆ, ਫਿਰ ਪੈਸੇ ਟਕੇ, ਯੂਰੋ, ਇਹ ਵੋ, ਡਾਲਰ, ਪਾਉਂਡ, ਸਾਰਾ ਕੁਝ ਚੱਲੀ ਚੁੱਲੀ ਜਾਂਦਾ ਕੰਮ ਨਾ। ਤੁਸੀਂ ਇਹ ਦੇਖੋ ਕਿ ਦੁਨੀਆ ਭਰ ਦੇ ਵਿੱਚ ਕਲਾਈਮੇਟ ਚੇਂਜ ਦੀ ਜਿਹੜੀ ਗੱਲ ਚੱਲਦੀ ਆ ਕਿ ਵਾਤਾਵਰਣ ਤਬਦੀਲੀ ਆ ਰਹੀ ਹੈ, ਕਿ ਮਨੁੱਖ ਦੀ ਹੋਂਦ ਨੂੰ ਖਤਰਾ, ਮੰਨਦੇ ਮੁੰਦੇ ਕੋਈ ਨਹੀਂ ਆਪਾਂ। ਭਾਰਤ 'ਚ ਵੀ ਗਰਮੀ ਵਧੀ ਜਾਂਦੀ ਹੈ। ਯੂਰਪ ਦੇ 7 ਦੇਸ਼ ਇਸ ਵੇਲੇ ਬਹੁਤ ਕਸੂਤੀ ਸਥਿਤੀ 'ਚ ਨੇ। ਇਟਲੀ ਵੀ ਉਹਨਾਂ 'ਚ ਹੀ ਹੈ, ਫਰਾਂਸ ਵੀ ਹੈ, ਗਰੀਸ ਵੀ ਹੈ, ਪੁਰਤਗਾਲ ਵੀ ਹੈ, ਇੰਗਲੈਂਡ ਵੀ ਹੈ। ਇਹ ਸਾਰੇ ਦੇਸ਼ ਸਮੱਸਿਆ ਦੇ ਵਿੱਚ ਕਿਉਂ ਆ? ਸਮੱਸਿਆ ਜੀ ਇਸ ਕਰਕੇ ਹੈ ਸੰਧਾਲੀਆ ਸਾਹਿਬ, 40 ਡਿਗਰੀ ਤੋਂ ਵੀ ਟੈਂਪਰੇਚਰ ਜਿਹੜਾ ਉਹ ਚੱਕਿਆ ਗਿਆ ਤਾਂ ਚਲਾ ਗਿਆ। ਭਾਰਤ ਵਾਲੇ ਕਹਿੰਦੇ ਸਾਡੇ ਯਾਰ 47 48 ਹੋ ਜਾਂਦਾ, ਯੂਰਪ ਵਾਲਿਆਂ ਨੂੰ 40 ਕੀ ਹੈ? ਉਹ ਯੂਜ਼ ਟੂ ਨਹੀਂ ਹੈਗੇ, ਉਹਨਾਂ ਦੇ ਕੋਲ ਉਦਾਂ ਦੇ ਪ੍ਰਬੰਧ ਨਹੀਂ ਹੈਗੇ, ਲੋਕਾਂ ਦੇ ਵਿੱਚ ਉਨੀ ਸਹਿਣਸ਼ੀਲਤਾ ਨਹੀਂ ਹੈਗੀ। ਇਹ ਤਾਂ ਝੱਟ ਬੀਚ ਵੱਲ ਨੂੰ ਭੱਜ ਜਾਂਦੇ। ਉਹ ਹੀਟ ਵੇਵ ਇੱਥੇ ਆ ਕੇ ਸੁਣਿਆ, ਹੀਟ ਵੇਵ ਲੂ ਚੱਲਦੀ ਹੁੰਦੀ ਆਪਣੇ ਇੱਥੇ, ਇੰਨੀ ਹੀਟ ਹੁੰਦੀ ਨਹੀਂ ਜਿੰਨੀ ਰੌਲਾ ਹੁੰਦਾ। ਪਰ ਕਿਉਂਕਿ ਸਾਧਨ ਉਨੇ ਕੁ ਨੇ ਨਾ ਸੰਧਾਲੀਆ ਸਾਹਿਬ, ਇੱਕ ਹਫ਼ਤੇ ਦੇ ਵਿੱਚ 1700 ਲੋਕਾਂ ਦੀ ਜਾਨ ਯੂਰਪ ਦੇ ਵਿੱਚ ਚਲੇਗੀ ਹੀਟ ਵੇਵ ਦੇ ਕਰਕੇ, ਗਰਮੀ ਦੇ ਕਰਕੇ। ਇੱਥੋਂ ਤੱਕ ਇੱਕ ਦੋ ਦੇਸ਼ਾਂ ਦੇ ਵਿੱਚ, ਕਿਉਂਕਿ ਪ੍ਰਬੰਧ ਉੱਦਾਂ ਦੇ ਹੁੰਦੇ ਆ ਕਿ ਭਾਈ 35 ਤੋਂ ਵਧਣਾ ਨਹੀਂ। ਜਿਹੜੀਆਂ ਲਾਈਟਾਂ, ਟ੍ਰੈਫਿਕ ਲਾਈਟਾਂ ਲੱਗੀਆਂ ਹੁੰਦੀਆਂ, ਉਹਨਾਂ ਦੇ ਉੱਪਰ ਪਲਾਸਟਿਕ ਦੇ ਕਵਰ ਹੁੰਦੇ ਆ, ਪਿਘਲ ਗਏ। ਇੱਕ ਜਗ੍ਹਾ ਦੇ ਉੱਤੇ ਤਾਂ ਸੜਕ ਵੀ ਜਿੱਦਾਂ ਪਿਘਲਣ ਵਾਲੀ ਹੋ ਗਈ, ਇੰਨੀ ਗਰਮੀ ਸੀ। ਹਾਲਾਂਕਿ ਉਹ 40 42 43 44 ਡਿਗਰੀ ਤੋਂ ਉੱਪਰ ਨਹੀਂ ਕੰਮ ਗਿਆ, ਪਰ ਮਟੀਰੀਅਲ ਉੱਦਾਂ ਦਾ ਲਾਇਆ। ਕਈ ਬੰਦੇ ਟਿੱਪਣੀ ਇਹ ਵੀ ਕਰਨ ਲੱਗ ਪੈਂਦੇ ਆ, ਯਾਰ ਇਹਦੇ ਨਾਲ ਤਾਂ ਭਾਰਤ ਚੰਗਾ, ਭਾਰਤ ਦੇ ਵਿੱਚ ਤਾਂ ਕਦੇ ਨਹੀਂ ਇਦਾਂ ਚੀਜ਼ ਪਿਘਲੀ, ਭਾਰਤ ਦੇ ਵਿੱਚ ਤਾਂ ਸੜਕਾਂ ਦੇ ਵਿੱਚ ਕਦੇ ਨਹੀਂ ਇਦਾਂ ਹੋਈ। ਰੌਲਾ ਇਹ ਨਹੀਂ ਕਿ ਭਾਰਤ 'ਚ ਹੋਈ ਕਿ ਨਹੀਂ ਹੋਈ ਜਾਂ ਉੱਥੇ ਦਾ ਮਟੀਰੀਅਲ ਘਟਿਆ, ਉਹਨਾਂ ਨੇ ਉੱਦਾਂ ਦਾ ਬਣਾਇਆ ਸੀ। ਇਹਦਾ ਮਤਲਬ ਵਾਤਾਵਰਣ ਤਬਦੀਲ ਹੋ ਰਿਹਾ, ਤਪਸ਼ ਵੱਧ ਰਹੀ, ਆਲਮੀ ਤਪਸ਼ ਜਿਹਨੂੰ ਕਹਿੰਦੇ ਆ ਨਾ, ਗਲੋਬਲ ਵਾਰਮਿੰਗ ਹੋ ਰਹੀ ਹੈ, ਤੇ ਸਾਰਿਆਂ ਨੂੰ ਸੁਚੇਤ ਹੋਣਾ ਚਾਹੀਦਾ। 1700 ਬੰਦੇ ਵੀ ਮਾਰੇ ਗਏ। ਕਈ ਸਕੂਲਾਂ 'ਚ ਯੂਰਪ ਛੁੱਟੀਆਂ ਨੇ, ਕਈ ਜਗ੍ਹਾ ਦੇ ਉੱਤੇ ਕਰਨੀਆਂ ਪਈਆਂ ਛੁੱਟੀਆਂ। ਥੋੜ੍ਹਾ ਜਿਹਾ ਜੰਗਲਾਂ ਨੂੰ ਅੱਗ ਲੱਗ ਗਈ, ਬੁਝ ਨਹੀਂ ਰਹੀ, ਪਾਣੀ ਦੀ ਘਾਟ ਪੈਦਾ ਹੋ ਗਈ। ਆਪਾਂ ਪਿਛਲੇ ਦਿਨੀ ਪੋ ਨਦੀ ਦਾ ਜ਼ਿਕਰ ਕੀਤਾ ਸੀ, ਇਟਲੀ ਦੇ ਵਿੱਚ ਦੀ ਲੰਘਦੀ, ਚੀਰਦੀ ਇਟਲੀ ਨੂੰ ਪੋ ਨਦੀ ਹੈ। 80% ਪਾਣੀ ਘੱਟ ਹੈ ਐਤਕੀ, ਅਨਾਜ ਭੰਡਾਰ ਐਤਕੀ ਘੱਟ ਜਾਣਾ ਇਟਲੀ ਦੇ ਵਿੱਚ। ਇੱਧਰ ਉੱਧਰ ਦੇਖਣਗੇ, ਝਾਕਣਗੇ ਬੰਦੇ। ਇਹ ਤਾਂ ਗੱਲ ਹੈਗੀ ਆ। ਦੇਖੋ ਇਹ ਕਾਰਨ ਆ, ਇਹ ਗੱਲਾਂ ਜਦੋਂ ਆਪਾਂ ਕਰਦੇ ਹਾਂ, ਬਹੁਤਾ ਕਰਕੇ ਹੋ ਸਕਦਾ ਵੀ ਪੰਜਾਬ 'ਚ ਬੈਠੇ ਆਪਣੇ ਪਰਿਵਾਰਕ ਮੈਂਬਰ ਜਾਂ ਵੈਸੇ ਬੰਦਾ ਸੋਚ, ਉਹ ਯਾਰ ਕਿਹੜੀਆਂ ਗੱਲਾਂ ਕਰਦੇ, ਗਰਮੀ ਕਦੇ ਅੱਗੇ ਕਦੀ ਪਈ ਨਹੀਂ ਗਈ ਯਾਰ, ਉਹ ਗੱਲ ਐਵੇਂ ਗੋਰਿਆਂ ਨੂੰ ਬਹੁਤੀ ਲੱਗਦੀ ਗਰਮੀ, ਹੋਰ ਗੱਲ ਕੋਈ ਨਹੀਂ। ਇੱਥੇ ਸਾਡੇ ਨਾਲ ਝੋਨਾ ਲਵਾਓ, ਇਹ ਰਹਿਣਾ ਵੀ ਝੋਨਾ ਲੱਗ ਗਿਆ ਚੱਲ ਲਿੱਦਣ ਕਢਾਓ ਤੇ ਝੋਨੇ ਜਾਂ ਤੁਸੀਂ ਆ ਕੇ ਬਹੁਤੀ ਗੱਲ ਵੇ ਖਾਦ ਪਵਾ ਲੈਂਦੇ। ਇਹ ਗੱਲਾਂ ਠੀਕ ਆ, ਇਹ ਗੱਲਾਂ ਠੀਕ ਨੇ, ਕਿਉਂਕਿ ਆਪਾਂ ਉਹ ਸਾਰਾ ਕੁਝ ਹੰਡਾਇਆ, ਆਪਣੇ ਕੋਲ ਸਾਧਨ ਨਹੀਂ ਹੁੰਦੇ, ਇਸ ਕਰਕੇ ਬੰਦਾ ਕਹਿੰਦਾ ਵੀ ਯਾਰ ਜੇ ਅਸੀਂ ਆਪਣੇ ਉਸ ਸਰੀਰ ਦੇ ਆ, ਜੁੱਸੇ ਦੇ ਮਾਲਕ ਕਹਿੰਦੇ, ਫਿਰ ਇਹਨਾਂ ਨੂੰ ਕਾਇਮ ਹੋਣਾ ਚਾਹੀਦਾ ਜੀ। ਇਹ ਗੱਲ ਜੇ ਤੇ ਆਪਾਂ ਕੰਪੈਰੀਜ਼ਨ ਕਰਨਾ ਫਿਰ ਤੇ ਠੀਕ ਆ, ਪਰ ਜੇ ਆਪਾਂ ਗਲੋਬਲੀ ਵੇਖੀਏ ਤੇ ਹੋ ਸਕਦਾ ਇਹ ਲੀਕਾਂ ਤੇ ਆਪਾਂ ਹੀ ਮਾਰੀਆਂ ਨਾ, ਵੀ ਇੱਥੋਂ ਲੈ ਕੇ ਤੇ ਇੱਥੋਂ ਤੱਕ ਇੰਡੀਆ, ਫਿਰ ਅੱਗੇ ਪਾਕਿਸਤਾਨ ਆ, ਇੰਨਾ ਕਿੱਸਾ ਇੰਗਲੈਂਡ, ਇਹਨੂੰ ਕੈਨੇਡਾ ਬਣਾ ਲਓ, ਆ ਅਮਰੀਕਾ ਬਣਾ ਲਓ। ਵੈਸੇ ਤੇ ਗੇਂਦ ਇੱਕ ਹੀ ਆ, ਤੇ ਗੇਂਦ ਦੇ ਉੱਪਰ ਜਿਹੜਾ ਪਾਣੀ ਆ ਉਹ ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ ਜਿਹੜਾ ਘੁੰਮਦਾ ਆਪਾਂ ਹੀ ਬਣਾ ਲਿਆ। ਫਲਾਨਾ ਸਮੁੰਦਰ ਹੈ, ਢੀਂਗੜਾ ਸਮੁੰਦਰ ਹੈ ਤੇ ਇੱਕੋ ਹੀ। ਹੁਣ ਮੱਛੀਆਂ ਦਾ ਕਿਹੜਾ ਪਾਸਪੋਰਟ ਆ, ਕੀ ਪਤਾ ਕਿਹੜੀ ਵੇਲ ਕਿੱਥੋਂ ਚੱਲ ਕੇ ਕਿੱਧਰ ਨੂੰ ਜਾਂਦੀ ਹੈ। ਨਾ ਆਪਣੇ ਕੋਲ ਚਿੜੀਆਂ ਕਾਵਾਂ ਦਾ ਕੋਈ ਪਾਸਪੋਰਟ, ਇਹਦਾ ਮਤਲਬ ਉਹਨਾਂ ਦੇ ਹਿਸਾਬ ਨਾਲ ਤਾਂ ਉਹ ਗੇਂਦ ਗੋਲਾ ਇੱਕੋ ਹੀ ਹੈ ਜੀ। ਤੇ ਇਸ ਗੇਂਦ ਗੋਲੇ ਦੇ ਉੱਪਰ ਅਸਰ ਸਾਰਾ ਜੋ ਕੁਛ ਇਸ ਵਕਤ ਹੋ ਰਿਹਾ ਉਹ ਸਾਰਿਆਂ ਦੇ ਉੱਪਰ ਹੋਣਾ। ਹਾਂ, ਇੱਕ ਗੱਲ ਨੋਟ ਕਰਨ ਵਾਲੀ ਹੈ ਵੀ ਆਪਾਂ ਨੂੰ ਸਗੋਂ ਫਿਕਰ ਇਹਦਾ ਜ਼ਿਆਦਾ ਤਾਂ ਕਰਨਾ ਚਾਹੀਦਾ ਵੀ ਜਿਨ੍ਹਾਂ ਕੋਲੇ ਤੇ ਆਲਰੇਡੀ ਸੀਗੇ ਪ੍ਰਬੰਧ, ਉਹਨਾਂ ਨੇ ਉਸ ਹਿਸਾਬ ਨਾਲ ਕਰ ਲਏ। ਹੁਣ ਉਹਨਾਂ ਨੂੰ ਜਾਪਦਾ ਵੀ ਆਹ ਚੇਂਜ ਆ ਰਹੀ, ਉਹਦਾ ਪ੍ਰਬੰਧ ਵੀ ਕਰ ਲੈਣਗੇ। ਤੇ ਜੇ ਕੱਲ੍ਹ ਨੂੰ ਆਪਣੇ ਵਾਲੇ ਪਾਸੇ ਕੋਈ ਉਹੋ ਜਿਹੀ ਮੁਸ਼ਕਿਲ ਆ ਗਈ ਫੇਰ ਸਾਰਿਆਂ ਦੇ ਨਾਲ ਹੀ ਆ। ਇਹ ਕਹਿ ਕੇ ਨਹੀਂ ਚੱਲਿਆ ਜਾ ਸਕਦਾ ਸੰਧਾਲੀਆ ਸਾਹਿਬ। ਕੋਵਿਡ ਆਇਆ ਸੀ ਨਾ, ਜੇ ਚੀਨ 'ਚ ਆਇਆ ਤਾਂ ਅਮਰੀਕਾ 'ਚ ਵੀ ਆਇਆ ਸੀ, ਹਾਲਾਂਕਿ ਧੁਰ ਵਿਰੋਧੀ ਸ਼ਕਤੀਆਂ ਨੇ। ਪਾਕਿਸਤਾਨ 'ਚ ਆਇਆ ਸੀ ਤਾਂ ਕੈਨੇਡਾ 'ਚ ਵੀ ਆਇਆ ਸੀ, ਭਾਰਤ 'ਚ ਆਇਆ ਸੀ ਤਾਂ ਰੂਸ 'ਚ ਵੀ ਆਇਆ ਸੀ। ਉਹ ਨਹੀਂ ਦੇਖਦੇ ਕਿ ਤੁਸੀਂ ਅਮੀਰ ਦੇਸ਼ ਹੋ, ਤੁਸੀਂ ਬਾਰਡਰ ਦੇ ਉੱਤੇ ਕੰਡਿਆਲੀ ਤਾਰ ਲਾਈ ਆ ਕਿ ਕਰੰਟ ਵਾਲੀ ਤਾਰ ਲਾਈ ਹੈ। ਆਫਤ ਆਉਣੀ ਆ ਤੇ ਆ ਹੀ ਜਾਣੀ ਹੈ। ਉਦੋਂ ਜੇ ਆਪਾਂ ਕਹੀਏ ਨਾ, ਨਾਲ ਹੀ ਆ ਸਾਰਿਆਂ ਦੇ। ਅਮਰੀਕਾ ਵਾਲਿਆਂ ਨੇ ਪ੍ਰਬੰਧ ਕੀਤੇ, ਚੀਨ ਵਾਲਿਆਂ ਨੇ ਪ੍ਰਬੰਧ ਕੀਤੇ ਕੋਵਿਡ ਤੋਂ ਬਚਣ ਦੇ। ਅਫਰੀਕਾ ਦੇ ਕਈ ਦੇਸ਼ਾਂ 'ਚ ਅਜੇ ਤੱਕ ਦਵਾਈ ਦੀ ਇੱਕ ਬੂੰਦ ਤੱਕ ਨਹੀਂ ਗਈ। ਜਾਣੀ ਉਹ ਤਾਂ ਤੁਹਾਡੇ ਕੋਲ ਸਰਮਾਇਆ ਹੋਊਗਾ, ਤੁਹਾਡੇ ਕੋਲੇ ਸਾਧਨ ਹੋਣਗੇ, ਤੁਹਾਡੇ ਕੋਲੇ ਸਟਰਕਚਰ ਹੋਊਗਾ, ਤੁਸੀਂ ਆਪਣੇ ਵਤਨ ਦੇ ਲੋਕਾਂ ਨੂੰ ਫੇਰ ਹੀ ਬਚਾ ਲਓਗੇ। ਸ਼੍ਰੀਲੰਕਾ ਵਾਲੇ ਬਾਕੀਆਂ ਦੇ ਨਾਲ ਹੀ ਆ, ਦੇਖ ਲਓ ਹੁਣ ਕਿੰਨੇ ਕੁ ਨਾਲ ਨੇ। ਸ਼੍ਰੀਲੰਕਾ ਵਾਲਿਆਂ ਦਾ ਉਹਨਾਂ ਦੇ ਆਪਣੇ ਲੀਡਰ ਨਾਲ ਨਹੀਂ ਹੈਗੇ, ਬਾਕੀ ਦੁਨੀਆ ਨੇ ਨਾਲ ਕੀ ਹੋਣਾ। ਥੋੜ੍ਹਾ ਬਹੁਤ ਇੱਧਰਲੇ ਪਾਸੇ ਸੋਚਣਾ ਵਿਚਾਰਨਾ ਚਾਹੀਦਾ। ਹਾਂ, ਆ ਕਮਰੇ ਗਰੇਵਾਲ ਹੋਰਾਂ ਦਾ ਗੀਤ ਆਇਆ ਸੀ, ਦੋ ਦੋ ਹੱਥਾਂ ਵਾਲਿਓ ਇੱਕ ਬੂਟਾ ਲਾ ਦਿਓ ਨਾ, ਕਿ ਭਾਈ ਦੋ ਹੱਥ ਨੇ ਤੁਹਾਡੇ, ਇੱਕ ਬੂਟਾ ਲਾ ਕੇ ਪਾਲਣਾ ਕਿੰਨਾ ਕੁ ਔਖਾ। ਆਲਮੀ ਤਪਸ਼ ਤੋਂ ਜੇ ਆਪਾਂ ਕਹੀਏ ਨਾ, ਦੋ ਬੰਦੇ ਆਪਾਂ ਕੁਰਸੀ ਤੇ, ਤੁਹਾਡੇ ਵਰਗਾ ਲੀਡਰ ਬੰਦਾ ਨਾਲ ਮੇਰੇ ਵਰਗਾ ਬੰਦਾ ਝੋਲਾ ਜਿਹਨੇ ਤੁਹਾਡਾ ਫੜਨਾ, ਅਸੀਂ ਗੱਲਾਂ ਕਰਕੇ ਚਲੇ ਗਏ, ਤਪਸ਼ ਨਹੀਂ ਦੂਰ ਹੋਣੀ। ਹਾਂ, ਦੋਨੇ ਜਣੇ ਜਾ ਕੇ ਇੱਕ ਇੱਕ ਬੂਟਾ ਲਾ ਦਈਏ, ਤਪਸ਼ ਦੂਰ ਹੋ ਜੂਗੀ। ਹੌਲੀ ਹੌਲੀ ਕੰਮ ਜਿਹੜਾ ਦਰੁਸਤ ਹੋਣਾ ਸ਼ੁਰੂ ਹੋ ਜੂਗਾ। ਇਸ ਕਰਕੇ ਭਾਈ ਬੂਟਾ ਲਾ ਹੀ ਦਿਓ ਜੇ ਚੱਜ ਦੀ ਗੱਲ ਕਰਨੀ ਆ।
ਇੱਕ ਗੱਲ ਹੋਰ, ਨਾਲੇ ਤੇ ਕਹਿੰਦੇ ਵੀ ਨੌਕਰੀ ਹੈ ਨਹੀਂ। ਅੱਛਾ। ਤੂੰ ਕਹਿੰਦੇ ਵੀ ਨੌਕਰੀ ਦੇਵਾਂਗੇ ਜਿਹੜੀ ਸਰਕਾਰ ਆਉਂਦੀ, ਭਾਵੇਂ ਸਟੇਟ 'ਚ ਆ ਜਾਵੇ ਭਾਵੇਂ ਕੇਂਦਰ 'ਚ ਆ ਜਾਵੇ। ਜੀ। ਉਹ ਕਹਿੰਦੇ ਵੀ ਇੰਨੀਆਂ ਨੌਕਰੀਆਂ ਅਸੀਂ ਐਤਕੀ ਦੇਣੀਆਂ। ਹੁਣ ਗੱਲ ਸਾਹਮਣੇ ਆਉਂਦੀ ਵੀ ਕੇਂਦਰ ਸਰਕਾਰ ਦੇ ਜੇ ਆਪਾਂ ਮਹਿਕਮਿਆਂ ਦੀ ਗੱਲ ਕਰੀਏ ਤੇ 10 ਲੱਖ ਦੇ ਕਰੀਬ ਕੁਰਸੀਆਂ ਖਾਲੀ ਨੇ, ਯਾਨੀ ਕਿ ਐਸੀਆਂ ਅਸਾਮੀਆਂ ਖਾਲੀ ਨੇ ਜਿਨ੍ਹਾਂ ਦੇ ਉੱਪਰ ਬੰਦੇ ਚਾਹੀਦੇ ਨੇ। ਜੀ। ਲੋੜ ਹੈ ਬੰਦਿਆਂ ਦੀ, ਪਰ ਬੰਦੇ ਉੱਥੇ ਭਰਤੀ ਨਹੀਂ ਹੋਏ। ਜੀ। ਹੁਣ ਗੱਲ ਇਹ ਵੀ ਜੇ ਬੰਦਿਆਂ ਦੀ ਲੋੜ ਵੀ ਆ, ਬੰਦਾ ਉੱਥੇ ਭਰਤੀ ਵੀ ਨਹੀਂ ਹੋਇਆ, ਤੇ ਆਫਟਰ ਆਲ ਤੇ ਉਹ ਕਿਸੇ ਨਾ ਕਿਸੇ ਕੰਮ ਦੇ ਲਈ ਅਸਾਮੀ ਬਣਾਈ ਹੋਣੀ। ਇਹ ਤੇ ਹੋਣਾ ਨਹੀਂ ਵੀ ਯਾਰ ਅੱਛਾ 2 ਕਮਰੇ ਬਣਾ ਦਿਓ, ਇਹਦੇ 'ਚ 10-10 ਕੁਰਸੀਆਂ ਲਾ ਦਿਓ, ਕੱਲ੍ਹ ਵੈਸੇ ਹੀ ਬਣਾ ਦਿਓ ਤੁਸੀਂ। ਇੱਦਾਂ ਤਾਂ ਹੈ ਨਹੀਂ। ਇਹਦਾ ਮਤਲਬ ਵੀ ਉਹ ਕੋਈ ਕੰਮ ਤੇ ਸੀਗਾ ਜਿਹੜਾ ਉਹਨਾਂ ਬੰਦਿਆਂ ਨੇ ਕਰਨਾ ਸੀ, ਪਰ ਜੇ ਉੱਥੇ ਬੰਦੇ ਹੈ ਨਹੀਂਗੇ ਤੇ ਫਿਰ ਉਹ ਕੰਮ ਚੱਲੀ ਕਿੱਦਾਂ ਜਾਂਦਾ। ਜੂਨ ਮਹੀਨੇ ਦੇ ਵਿੱਚ ਪ੍ਰਧਾਨ ਮੰਤਰੀ ਮਾਣਯੋਗ ਨਰਿੰਦਰ ਮੋਦੀ ਸਾਹਿਬ ਨੇ ਇੱਕ ਐਲਾਨ ਕੀਤਾ ਸੀ। ਉਹ ਕਹਿੰਦੇ ਸੀ 10 ਲੱਖ ਲੋਕਾਂ ਨੂੰ, ਨੌਜਵਾਨਾਂ ਨੂੰ ਅਸੀਂ 1.5 ਸਾਲ 18 ਮਹੀਨਿਆਂ 'ਚ ਨੌਕਰੀ ਦੇਣੀ ਆ। 1.5 ਸਾਲ ਤੋਂ ਭਾਵ ਕਿ ਅਗਲੇ ਸਾਲ ਦੇ ਅੰਤ ਤੱਕ, 23 ਦੇ ਅੰਤ ਤੱਕ, 24 ਵੋਟਾਂ ਨੇ। ਮੈਂ ਕਹਿੰਦਾ ਕਿ ਜੇ 10 ਲੱਖ ਨੌਜਵਾਨਾਂ ਨੂੰ ਨੌਕਰੀ ਮਿਲਦੀ ਹੈ ਤਾਂ ਬਹੁਤ ਵਧੀਆ ਹੈ। ਸੰਧਾਲੀਆ ਸਾਹਿਬ, ਇਹ ਗੱਲ ਨਾ ਤੁਸੀਂ ਆਪਣੇ ਕੋਲੋਂ ਆਖ ਰਹੇ ਹੋ ਨਾ ਮੈਂ ਆਪਣੇ ਕੋਲੋਂ ਕਹਿਣਾ, ਇਹ ਪਾਰਲੀਮੈਂਟ ਦੇ ਵਿੱਚ ਕੇਂਦਰ ਸਰਕਾਰ ਨੇ ਆਪ ਦੱਸੀ ਹੈ, ਲਿਖਤੀ, ਕਿ 10 ਲੱਖ ਦੇ ਕਰੀਬ ਕੇਂਦਰ ਸਰਕਾਰ ਦੇ ਵਿਭਾਗਾਂ 'ਚ, ਸੂਬਾ ਸਰਕਾਰਾਂ ਕੋਲ ਨਹੀਂ, 10 ਲੱਖ ਹੀ ਉਹਨਾਂ ਕੋਲ ਵੀ ਲਾ ਲਓ, 20 ਲੱਖ ਬੰਦਾ, ਮੈਂ ਕਹਿੰਦਾ 30 ਲੱਖ ਬੰਦਾ ਭਰਤੀ ਹੋ ਸਕਦਾ ਹੁਣ। ਤੇ ਇਹ ਇੰਨੀ ਖਤਰਨਾਕ ਗੱਲ ਹੈ ਕਿ ਕੁੱਲ ਅਸਾਮੀਆਂ ਕਿੰਨੀਆਂ? ਤਕਰੀਬਨ 40 ਲੱਖ। ਭਰੀਆਂ ਕਿੰਨੀਆਂ? ਤਕਰੀਬਨ 30 ਲੱਖ। ਖਾਲੀ ਕਿੰਨੀਆਂ? ਤਕਰੀਬਨ 10 ਲੱਖ। 10 ਲੱਖ ਨਹੀਂ ਖਾਲੀ, 25% ਖਾਲੀ ਨੇ ਸੰਧਾਲੀਆ ਸਾਹਿਬ। ਜਿੱਥੇ 10 ਬੰਦਿਆਂ ਨੇ ਕੰਮ ਕਰਨਾ, ਉੱਥੇ ਕਿੰਨੇ ਕਰ ਰਹੇ ਆ? ਆਪਾਂ ਜਾਨੀ ਸਿੰਪਲ ਜੀ ਗੱਲ ਹੈ ਵੀ ਚੌਂ ਮਗਰ ਇੱਕ ਹੈ ਨਹੀਂ। ਚੌਂ ਮਗਰ ਇੱਕ ਹੈ ਨਹੀਂ। ਤੇ ਜਾਨੀ ਜਿਸ ਦੇਸ਼ ਦੇ ਵਿੱਚ 25% ਅਸਾਮੀਆਂ ਖਾਲੀ ਨੇ, ਨਾਲੋਂ ਨਾਲ ਭਰੋ। ਆਪਾਂ ਸੂਬਾ ਸਰਕਾਰ ਨੂੰ ਵੀ ਇਹ ਕਹਿੰਦੇ ਹੁੰਦੇ ਆ ਕਿ ਸਾਲ 'ਚ 2 ਵਾਰੀ ਅਸਾਮੀਆਂ ਭਰੋ। 5 ਕਲਰਕ ਰਿਟਾਇਰ ਹੋਏ ਆ, 5 ਕਲਰਕ ਭਰਤੀ ਕਰੋ। 10 ਟੀਚਰ ਰਿਟਾਇਰ ਹੋਏ ਆ, 10 ਟੀਚਰ ਭਰਤੀ ਕਰੋ। ਨਾਲੋਂ ਨਾਲ ਹੁਣ ਕਿੰਨੇ ਬੰਦੇ ਓਵਰੇਜ ਹੋ ਗਏ ਹੋਣੇ? ਹੁਣ ਸੰਧਾਲੀਆ ਸਾਹਿਬ, ਜੇ 3 ਲੱਖ ਬੰਦਾ ਰੇਲਵੇ ਦੇ ਵਿੱਚ ਭਰਤੀ ਹੋਣਾ, 3 ਲੱਖ ਅਸਾਮੀਆਂ ਭਾਰਤੀ ਰੇਲਵੇ ਦੇ ਵਿੱਚ ਖਾਲੀ ਨੇ, ਤਾਂ ਰੇਲਵੇ ਦੇ ਵਿੱਚ ਆਪਾਂ ਕਈ ਵਾਰ ਦੇਖਦੇ ਹੁੰਦੇ, ਆਹ ਵੀ ਪ੍ਰਬੰਧ ਦੀ ਲੋੜ ਹੈ, ਆਹ ਵੀ ਪ੍ਰਬੰਧ ਦੀ ਲੋੜ ਹੈ। ਉਹ 3 ਲੱਖ ਕਰਮਚਾਰੀ ਜੇ ਹੋਊਗਾ, ਲੋਕਾਂ ਨੂੰ ਕਿੰਨੀ ਵੱਡੀ ਸਹੂਲਤ ਮਿਲੂਗੀ। ਰੱਖਿਆ ਮੰਤਰਾਲੇ ਦੇ ਵਿੱਚ, ਮਾਲ ਮਹਿਕਮੇ ਦੇ ਵਿੱਚ, ਜਿਹੜਾ ਸਿਹਤ ਮਹਿਕਮੇ ਦੇ ਵਿੱਚ 70-70, 80-80 ਹਜ਼ਾਰ ਅਸਾਮੀਆਂ ਖਾਲੀ ਨੇ। ਮੈਂ ਕਿਹਾ ਇਲੈਕਸ਼ਨਾਂ ਦੇਖੋ, ਇਸ਼ਤਿਹਾਰ ਦਿਓ, ਨਿਆਣਿਆਂ ਦੀ ਭਰਤੀ ਕਰੋ, ਅਗਲੇ ਰੋਟੀ ਖਾਂਦੇ ਹੋਣ, ਤੁਹਾਡੇ ਮਨੀ ਦਾ ਫਲੋ ਵਧੇ ਕਿਤੇ ਨਾ ਕਿਤੇ। ਤੇ ਅਸੀਂ ਸਾਰੀਆਂ ਸੂਬਾ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਕਿ ਭਾਈ ਤੁਸੀਂ ਵੀ ਦੇਖੋ ਤੁਹਾਡੇ ਕਿਹੜੇ ਡਿਪਾਰਟਮੈਂਟ ਦੇ ਵਿੱਚ ਕਿੰਨੀਆਂ ਅਸਾਮੀ ਖਾਲੀ। ਹਿਸਾਬ ਜਿਹਾ ਦੀ ਤਨਖਾਹ ਦੇ ਕੇ ਨਿਆਣੇ ਭਰਤੀ ਤਾਂ ਕਰੋ। ਨਹੀਂ ਚਾਹੀਦਾ ਤਾਂ ਹੈਗਾ। ਵੈਸੇ ਮੈਂ ਸੋਚਦਾ ਵੀ 500 ਦਿਨ ਬਚਦਾ, ਬਾਕੀ ਵੀ 500 ਦਿਨਾਂ 'ਚ 10 ਲੱਖ ਨੌਕਰੀਆਂ ਦੇਣੀਆਂ ਜੀ। ਤੇ ਫਿਰ ਰੋਜ਼ ਦੀਆਂ ਕਿੰਨੀਆਂ ਦੇਣੀਆਂ ਪੈਣੀਆਂ? ਹਿਸਾਬ ਲਾ ਲਓ ਤੁਸੀਂ। ਇਹ ਔਖਾ ਭਾਈ ਸਾਹਿਬ, ਇਹ ਹਿਸਾਬ ਤੁਸੀਂ ਲਾ ਕੇ ਜ਼ਰੂਰ ਦੱਸਿਓ ਵੀ ਰੋਜ਼ ਦੀਆਂ, ਇਹ ਨਹੀਂ ਵੀ ਇੱਕ ਦਿਨ ਦੀਆਂ। 500 ਦਿਨਾਂ 'ਚ 10 ਲੱਖ। ਹਾਂ, 500 ਦਿਨ ਨੇ, 10 ਲੱਖ ਬੰਦੇ ਨੂੰ ਨੌਕਰੀ ਦੇਣੀ ਹੈ। ਰੋਜ਼ ਕਿੰਨੇ ਬੰਦਿਆਂ ਨੂੰ ਉਹ ਬਕਾਇਦਾ ਲਿਖ ਕੇ ਸਾਰਾ ਉਹਨਾਂ ਦਾ ਤਾਮਝਾਮ ਕਰਕੇ ਤੇ ਫਾਈਨਲ ਉਹਨਾਂ ਨੂੰ ਉਹਨਾਂ ਦਾ ਜਿਹੜਾ ਜੁਆਇਨਿੰਗ ਲੈਟਰ ਮਿਲੇ ਤੇ ਫਿਰ ਜਾ ਕੇ 10 ਲੱਖ ਪੂਰਾ ਹੁੰਦਾ ਬੰਦਾ। ਨਹੀਂ ਸੰਧਾਲੀਆ ਸਾਹਿਬ, ਚਲੋ ਉਹਦਾ ਹਿਸਾਬ ਕਿਤਾਬ ਲਾ ਕੇ ਸੱਜਣ ਸਾਡੇ ਜਿਹੜੇ ਪਰਿਵਾਰ ਦੇ ਮੈਂਬਰ ਨੇ ਟਿੱਪਣੀ ਕਰ ਦੇਣਗੇ। ਤੇ ਅਸੀਂ ਉਮੀਦ ਕਰਦੇ ਹਾਂ ਕਿ ਭਵਿੱਖ ਦੇ ਵਿੱਚ ਕਦੇ ਕਿਸੇ ਮਾਂ ਦਾ ਸਿੱਧੂ ਮੂਸੇਵਾਲੇ ਵਰਗਾ ਪੁੱਤ ਨਾ ਮਰੇ ਕਿਸੇ ਤਰ੍ਹਾਂ ਦਾ। ਦੂਸਰੇ ਪਾਸੇ ਤੇ ਕਦੇ ਵੀ ਦੁਬਾਰਾ ਸਾਨੂੰ ਗੈਂਗਸਟਰਾਂ ਦੇ ਐਨਕਾਊਂਟਰ ਦੀ ਖਬਰ ਨਾ ਸੁਣਾਉਣੀ ਪਵੇ, ਕਿਉਂਕਿ ਉਹ ਕਲਚਰ ਕਿੱਥੋਂ ਪੈਦਾ ਹੋਇਆ, ਇਹ ਕਿਉਂ ਇੱਥੇ ਤੱਕ ਕੰਮ ਪਹੁੰਚਾ, ਪਹਿਲਾਂ ਕਿਉਂ ਨਾ ਇਸ ਗੱਲ ਨੂੰ ਸਮੇਟਿਆ ਗਿਆ। ਹੁਣ ਚਰਚਾ ਉਸ ਮੁੱਦੇ ਤੇ ਹੋਣੀ ਬਹੁਤ ਜ਼ਰੂਰੀ ਹੈ। ਅਸੀਂ ਹਟ ਜਾਂਦੇ ਹਾਂ, ਅਸੀਂ ਇਸ ਮੁੱਦੇ ਦੀ ਗੱਲ ਨਹੀਂ ਕਰਦੇ। ਸਾਨੂੰ ਤਾੜ-ਤਾੜ ਗੋਲੀਆਂ ਚੱਲਦੀਆਂ ਚੰਗੀਆਂ ਲੱਗਦੀਆਂ, ਸੰਜੀਦਾ ਬਹਿਸ ਨਹੀਂ ਚੰਗੀ ਲੱਗਦੀ। ਚਲਿਏ ਜੀ, ਫਿਰ ਬਹੁਤ ਸ਼ੁਕਰੀਆ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜ ਰਹੇ ਨੇ, ਉਹਦੇ ਲਈ ਬੜੇ ਧੰਨਵਾਦੀ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।